मेरा मुर्शिद सोना 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 मेरा। पर कई जीव होंगे है ਜਿਹੜੇ ਕਹਿ ਦਿੰਦੇ ਹੈ ਕਿ ਅਸੀਂ ਰੱਬ ਤੇ ਕਿੱਦਾਂ ਵਿਸ਼ਵਾਸ ਕਰੀਏ, ਰੱਬ ਤਾਂ ਸਾਨੂੰ ਨਜ਼ਰ ਨਹੀਂ ਆਉਂਦਾ ਜਾਂ ਉਹਦੀ ਰਹਿਮਤ ਤਾਂ ਨਜ਼ਰ ਨਹੀਂ ਆਉਂਦੀ। ਜਿਸ ਤਰ੍ਹਾਂ ਇੱਕ ਬੜਾ ਪਿਆਰਾ ਕਿੱਸਾ ਯਾਦ ਆ ਗਿਆ ਸਾਨੂੰ ਕਿ ਇੱਕ ਬਹੁਤ ਬੜੇ ਫਕੀਰ ਹੋਏ ਸੀ ਜਿਨ੍ਹਾਂ ਦਾ ਨਾਮ ਹੈ ਬਹਿਲੋਲ ਦਾਨਾ। ਉਹ ਮਸਤ ਫਕੀਰ ਸੀ। ਇੱਕ ਦਿਨ ਨੂੰ ਇੱਕ ਪੇੜ ਥੱਲੇ ਬੈਠੇ ਹੈ ਔਰ ਉਹਨਾਂ ਦੇ ਕੋਲ ਕੁਝ ਪਿਆਰੇ ਬੈਠੇ ਹੈ ਔਰ ਬਹਿਲੋਲ ਦਾਨਾ ਆਪਣੇ ਪਿਆਰਿਆਂ ਨੂੰ ਨਾ ਉਹ ਰੱਬ ਦੀਆਂ ਸਿਫਤਾਂ ਬਾਰੇ ਦੱਸ ਰਹੇ ਹੈ, ਰੱਬ ਦੀਆਂ ਰਹਿਮਤਾਂ ਬਾਰੇ ਦੱਸ ਰਹੇ ਹੈ ਕਿ ਪ੍ਰਮਾਤਮਾ ਦੀ ਕਿਰਪਾ, ਉਹਦੀ ਰਹਿਮਤ ਕੀ ਕੁਝ ਕਰ ਸਕਦੀ ਹੈ। ਜਦੋਂ ਉਹ ਰੱਬ ਦੀ ਰਹਿਮਤ ਦੀ ਗੱਲ ਕਰ ਰਹੇ ਹੈ ਤਾਂ ਉੱਥੇ ਇੱਕ ਮਨਮੁਖੀ ਬੈਠਾ ਸੀ। ਉਸਨੇ ਜਦੋਂ ਗੱਲਾਂ ਸੁਣੀਆਂ ਬਹਿਲੋਲ ਦਾਨਾ ਦੀਆਂ ਤਾਂ ਉਸ ਵੇਲੇ ਉਹ ਉੱਠਿਆ ਔਰ ਉੱਠ ਕੇ ਬਹਿਲੋਲ ਦਾਨਾ ਨੂੰ ਕਹਿਣ ਲੱਗਾ ਕਿ ਮਹਾਰਾਜ ਕੀ ਤੁਸੀਂ ਝੂਠੀਆਂ ਗੱਲਾਂ ਕਰਦੇ ਹੋ, ਆ ਕੀ ਤੁਸੀਂ ਰੱਬ ਦੀ ਗੱਲ ਕਰਦੇ ਹੋ, ਰੱਬ ਦੀਆਂ ਰਹਿਮਤਾਂ ਦੀ ਗੱਲ ਕਰਦੇ ਹੋ ਕਿ ਜੇ ਰੱਬ ਹੈ, ਉਹਦੀ ਰਹਿਮਤ ਹੈ ਤਾਂ ਦਿਖਾਓ, ਨਜ਼ਰ ਤਾਂ ਆਂਦੀ ਨਹੀਂ। ਜਰਾ ਹੁਣ ਗੌਰ ਕਰਨਾ, ਹੋ ਸਕਦਾ ਕਈਆਂ ਦੇ ਮਨ 'ਚ ਇਹ ਸਵਾਲ ਹੋਵੇ ਕਿ ਜੇ ਰੱਬ ਹੈ, ਨਜ਼ਰ ਤਾਂ ਆਂਦਾ ਨਹੀਂ, ਤਾਂ ਜਿਹੜੀ ਚੀਜ਼ ਨਜ਼ਰ ਨਹੀਂ ਆਂਦੀ ਉਹਨੂੰ ਕਿੱਦਾਂ ਮੰਨ ਲਈਏ ਅਸੀਂ। ਉਹਨੇ ਕਿਹਾ ਕੀ ਤੁਸੀਂ ਰੱਬ ਕਰ ਰਹੇ ਹੋ, ਰੱਬ ਦੀਆਂ ਰਹਿਮਤਾਂ ਦੀ ਗੱਲ ਕੀ ਕਰ ਰਹੇ ਹੋ, ਰੱਬ ਕਿਤੇ ਨਜ਼ਰ ਤਾਂ ਆਂਦਾ ਨਹੀਂ, ਇਸ ਕਰਕੇ ਜਿਹੜੀ ਚੀਜ਼ ਨਜ਼ਰ ਨਹੀਂ ਆਂਦੀ ਫਿਰ ਉਹਦੀ ਗੱਲ ਕਿਉਂ ਕਰਦੇ ਹੋ। ਐਵੇਂ ਲੋਕਾਂ ਨੂੰ ਭਰਮਾਂ 'ਚ ਤੁਸੀਂ ਪਾਇਆ ਹੈ। ਜਦੋਂ ਇੰਨੀ ਗੱਲ ਕਹੀ ਨਾ ਬਹਿਲੋਲ ਦਾਨਾ ਨੂੰ ਉਸ ਆਦਮੀ ਨੇ, ਕਿਉਂਕਿ ਮਨਮੁਖੀ ਸੀ। ਜਰਾ ਹੁਣ ਗੌਰ ਕਰਨਾ, ਇੱਕ ਮਨਮੁਖੀ ਹੁੰਦਾ ਹੈ ਜੋ ਮਨ ਦੇ ਮਗਰ ਚੱਲਣ ਵਾਲਾ, ਤੇ ਗੁਰਮੁਖੀ ਹੁੰਦਾ ਜਿਹੜਾ ਆਪਣੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲਾ ਹੁੰਦਾ ਹੈ, ਜੋ ਆਪਣੇ ਗੁਰੂ ਨਾਲ ਪਿਆਰ ਕਰਨ ਵਾਲਾ ਹੁੰਦਾ ਹੈ। ਸੋ ਮਨਮੁਖੀ ਨੇ ਜਦੋਂ ਇਹ ਗੱਲ ਕਹੀ ਕਿ ਈਸ਼ਵਰ ਭਗਵਾਨ ਨਜ਼ਰ ਤਾਂ ਆਂਦਾ ਨਹੀਂ, ਤੁਸੀਂ ਐਵੇਂ ਰੱਬ ਦੀ ਗੱਲ ਕਰੀ ਜਾਂਦੇ ਹੋ, ਕਿਉਂ ਝੂਠੀਆਂ ਗੱਲਾਂ ਕਰਦੇ ਹੋ, ਹੈ ਨਹੀਂ ਕਿਤੇ ਰੱਬ, ਅਗਰ ਹੋਵੇ ਤਾਂ ਨਜ਼ਰ ਨਾ ਆਵੇ। ਜਦੋਂ ਇੰਨੀ ਗੱਲ ਕਹੀ ਉਸ ਆਦਮੀ ਨੇ ਤਾਂ ਬਹਿਲੋਲ ਦਾਨਾ ਨੇ ਉਹਨੂੰ ਬੁਲਾਇਆ, ਕਹਿੰਦੇ ਇੱਧਰ ਆ। ਜਦੋਂ ਕੋਲ ਆਇਆ ਉਹ ਕਹਿੰਦੇ ਹੋਰ ਨੇੜੇ ਬੁਲਾਇਆ। ਫਿਰ ਕਹਿੰਦੇ ਜਦੋਂ ਦੇਖਿਆ ਨਾ ਕਿ 2-2.5 ਫੁੱਟ ਦੀ ਦੂਰੀ ਰਹਿ ਗਈ, ਕਹਿੰਦੇ ਥੋੜਾ ਹੋਰ ਨੇੜੇ ਆ ਜਾ। ਜਦੋਂ ਨੇੜੇ ਆਇਆ, ਜਿੱਦਾਂ ਹੀ ਨੇੜੇ ਆਇਆ, ਉਹਨਾਂ ਨੇ ਕੀ ਕੀਤਾ, ਉਹਦੀ ਪਿੱਠ ਤੇ ਜ਼ੋਰ ਨਾਲ ਮੁੱਕਾ ਮਾਰਿਆ। ਬੜੀ ਗੱਲ ਸਮਝਣ ਵਾਲੀ ਹੈ। ਜਦੋਂ ਜ਼ੋਰ ਨਾਲ ਮੁੱਕਾ ਮਾਰਿਆ, ਉਹ ਕਹਿੰਦਾ ਹਾਏ। ਬਹਿਲੋਲ ਦਾਨਾ ਕਹਿੰਦੇ ਕੀ ਹੋ ਗਿਆ। ਕਹਿੰਦਾ ਮਹਾਰਾਜ ਤੁਸੀਂ ਮੈਨੂੰ ਮਾਰਿਆ ਕਿਉਂ, ਮੈਂ ਤੁਹਾਡੀ ਸ਼ਿਕਾਇਤ ਕਾਜੀ ਨੂੰ ਕਰਨੀ ਹੈ। ਕਿਉਂਕਿ ਉਸ ਵੇਲੇ ਕਾਜੀ ਹੁੰਦੇ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਪ੍ਰਧਾਨ ਹੈ ਜਾਂ ਅਸੀਂ ਦੇਖਦੇ ਹਾਂ ਕਿ ਅਦਾਲਤ ਲੱਗਦੀ ਹੈ, ਬੰਦਾ ਆਪਣੀ ਸ਼ਿਕਾਇਤ ਲੈ ਕੇ ਉੱਥੇ ਜਾਂਦਾ ਹੈ ਜਾਂ ਥਾਣਿਆਂ ਚਲਾ ਜਾਂਦਾ ਹੈ। ਉਸ ਵੇਲੇ ਕਾਜੀ ਹੁੰਦੇ ਸੀ ਕਿ ਜਿਹਨਾਂ ਕੋਈ ਸ਼ਿਕਾਇਤ ਹੁੰਦੀ ਸੀ ਕਿ ਇਸ ਇਨਸਾਨ ਨੇ ਮੇਰੇ ਤੇ ਜ਼ੁਲਮ ਕੀਤਾ, ਇਹਨੂੰ ਸਜ਼ਾ ਦਿੱਤੀ ਜਾਵੇ। ਉਸ ਲਈ ਉਹਨਾਂ ਕਿਹਾ ਮੈਂ ਤੁਹਾਡੀ ਸ਼ਿਕਾਇਤ ਕਾਜੀ ਨੂੰ ਕਰਨੀ ਕਿ ਬਿਨਾਂ ਮਤਲਬ ਤੋਂ ਤੁਸੀਂ ਮੈਨੂੰ ਮਾਰਿਆ ਔਰ ਇੰਨੀ ਜ਼ੋਰ ਨਾਲ ਮਾਰਿਆ, ਮੇਰੇ ਕਿੰਨੀ ਦਰਦ ਹੋ ਰਹੀ ਹੈ। ਤਾਂ ਬਹਿਲੋਲ ਦਾਨਾ ਨੇ ਕਿਹਾ ਸ਼ਿਕਾਇਤ ਕਰਨੀ ਕਾਹਦੀ ਹੈ ਤੂੰ, ਉਹ ਸ਼ਿਕਾਇਤ ਕਰਨੀ ਕਾਹਦੀ ਹੈ ਕਾਜੀ ਨੂੰ। ਕਹਿੰਦਾ ਤੁਸੀਂ ਮੇਰੇ ਮਾਰਿਆ, ਮੇਰੇ ਦਰਦ ਹੋ ਰਹੀ ਹੈ। ਬਹਿਲੋਲ ਦਾਨਾ ਕਹਿੰਦੇ ਅੱਛਾ ਦਰਦ ਹੋ ਰਹੀ ਹੈ, ਕਿੱਥੇ ਹੋ ਰਹੀ ਹੈ, ਦਿਖਾ ਜਰਾ। ਅਗਰ ਦਰਦ ਹੋ ਰਹੀ ਹੈ ਤਾਂ ਮੈਨੂੰ ਦਿਖਾ। ਕਹਿੰਦਾ ਮਹਾਰਾਜ ਦਰਦ ਹੋ ਰਹੀ ਹੈ ਪਰ ਦਿਖਾਵਾਂ ਕਿੱਦਾਂ, ਉਹ ਤਾਂ ਮੇਰੇ ਅੰਦਰ ਹੋ ਰਹੀ ਹੈ, ਦਰਦ ਦਿਖਾਈ ਨਹੀਂ ਜਾਂਦੀ, ਦਰਦ ਤਾਂ ਮਹਿਸੂਸ ਕੀਤੀ ਜਾਂਦੀ ਹੈ, ਮੈਂ ਦਰਦ ਕਿੱਦਾਂ ਦਿਖਾਵਾਂ ਤੁਹਾਨੂੰ। ਤਾਂ ਬਹਿਲੋਲ ਦਾਨਾ ਕਹਿੰਦੇ ਬੇਟਾ ਇਸੇ ਤਰ੍ਹਾਂ ਖੁਦਾ ਵੀ ਦਿਖਾਇਆ ਨਹੀਂ ਜਾਂਦਾ, ਉਹ ਵੀ ਅੰਦਰ ਦੀ ਗੱਲ ਹੈ, ਮਹਿਸੂਸ ਕਰਨੀ ਪੈਂਦੀ ਹੈ। ਦਰਦ ਤੇਰੇ ਹੈ, ਅੰਦਰ ਹੈ, ਪਰ ਤੂੰ ਉਹਨੂੰ ਦਿਖਾ ਨਹੀਂ ਸਕਦਾ। ਜਦੋਂ ਚੋਟ ਲੱਗਦੀ ਹੈ ਤਾਂ ਅੰਦਰ ਦਰਦ ਹੁੰਦੀ ਹੈ ਔਰ ਦਰਦ ਮਹਿਸੂਸ ਕੀਤੀ ਜਾਂਦੀ ਹੈ, ਦਿਖਾਈ ਨਹੀਂ ਜਾਂਦੀ। ਔਰ ਜਦੋਂ ਵਿਸ਼ਵਾਸ ਹੁੰਦਾ ਹੈ ਤਾਂ ਖੁਦਾ ਅੰਦਰ ਨਜ਼ਰ ਆਉਂਦਾ ਹੈ, ਉਹ ਵੀ ਦਿਖਾਇਆ ਨਹੀਂ ਜਾਂਦਾ, ਉਹਨੂੰ ਅੰਦਰ ਮਹਿਸੂਸ ਕੀਤਾ ਜਾਂਦਾ ਹੈ ਕਿ ਉਹਦੀ ਰਹਿਮਤ ਮੇਰੇ ਰੋਮ ਰੋਮ 'ਚ ਆਪਣਾ ਕੰਮ ਕਰ ਰਹੀ ਹੈ, ਉਹਦੀ ਰਹਿਮਤ ਮੇਰੇ ਤੇ ਆਪਣਾ ਕੰਮ ਕਰ ਰਹੀ ਹੈ, ਅਸਰ ਕਰ ਰਹੀ ਹੈ। ਕਿਉਂਕਿ ਜਦੋਂ ਰਹਿਮਤ ਦੀ ਗੱਲ ਆਉਂਦੀ ਨਾ, ਰੱਬ ਦੀਆਂ ਰਹਿਮਤਾਂ ਦੀ ਗੱਲ ਆਉਂਦੀ, ਤਾਂ ਫਿਰ ਕਹਾਂਗੇ ਕਿ ਇਹ ਜੀਵਨ ਦੇ ਵਿੱਚ ਜਿਹੜੀਆਂ ਬਹੁਤ ਜ਼ਰੂਰੀ ਚੀਜ਼ਾਂ ਹੈ ਨਾ, ਉਹ ਮਹਿਸੂਸ ਕੀਤੀਆਂ ਜਾਂਦੀਆਂ ਹੈ, ਉਹਨਾਂ ਨੂੰ ਦਿਖਾਣਾ ਬੜਾ ਹੀ ਔਖਾ ਹੈ। ਹੁਣ ਭੋਜਨ ਦੇ ਵਿੱਚ ਕੀ ਹੁੰਦਾ ਹੈ, ਸਵਾਦ ਹੁੰਦਾ ਹੈ ਨਾ। ਜੇ ਭੋਜਨ 'ਚ ਸਵਾਦ ਨਾ ਹੋਵੇ ਤਾਂ ਭੋਜਨ ਖਾਣ ਦਾ ਮਜ਼ਾ ਆਏਗਾ, ਖਾਣਾ ਖਾਣ ਦਾ ਮਜ਼ਾ ਆਏਗਾ। ਬੰਦਾ ਕਹਿੰਦਾ ਮੈਂ ਵੀ ਆਹ ਫਰੂਟ ਖਾ ਰਿਹਾ ਹਾਂ, ਬੜਾ ਸਵਾਦਿਸ਼ਟ ਹੈ। ਜਰਾ ਗੌਰ ਕਰੋ, ਕਿਉਂ ਖਾਂਦਾ ਬੰਦਾ ਫਰੂਟ, ਕਿਉਂਕਿ ਇੱਕ ਸਵਾਦ ਹੈ। ਕੋਈ ਐਪਲ ਖਾਂਦਾ, ਕੋਈ ਬਨਾਨਾ ਖਾਂਦਾ ਹੈ, ਕੋਈ ਮੈਂਗੋ ਖਾਂਦਾ ਹੈ, ਕਿਉਂਕਿ ਸਵਾਦ ਹੈ, ਟੇਸਟ ਹੈ ਉਹਦੇ 'ਚ। ਤਾਂ ਜੇ ਟੇਸਟ ਨਾ ਹੋਵੇ ਤਾਂ ਬੰਦੇ ਨੇ ਕਹਿਣਾ ਖਾਣ ਦਾ ਫਾਇਦਾ ਕੀ, ਟੇਸਟ ਹੀ ਹੈ ਨਹੀਂ। ਹੁਣ ਜਰਾ ਗੌਰ ਕਰਨਾ, ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਨਾ, ਉਹ ਅਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ, ਉਹ ਸਿਰਫ ਅਸੀਂ ਮਹਿਸੂਸ ਕਰ ਸਕਦੇ ਹਾਂ। ਭੋਜਨ ਦਾ ਸਵਾਦ ਅਸੀਂ ਮਹਿਸੂਸ ਕਰ ਸਕਦੇ, ਉਹਦੀ ਤਸਵੀਰ ਕਿਸੇ ਨੂੰ ਦਿਖਾ ਨਹੀਂ ਸਕਦੇ। ਤੁਸੀਂ ਬੰਦੇ ਨੂੰ ਤਾਂ ਦਿਖਾ ਸਕਦੇ ਹੋ, ਪਰ ਬੰਦੇ ਦੇ ਅੰਦਰਲੇ ਪਰਮਾਤਮਾ ਨੂੰ, ਉਹਦੀ ਰਹਿਮਤ ਨੂੰ ਕਿਸੇ ਨੂੰ ਦਿਖਾ ਨਹੀਂ ਸਕਦੇ। ਤੁਸੀਂ ਰੋਟੀ ਦੀ ਤਸਵੀਰ ਦਿਖਾ ਸਕਦੇ ਹੋ, ਦਾਲ ਸਬਜ਼ੀ ਫਲ ਫਰੂਟ ਦੀ ਤਸਵੀਰ ਦਿਖਾ ਸਕਦੇ ਹੋ, ਪਰ ਉਹਦੇ ਅੰਦਰਲੇ ਟੇਸਟ ਦੀ ਜੋ ਸਭ ਤੋਂ ਜ਼ਰੂਰੀ ਹੈ ਕਿਸੇ ਨੂੰ ਦਿਖਾ ਨਹੀਂ ਸਕਦੇ। ਔਰ ਫਿਰ ਕਹਾਂਗੇ ਕਿ ਸਭ ਤੋਂ ਜ਼ਰੂਰੀ ਚੀਜ਼ਾਂ, ਪ੍ਰੇਮ ਕਿਸੇ ਨੂੰ ਦਿਖਾਇਆ ਜਾ ਸਕਦਾ ਹੈ?
ਹੁਣ ਬੰਦਾ ਕਹੇਗਾ ਦਿਲ ਦੇਖ ਲਓ, ਦਿਲ ਸਕੈਨ ਦੇ ਅੰਦਰ ਆ ਜਾਏਗਾ, MRI ਕਰਾਓ, ਉਹਦੇ ਅੰਦਰ ਆ ਜਾਏਗਾ ਕਿ ਕਿੰਨੀ ਸਪੀਡ 'ਚ ਧੜਕ ਰਿਹਾ ਹੈ, ਇਹਦੀ ਸ਼ੇਪ ਕੀ ਹੈ। ਪਰ ਮੇਰੇ ਦਿਲ 'ਚ ਕਿਸੇ ਵਾਸਤੇ ਪਿਆਰ ਕਿੰਨਾ ਹੈ, ਕੋਈ ਸਕੈਨਰ, ਕੋਈ ਐਕਸਰੇ ਉਹ ਨਹੀਂ ਦੱਸ ਸਕਦਾ ਕਿ ਇਹਦੇ ਅੰਦਰ ਪਿਆਰ ਹੈ ਜਾਂ ਨਹੀਂ। बोलो समझते हो कि नहीं तो जरा सोचो, इंसान जाता है डॉक्टर को, डॉक्टर साहब देखियो कि मेरे गुर्दे पत्थरी है या नहीं, मेरे अंदर आ प्रॉब्लम है या नहीं, स्कैन में आ जाता कि नहीं कि इन्ने MM की पत्थरी है, इन्ने MM की रसोली है। तो जरा सोचो कोई कहे आ डॉक्टर साहब देखियो आ मेरे दिल च नफरत किन्नी है, कि प्यार किन्ना है, किन्ने MM का प्यार है तो किन्ने MM नफरत है। तो डॉक्टर ने कहना भाई ये भावनावां फील करने वाली चीज़ां होंदियां हैं, ये दिखाइयां नहीं जा सकती। समझते हो कि नहीं? इसलिए समझना जरा, जिहड़ियां सब तो जरूरी चीज़ां ना सानू फील करनियां पैंदियां है, महसूस करनियां पैंदियां है, और जिंदगी उस तो बिना अधूरी है। ताही कहते हो दिल अधूरा है जिस दिल अंदर मुहब्बत ना होवे। जे दिल ही पत्थर होवे, पत्थर किहनूं कह दित्ता जांदा है, जिहदे अंदर किसी वास्ते दया ना होवे, प्यार ना होवे, करुणा ना होवे। जे दिल अंदर नफरत है तो फिर कहते दिल नहीं है तां पत्थर। समझते हो कि नहीं? क्योंकि भावनावां, फीलिंग जिहड़ी है ना, ਇਹ ਸਾਨੂੰ ਇਨਸਾਨ ਨਾਲ ਵੀ जोड़ती है, तो फीलिंग ही सानू साडे और रब नाल भी जोड़ती है। इसका जरा सोच के देखो, मां ना बच्चा किस चीज नाल जुड़िया है, बाप ना बेटा या पति ना पत्नी, किहड़ी चीज नाल जुड़ी हुई है? फीलिंग, एक भावना है। अगर भावना ही खत्म हो जाए तो रिश्ते भी खत्म हो जाते। हुण बंदा कह दे पत्नी नूं मैं नहीं तेनू प्यार करता, मेरी भावना खत्म है तेरे वास्ते, तो रिश्ता खत्म, डिवोर्स हो जाते हैं। पति छड्ड के चला जाता, पत्नी छड्ड के चली जाती। क्यों? बाप बच्चों को छड्ड के चला जाता, बच्चे बाप को छड्ड के चले जाते। क्यों? क्योंकि अंदर फीलिंग रही नहीं है। सो कहने का मतलब की है कि सब तो जरूरी होंदी है कि असीं फील की करते हैं। जे एक बंदा फील करता है कि मैनू इस नाल प्यार है, तो उहदे नाल साडा अटूट रिश्ता है, फिर कोई ताकत तोड़ नहीं सकती। तो जे अंदर प्यार ही ना होवे तो कोई ताकत सानू जोड़ भी नहीं सकती। कोई जबरदस्ती किसी नूं इकट्ठे कर सकते हो तुसीं? जे दिल 'च नफरत होवे तो असीं कहंदे ला लो जोर, बंदे ने दौड़न की कोशिश करनी है कि इनू छड्ड के चला जावां। इसी तरह असीं दसना की चाहते हैं कि जदों परमात्मा की गल आती है, प्रभु की गल आती है, तो शरीरिक तौर पर असीं जिन्ना मर्जी पूजा करी जाइए, वर्त रखी जाइए, रोजे रखी जाइए, मक्के जाइए, तीर्थ यात्रा करिए, कुछ भी करिए, पर जे अंदर साडे विश्वास ही ना होवे, फील ही ना होवे मुहब्बत दी, इश्क दी, प्यार दी, तो साडे सारे कारज ही, साडे सारे कर्म ही अधूरे हो जाते हैं। इसलिए फील, जिदा बहलोल दाना ने कहा ना, ये दर्द है तो दिखा, वो कहना मारे दर्द महसूस की जाती, दिखावा किदां? वो कहते वे इसी तरह परमात्मा भगवान ईश्वर भी महसूस किया जाता है, दिखाया नहीं जाता। समझते हो कि नहीं? जिस तरह सट लगती है, चोट लगती है तो दर्द फील होती है, इसी तरह जदों अंदर मुर्शद के शब्द की चोट पैंदी है, सतगुर के विश्वास की चोट पैंदी है, तो फिर परमात्मा फील होता है, फिर परमात्मा महसूस होता है, फिर ओदे इश्क का दीवा, ओदे प्रेम का दीवा अंदर वलना शुरू होता है। ताही तो बुल्ले शाह ने एक शब्द अंदर बड़ा प्यारा किया है। बुल्ले शाह कहते मंदिर मस्जिद अते शिवाले नित धोवे उठ सवेरे, दिल दा हुजरा साफ ना कीता मैल भरी विच तेरे। ओ थां थां फिरदा जोत जगांदा खुद बैठा रहा हनेरे, ओ बुल्लिया मुर्शद बिन नहीं मिलदा रब बैठा विच तेरे। जरा देखो बुल्ले शाह ने कितना बड़ा इशारा किया। ओ बुल्ले शाह इशारा कर दे कि तू मंदिरां चला जांदा, मस्जिदां नूं चला जांदा, मसीतां नूं चला जांदा, रोज सवेरे उठ के उन्हां नूं धोंदा है, पोचे लांदा है, सफाई करदा है, कदी अपने अंदर दी भी सफाई कर लिया कर। मंदिर मस्जिद अते शिवाले नित धोवे उठ सवेरे, ओ दिल दा हुजरा साफ नहीं कीता मैल भरी विच तेरे। जरा हुण गौर करना, दिल दा हुजरा, हुजरे दा मतलब हुंदा कमरा। वो कहंदे साफ करना तो सब तो पहला अपने दिल दे कमरे नूं साफ कर। कहंदे ना कर ले दिल दी सफाई, जे दीदार चाहिदा तू जहान तो की लेना, तेनू यार चाहिदा। जे यार यानी परमात्मा चाहिदा है ना, तो दिल साफ करना पैना है। पहले एक गल पूछना चाहांगे, यही जो बोल रहे समझ भी आ रहा है ना तुहानू? क्योंकि दिल्ली च कई बार हिंदी होंदी है ना थोड़ी, और साडा टच पंजाबी वाला है ना, इसलिए तां पूछ लीए एक बारी, ये बाद चो ये ना हो कि मालका ने सत्संग का कीता समझ नहीं आएगी। पर साडी कोशिश है कि पूरी तरह गल तुहाडे दिल तक पहुंचा दईए असीं। समझदे हो कि नहीं? क्योंकि जिथे प्यार होंदा है ना, उत्थे शब्दां दी लोड़ तां रह ही नहीं जाती। जरा समझना सारिਆਂ ने। एक बार ना असीं इंग्लैंड गए, लंदन एक जीव के घर प्रोग्राम सी सत्संग का, तो उन्होंने छोटा जिहा बच्चा सी जिहड़ा कि तकरीबन 2.5-3 साल का होना है।
ਉਹਨਾਂ ਜਦੋਂ ਤੋਤਲੀ ਜ਼ੁਬਾਨ 'ਚ ਕੁਝ ਬੋਲਦਾ ਸੀ ਕਿਸੇ ਨੂੰ ਸਮਝ ਨਹੀਂ ਆਉਂਦੀ ਸੀ, ਪਰ ਉਹਦੀ ਮਾਂ ਫਟਾਫਟ ਸਮਝ ਕੇ ਕਰ ਦਿੰਦੀ ਸੀ। ਤਾਂ ਜਿੱਦਾਂ ਕਹਿੰਦੇ ਆ ਨਾ ਕਿ ਗੂੰਗੇ ਦੀ ਰਮਜਾ ਗੂੰਗੇ ਦੀ ਮਾਂ ਹੀ ਜਾਣੇ, ਤਾਂ ਉੱਥੋਂ ਪਤਾ ਲੱਗ ਜਾਂਦਾ ਕਿ ਮਾਂ ਕਿਉਂ ਸਮਝਦੀ ਸੀ, ਕਿਉਂਕਿ ਮਾਂ ਦਾ ਦਿਲ ਉਹਦੇ ਨਾਲ ਜੁੜਿਆ ਸੀ। ਜਿੱਥੇ ਪਿਆਰ ਦੀ ਗੱਲ ਹੁੰਦੀ ਨਾ ਉੱਥੇ ਭਾਸ਼ਾ ਮਾਇਨੇ ਨਹੀਂ ਖਾਂਦੀ, ਸਮਝਦੇ ਹੋ ਕਿ ਨਹੀਂ? ਉਹ ਜਿੱਥੇ ਪਿਆਰ ਹੀ ਨਾ ਹੋਵੇ ਉੱਥੇ ਜਿੰਨੇ ਮਰਜ਼ੀ ਮਿੱਠੇ ਵਚਨ ਬੋਲ ਲੋ, ਗੱਲ ਹੀ ਨਹੀਂ ਬਣਦੀ। ਜਿੱਦਾਂ ਚਣਕਿਆ ਨੇ ਕਿਹਾ ਹੈ ਨਾ कि जहां प्रेम नहीं वहां जाना मत, जो पचता नहीं उसे खाना मत, जो सच बोलने पर भी रूठ जाए उसे मनाना मत, और भरोसा रखना भगवान पर, अगर मुसीबत आए तो कभी घबराना मत। चणक्या बारे सुने ही होना तुसी, बहुत बड़े विद्वान सी हो जिन्हां ने अपने ज्ञान के जरिए ही एक चंद्रगुप्त वर्गे छोटे जे बच्चे नूं भारत का सम्राट बना दिता सी। जरा गौर करना, क्योंकि गुरु का ज्ञान देखो इंसान नूं कित्थे ले जाता है। इसलिए अगर इंसान नूं कोई सच्चा रास्ता दिखाने वाला मिल जाए ना, जिद्दां पांडवां नूं श्री कृष्ण मिल गए सी, तो देखो अगे कितनी बड़ी सेना सी, कितने बड़े योद्धा सी, पर रास्ता दिखाने वाला इदां दा होवे तां हार कदी बंदे दी हो ही नहीं सकती। इसलिए सब तो पहला चेक करना साडा सलाहकार कौन है, सानू रास्ता दिखाने वाला कौन है। क्योंकि अगर सानू रास्ता दिखाने वाला कोई कामिल है तो फिर वो सानू कदी गिरन नहीं दिंदा, बल्कि हर मुश्किल के दौर चो भी सानू उठांदा चला जाता है। बोलो समझदे हो कि नहीं? इसलिए कहते हैं ना कि शिकवा नहीं शुक्राना सीख गए, तेरा साथ मिला तो मुस्कुराना सीख गए। पहले जरा हुण गौर करना, ये लाइना एक एक अपने दिल च लिखनी है तुसी, कि पहले मायूस हो जाते थे गमों का अंधेरा देखकर, पहले मायूस हो जाते थे गमों का अंधेरा देखकर, अब तू है मेरे साथ तो खुशियों के दीप जलाना सीख गए। जरा समझने वाली गल, ये बड़ी गल प्यारी है कि शिकवा नहीं शुक्राना सीख गए। क्योंकि जब तक मुर्शद नहीं मिलता, गुरु नहीं मिलता, इंसान शिकवे ही करता रहता है। हाय आ नहीं हो रहा, ਉਹ नहीं हो रहा, आ नहीं मेरे नाल चंगा होया, ਉਹ नहीं मेरे नाल चंगा होया, मेरी किस्मत चंगी नहीं, मेरे ग्रह चंगे नहीं, मेरा जे चंगा नहीं, मेरा वो चंगा नहीं। हर वेले बंदा शिकायतां ही करता रहता है, मैनू आ नहीं चंगा मिलिया, मैनू वो नहीं चंगा मिलिया। पर जदों कामिल मुर्शिद मिल जाता है, कामिल सतगुर मिल जाता है, कोई सच्चा रास्ता दिखाने वाला मुर्शिद जदों मिलता है, तो फिर इंसान के जीवन चो शिकवे शिकायतां दूर हो जांदियां हैं, तो फिर इंसान अपने रब का शुक्र करना शुरू कर देता है। बेशुक्र कितना करता है, क्योंकि फिर मुर्शिद दसदा है, सतगुर सिखांदा है कला जिंदगी जीण दी, कि ऐ प्यारिया जरा देख अपने जीवन नू, कि अपने जीवन च जिन्नियां वो प्रभु ने तेनू दातां दित्तियां है ना, अगर वो एक एक दात दा तू शुक्र करे तो तेरा ये जन्म ही बड़ा छोटा है। जरा समझ लेना सारे ने। जिद्दां असीं एक गल दसी दी है ना कि एक बार एक आदमी दे मूंह दे विच दंदां च तकलीफ सी, मसूड़ियां च तकलीफ सी, और डॉक्टर दे कोल गया। ਜਦੋਂ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਕਿਹਾ ਵੀ ਤੇਰੇ ਦੋ ਦੰਦ ਗਲੇ ਹੋਏ ਐ, ਇਹਨਾਂ ਨੂੰ ਕੱਢਣਾ ਪੈਣਾ ਹੈ, ਔਰ ਇਹਦੀ ਜਗ੍ਹਾ ਨਕਲੀ ਦੰਦ ਲਾਣੇ ਪੈਣੇ, ਫੇਰ ਹੀ ਤੇਰੀ ਦਰਦ ਦੂਰ ਹੋਣੀ ਹੈ। ਤਾਂ ਉਹਨੇ ਆ ਕੇ ਆਪਣੇ ਮੁਰਸ਼ਿਦ ਨੂੰ ਕਿਹਾ ਕਿ ਸਤਿਗੁਰੂ, ਡਾਕਟਰ ਇਦਾਂ ਕਹਿੰਦਾ ਹੈ ਕਿ ਆ ਦੋ ਦੰਦ ਤੇਰੇ ਨਾ ਮਸੂੜੇ ਗਲ ਚੁੱਕੇ ਐ, ਇਹਨਾਂ ਦੰਦਾਂ ਨੂੰ ਹਟਾਉਣਾ ਪੈਣਾ ਆ, ਨਵੇਂ ਦੰਦ ਲੱਗਣੇ ਆ ਤੇਰੇ, ਔਰ ਫਿਰ ਤੇਰੀ ਦਰਦ ਠੀਕ ਹੋਣੀ ਹੈ। ਵੀ ਆਗਿਆ ਆਪਰੇਸ਼ਨ ਕਰਾ ਲਾ। ਮਾਂ ਫਕੀਰ ਕਹਿੰਦੇ ਕਰਾ ਲਾ ਜਾ ਕੇ, ਕੋਈ ਗੱਲ ਨਹੀਂ। ਗਿਆ ਜਾ ਕੇ ਆਪਰੇਸ਼ਨ ਕਰਾਇਆ। 15-20 ਦਿਨਾਂ ਬਾਅਦ ਜਦੋਂ ਆਪਰੇਸ਼ਨ ਕਰਾ ਕੇ ਜਾਂ ਜੋ ਵੀ ਨਕਲੀ ਲਾਣੇ ਸੀ ਦੰਦ ਵਾਪਸ ਆਇਆ, ਤਾਂ ਆ ਕੇ ਫਕੀਰਾਂ ਕੋਲ ਬੈਠਾ, ਦਰਸ਼ਨ ਕੀਤੇ। ਫਕੀਰਾਂ ਨੇ ਪੁੱਛਿਆ, ਹਾਂ ਵੀ ਕਿਦਾਂ ਹੁਣ ਤੇਰਾ ਮੂੰਹ ਕਿਦਾਂ ਹੈ, ਦਰਦ ਕਿਦਾਂ ਹੈ? ਕਹਿੰਦਾ ਮਾਰੇ ਬਿਲਕੁਲ ਠੀਕ ਹੈ, ਆਹ ਦੇਖੋ। ਨਾਲੇ ਦੰਦ ਦਿਖਾਏ, ਕਹਿੰਦਾ ਜੀ ਆਹ ਦੇਖੋ। ਡਾਕਟਰ ਇੰਨਾ ਵਧੀਆ ਸੀ ਨਾ, ਇੰਨਾ ਸੋਹਣਾ ਡਾਕਟਰ, ਇੰਨਾ ਵਧੀਆ ਡਾਕਟਰ, ਦੋ ਦੰਦ ਇਦਾਂ ਫਿੱਟ ਕੀਤੇ ਕਿ ਦਰਦ ਹੈ ਹੀ ਨਹੀਂ। ਕਹਿੰਦੇ ਡਾਕਟਰ ਬਹੁਤ ਵਧੀਆ। ਫਕੀਰ ਕਹਿੰਦੇ ਪੈਸੇ ਕਿੰਨੇ ਲਏ? ਕਹਿੰਦੇ 80,000 ਰੁਪਇਆ ਲੱਗ ਗਿਆ। ਆਪਰੇਸ਼ਨ ਕਰਕੇ ਸਾਰਾ ਕੁਝ ਸਫਾਈ ਕੀਤੀ, ਫਿਰ ਜੋ ਨਕਲੀ ਦੰਦ ਲਾਣੇ ਸੀ ਐਨ ਵਧੀਆ ਢੰਗ ਨਾਲ ਸਭ ਤੋਂ ਉੱਤਮ ਕੁਆਲਿਟੀ ਦੇ ਲਾਏ। 70-80,000 ਰੁਪਇਆ ਲੱਗ ਗਿਆ ਮੇਰਾ। ਪਰ ਮਾਰੇ ਡਾਕਟਰ ਦੀਆਂ ਕੀ ਗੱਲਾਂ, ਡਾਕਟਰ ਬਹੁਤ ਵਧੀਆ ਸੀ। ਉਹ ਫਕੀਰ ਮੁਸਕਰਾਏ, ਕਹਿੰਦੇ ਅੱਛਾ। ਉਹ ਡਾਕਟਰ ਨੇ 80,000 ਰੁਪਇਆ ਲਿਆ, ਦੋ ਦੰਦ ਲਾਏ, ਉਹਦੀਆਂ ਤੇ ਬੜੀਆਂ ਤਾਰੀਫਾਂ ਕਰਦਾ। ਉਹ ਜਿਸ ਰੱਬ ਨੇ 32 ਦੰਦ ਮੂੰਹ ਚ ਲਾਏ, ਕਦੀ ਉਹਦੀ ਵੀ ਤਾਰੀਫ ਕੀਤੀ ਤੂੰ? ਉਹ ਜਿਹੜੇ ਰੱਬ ਨੇ ਜ਼ਿੰਦਗੀ ਦਿੱਤੀ, ਇਹ ਤੇਰਾ ਦਿਲ ਧੜਕਾ ਰਿਹਾ ਹੈ, ਅੱਖਾਂ ਦੇਖ ਰਹੀਆਂ, ਕੰਨ ਸੁਣ ਰਹੇ ਹੈ, ਜ਼ੁਬਾਨ ਬੋਲ ਰਹੀ ਹੈ, ਹੱਥ ਪੈਰ ਚੱਲ ਰਹੇ ਹੈ। ਕਦੀ ਇਹ ਵੀ ਕਿਹਾ ਕਿ ਮੇਰਾ ਰੱਬ ਕਿੰਨਾ ਸੋਹਣਾ, ਉਹ ਮੇਰਾ ਮਾਲਿਕ ਕਿੰਨਾ ਸੋਹਣਾ, ਮੇਰਾ ਪ੍ਰਮਾਤਮਾ ਕਿੰਨਾ ਸੋਹਣਾ ਜਿਹਨੇ ਮੈਨੂੰ ਇਹ ਜ਼ਿੰਦਗੀ ਦਿੱਤੀ। ਇੱਕ ਟੁੱਟੀ ਹੋਈ ਚੀਜ਼ ਨੂੰ ਕੋਈ ਨਕਲੀ ਲਾ ਦਿੰਦਾ, ਲਾਈ ਤਾਂ ਫਿਰ ਵੀ ਨਕਲੀ ਨਾ, ਉਹ ਰੱਬ ਨੇ ਤੇ ਅਸਲੀ ਲਾਏ ਹੈ।
ਜਿਹਨੇ ਅਸਲੀ ਲਾਏ ਹੈ ਕਦੀ ਉਹਦੀ ਵੀ ਤਾਰੀਫ ਕਰ ਲਿਆ ਕਰੋ। ਅਗਰ ਇਹੀ ਗੱਲ ਅਸੀਂ ਪੁਆਇੰਟ ਨੋਟ ਕਰ ਲਈਏ ਆਪਣੇ ਦਿਲ ਦੇ ਅੰਦਰ, ਤਾਂ ਇਦਾਂ ਦੀਆਂ ਬਹੁਤ ਚੀਜ਼ਾਂ ਹੈ ਕਿ ਜਿਹਦੇ ਨਾਲ ਅਸੀਂ ਆਪਣੇ ਰੱਬ ਦਾ ਹਰ ਵੇਲੇ ਸ਼ੁਕਰਾਨਾ ਕਰੀਏ। ਇਹ ਤਾਂ ਇੱਥੇ ਡਾਕਟਰ ਵੀ ਬੈਠੇ ਹੈ, ਬੋਲੋ ਸਮਝਦੇ ਹੋ ਕਿ ਨਹੀਂ? ਬੰਦਾ ਚੈੱਕ ਕਰ ਸਕਦਾ, ਅਸੀਂ ਗਏ ਸੀ ਡਾਕਟਰ ਵੀ ਇੱਥੇ ਬੈਠੇ। ਕੋਈ ਪੁੱਛੋ ਕਿ ਜਿਹੜੀ ਕੁਦਰਤ ਨੇ ਸਾਨੂੰ ਅੱਖਾਂ ਦਿੱਤੀਆਂ ਹੈ, ਜੋ ਕੁਦਰਤ ਨੇ ਸਾਨੂੰ ਗੁਰਦੇ ਲੀਵਰ ਦੇ ਦਿੱਤਾ, ਹਾਰਟ ਦੇ ਦਿੱਤਾ, ਪੂਰੀ ਸਾਇੰਸ ਮਿਲ ਕੇ ਵੀ ਉਦਾਂ ਦਾ ਹਾਰਟ ਦੁਬਾਰਾ ਤਿਆਰ ਨਹੀਂ ਕਰ ਸਕਦੇ। ਉਹ ਗੱਲ ਨਹੀਂ ਬਣ ਸਕਦੀ ਜੋ ਕੁਦਰਤ ਕਰ ਦਿੰਦੀ ਹੈ। ਜ਼ਰਾ ਗੌਰ ਕਰਨਾ। ਹਾਂ, ਸਾਇੰਸ ਇੱਕ ਉਪਰਾਲਾ ਕਰਦੀ ਕਿ ਜਿਹੜਾ ਬੰਦਾ, ਜਿੱਦਾਂ ਸਮਝ ਲਓ ਕਿ ਜੇ ਉਹਦਾ ਕੋਈ ਹਾਰਟ ਖਰਾਬ ਹੋ ਗਿਆ ਜਾਂ ਉਹਦਾ ਗੁਰਦਾ ਖਰਾਬ ਹੋ ਗਿਆ, ਕੋਸ਼ਿਸ਼ ਕਰਦੀ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਰਿਲੀਫ ਦਿੱਤੀ ਜਾਵੇ, ਆਰਾਮ ਦਿੱਤਾ ਜਾਵੇ ਕਿ ਕੁਝ ਦਿਨ ਇਹਦਾ ਲੰਘ ਜਾਣ। ਪਰ ਕੁਦਰਤ ਜੋ ਬਣਾ ਦਿੰਦੀ ਹੈ ਉਹ ਚੀਜ਼ ਕੋਈ ਬਣਾ ਹੀ ਨਹੀਂ ਸਕਦਾ। ਬਣ ਸਕਦੀ ਉਦਾਂ ਦੀ? ਜਰਾ ਸੋਚ ਕੇ ਦੇਖੋ। ਇਸ ਲਈ ਜੋ ਪ੍ਰਮਾਤਮਾ ਨੇ ਕਰਨਾ ਨਾ, ਕਦੀ ਉਹਦੀਆਂ ਦਾਤਾਂ ਦਾ ਸੋਚੋ, ਵਿਚਾਰ ਕਰੋ, ਫਿਰ ਕਦੀ ਉਹਦਾ ਸ਼ੁਕਰ ਵੀ ਕਰ ਲਿਆ ਕਰੋ ਕਿ ਜਿਹਨੇ 2 ਦੰਦ ਫਿੱਟ ਕਰਤੇ ਉਹਦੀ ਤਾਰੀਫ ਹੋ ਰਹੀ ਹੈ, ਪਰ ਜਿਹਨੇ ਇਹ ਪੂਰੇ ਸਿਸਟਮ ਨੂੰ ਫਿੱਟ ਕਰ ਦਿੱਤਾ, ਪੂਰੇ ਜਿਸਮ ਨੂੰ ਫਿੱਟ ਕਰ ਦਿੱਤਾ, ਕਦੀ ਉਹਦੀ ਵੀ ਤਾਂ ਤਾਰੀਫ ਕਰੀਏ ਨਾ। ਇੱਥੇ ਇੱਕ ਗੱਲ ਹੋਰ ਯਾਦ ਆ ਗਈ ਸਾਨੂੰ, ਕਿਉਂਕਿ ਇਹ ਵੀ ਬੜੀ ਪਿਆਰੀ ਸਾਨੂੰ ਲੱਗਦੀ ਹੈ, ਕਈ ਵਾਰ ਸਤਸੰਗ 'ਚ ਦੱਸੀ ਹੈ, ਪਰ ਇੱਥੇ ਜ਼ਿਕਰ ਚੱਲਿਆ ਵੀ ਦੱਸਣਾ ਚਾਹਾਂਗੇ। ਇੱਕ ਨਾ ਬਜ਼ੁਰਗ ਸੀ, ਉਹਦੇ 4 ਬੇਟੇ ਸੀ। ਜਦੋਂ ਬਜ਼ੁਰਗ ਦੀ ਉਮਰ 70 ਸਾਲ ਦੀ ਹੋਈ ਤਾਂ ਉਹਦੇ ਹਾਰਟ ਦੇ ਅੰਦਰ ਦਰਦ ਹੋਈ। ਜਦੋਂ ਦਰਦ ਹੋਈ ਤਾਂ ਬੱਚੇ ਨੂੰ ਲੈ ਕੇ ਹਸਪੀਟਲ ਗਏ, ਪਰ ਹਸਪੀਟਲ ਜਾਂਦੇ ਜਾਂਦੇ ਨੂੰ ਅਟੈਕ ਬੜਾ ਜ਼ਬਰਦਸਤ ਹੋ ਗਿਆ। ਅਟੈਕ ਬੜਾ ਜ਼ਬਰਦਸਤ ਹੋ ਗਿਆ। ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ, ਜਦੋਂ ਬੱਚੇ ਲੈ ਕੇ ਹਸਪੀਟਲ ਗਏ, ਡਾਕਟਰ ਨੇ ਹਾਲਤ ਦੇਖੀ, ਉਹ ਕਹਿੰਦੇ ਬੜਾ ਮੇਜਰ ਅਟੈਕ ਹੈ ਬਈ, ਇਹਦਾ ਆਪਰੇਸ਼ਨ ਕਰਨਾ ਪੈਣਾ ਹੈ, ਬਾਈਪਾਸ ਸਰਜਰੀ ਕਰਨੀ ਪੈਣੀ ਹੈ ਇਹਦੀ। ਤਾਂ ਬੱਚਿਆਂ ਨੇ ਕਿਹਾ ਠੀਕ ਹੈ ਡਾਕਟਰ ਸਾਹਿਬ, ਜੋ ਵੀ ਹੈ ਸਾਡੇ ਬਾਪ ਦੀ ਜਾਨ ਬਚਾ ਲਓ, ਕਰੋ। ਹੁਣ ਕਹਿੰਦੇ ਹੈ ਕਿ ਆਪਰੇਸ਼ਨ ਸ਼ੁਰੂ ਹੋਇਆ। ਆਪਰੇਸ਼ਨ ਥੀਏਟਰ ਜਦੋਂ ਡਾਕਟਰ ਲੈ ਕੇ ਗਏ, ਆਪਰੇਸ਼ਨ ਸ਼ੁਰੂ ਹੋਇਆ। 3-3.5 ਘੰਟੇ ਲੱਗੇ ਆਪਰੇਸ਼ਨ ਨੂੰ, ਔਰ 3-3.5 ਘੰਟੇ ਬਾਅਦ ਜਦੋਂ ਆਪਰੇਸ਼ਨ ਖਤਮ ਹੋਇਆ ਤਾਂ ਡਾਕਟਰ ਬਾਹਰ ਆਇਆ, ਬੱਚੇ ਬੈਠੇ ਹੋਏ ਆ। ਡਾਕਟਰ ਨੇ ਆ ਕੇ ਕਿਹਾ ਵਧਾਈ ਹੋਵੇ ਵੀ ਤੁਹਾਡੇ ਬਾਪ ਦੀ ਜਾਨ ਬਚ ਗਈ, ਪਰ ਹਾਲਤ ਬੜੀ ਕ੍ਰਿਟੀਕਲ ਸੀ, ਬਹੁਤ ਮੁਸ਼ਕਿਲ ਆਪਰੇਸ਼ਨ ਹੋਇਆ, ਬੜੀ ਮੁਸ਼ਕਿਲ ਜਾਨ ਬਚਾਈ। ਇਸ ਲਈ ਹੁਣ ਤੁਹਾਡਾ ਬਾਪ ਸਲਾਮਤ ਹੈ, ਪਰ ਅੱਗੇ ਤੋਂ ਖਿਆਲ ਰੱਖਣਾ, ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਦੇਣੀ। ਹੁਣ ਬੱਚਿਆਂ ਨੂੰ ਸਮਝਾਇਆ, ਵਧਾਈ ਦਿੱਤੀ ਡਾਕਟਰ ਨੇ, ਤਾਂ ਬੱਚਿਆਂ ਨੇ ਡਾਕਟਰ ਦਾ ਥੈਂਕ ਯੂ ਕੀਤਾ, ਧੰਨਵਾਦ ਕੀਤਾ। ਇੱਧਰ ਬਾਪ ਨੂੰ ਫਿਰ ICU 'ਚ ਸ਼ਿਫਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਕੁਝ ਦਿਨ ਹਸਪੀਟਲ ਰੱਖਿਆ, ਰੂਮ ਵਿੱਚ ਸ਼ਿਫਟ ਕੀਤਾ ਗਿਆ ICU ਤੋਂ ਬਾਅਦ। ਜਦੋਂ ਹੁਣ ਡਾਕਟਰ ਨੇ ਪੇਸ਼ੈਂਟ ਨੂੰ ਡਿਸਚਾਰਜ ਕਰਨਾ ਸੀ ਤਾਂ ਹਸਪੀਟਲ ਦਾ ਬਿੱਲ ਜਦੋਂ ਪੇਸ਼ੈਂਟ ਦੇ ਕੋਲ ਆਇਆ ਨਾ, ਬਜ਼ੁਰਗ ਦੇ ਕੋਲ, ਇਸ ਇੱਕ ਗਿਆਨ ਦੇਣ ਵਾਲੀ, ਇੱਕ ਸਮਝਾਉਣ ਵਾਲੀ ਗੱਲ ਹੈ, ਸਮਝਣ ਵਾਲੀ ਵੀ ਗੱਲ ਹੈ ਕਿ ਜਦੋਂ ਬੇਟੇ ਨੇ ਬਿੱਲ ਦੇਖਿਆ ਤਾਂ ਬਾਪ ਵੀ ਕੋਲ ਹੀ ਸੀ। ਕਹਿੰਦੇ ਬੇਟਾ ਕਿੰਨਾ ਬਿੱਲ ਆਇਆ, ਕਿੰਨਾ ਬਿੱਲ ਆਇਆ? ਜਦੋਂ ਬੇਟੇ ਨੇ ਦਿਖਾਇਆ ਤਾਂ ਦੇਖਿਆ 8.5 ਲੱਖ ਰੁਪਇਆ ਨਾ, ਕੁਝ ਦਿਨ ਉੱਥੇ ਰਹਿਣ ਦਾ, ਆਪਰੇਸ਼ਨ ਦਾ, ਜੋ ਵੀ ਹੈ। ਜਦੋਂ ਬਿੱਲ ਦੇਖਿਆ ਬਾਪ ਨੇ ਤਾਂ ਬਜ਼ੁਰਗ ਦੀ ਅੱਖਾਂ 'ਚ ਪਾਣੀ ਆ ਗਿਆ। ਜਦ ਨੂੰ ਉਹ ਡਾਕਟਰ ਜਿਸ ਨੇ ਆਪਰੇਸ਼ਨ ਕੀਤਾ ਸੀ, ਉਹ ਡਾਕਟਰ ਸਾਹਿਬ ਵੀ ਅੰਦਰ ਆ ਗਏ। ਜਦੋਂ ਡਾਕਟਰ ਨੇ ਅੰਦਰ ਆ ਕੇ ਦੇਖਿਆ ਬਜ਼ੁਰਗ ਰੋ ਰਹੇ ਆ, ਤਾਂ ਡਾਕਟਰ ਨੂੰ ਟੈਨਸ਼ਨ ਹੋਈ ਕਿਤੇ ਇਹ ਬਿੱਲ ਦੇਖ ਕੇ ਬਜ਼ੁਰਗ ਨੂੰ ਦੁਬਾਰਾ ਨਾ ਅਟੈਕ ਹੋ ਜਾਵੇ, ਕਿਉਂਕਿ ਇੰਨਾ ਬਿੱਲ ਦੇਖ ਲਿਆ, ਕਿਤੇ ਦੁਬਾਰਾ ਨਾ ਕੁਝ ਹੋ ਜਾਵੇ। ਇਸ ਲਈ ਡਾਕਟਰ ਸਾਹਿਬ ਨੇ ਬਜ਼ੁਰਗ ਨੂੰ ਕਿਹਾ, ਬਜ਼ੁਰਗੋ ਫਿਕਰ ਨਾ ਕਰੋ, ਜੇ ਜ਼ਿਆਦਾ ਲੱਗਦਾ ਆ 8 ਲੱਖ ਜਾਂ 8.5 ਲੱਖ ਜਿੰਨਾ ਵੀ ਬਿੱਲ ਹੈ, ਜ਼ਿਆਦਾ ਲੱਗਦਾ ਤਾਂ ਮੈਂ ਆਪਣੀ ਜਿੰਨੀ ਕਿ ਮੇਰੀ ਪਹੁੰਚ ਹੈ ਨਾ ਉਹਦੇ ਮੁਤਾਬਿਕ ਮੈਂ ਇਹਨੂੰ ਢਾਣ ਦੀ ਕੋਸ਼ਿਸ਼ ਕਰੂੰਗਾ। ਤੁਸੀਂ ਟੈਨਸ਼ਨ ਨਹੀਂ ਲੈਣੀ ਕੋਈ ਵੀ, ਬਸ ਤੁਸੀਂ ਰੋਣਾ ਨਹੀਂ ਹੈ, ਫਿਕਰ ਨਹੀਂ ਕਰਨੀ। ਤਾਂ ਜਦੋਂ ਇੰਨੀ ਗੱਲ ਡਾਕਟਰ ਨੇ ਕਹੀ ਤਾਂ ਬਜ਼ੁਰਗ ਨੇ ਬਿੱਲ ਦੇਖ ਕੇ ਡਾਕਟਰ ਸਾਹਿਬ ਵੱਲ ਦੇਖਿਆ, ਕਹਿੰਦੇ ਡਾਕਟਰ ਸਾਹਿਬ ਮੈਂ ਬਿੱਲ ਦੇਖ ਕੇ ਨਹੀਂ ਰੋ ਰਿਹਾ, ਬਿੱਲ 8.5 ਲੱਖ ਹੈ, ਜੇ 10 ਲੱਖ ਵੀ ਹੁੰਦਾ ਤਾਂ ਵੀ ਮੈਂ ਦੇ ਦੇਣਾ ਸੀ, ਕਿਉਂਕਿ ਮੇਰੇ ਰੱਬ ਦਾ ਦਿੱਤਾ ਬਹੁਤ ਕੁਛ ਹੈ, ਮੈਂ ਇਸ ਲਈ ਨਹੀਂ ਰੋ ਰਿਹਾ ਬਿੱਲ ਦੇਖ ਕੇ। ਤਾਂ ਡਾਕਟਰ ਨੇ ਕਿਹਾ ਵੀ ਤੁਸੀਂ ਰੋ ਕਿਉਂ ਰਹੇ ਹੋ? ਉਹ ਕਹਿੰਦੇ ਜੀ ਮੈਂ ਰੋ ਇਸ ਲਈ ਰਿਹਾ ਕਿ ਤੁਸੀਂ ਮੇਰੇ ਦਿਲ ਨੂੰ 3 ਘੰਟੇ ਸੰਭਾਲੇ, ਔਰ ਮੈਨੂੰ ਕੁਝ ਦਿਨ ਉੱਤੇ ਹਸਪੀਟਲ 'ਚ ਰੱਖਿਆ, ਤਾਂ 8.5 ਲੱਖ ਬਿੱਲ ਭੇਜਤਾ, ਤਾਂ ਮੈਂ ਉਹ ਮਾਲਕ ਨੂੰ ਯਾਦ ਕਰਕੇ ਰੋ ਰਿਹਾ ਕਿ ਕਦੀ ਉਹਦਾ ਸ਼ੁਕਰ ਨਹੀਂ ਕੀਤਾ ਜਿਹਨੇ 70 ਸਾਲ ਮੇਰੇ ਦਿਲ ਨੂੰ ਸੰਭਾਲਿਆ, ਤਾਂ ਕਦੀ ਉਹਨੂੰ ਮੈਂ ਧੰਨਵਾਦ ਵੀ ਨਹੀਂ ਦਿੱਤਾ, ਔਰ ਕਦੀ 1 ਰੁਪਏ ਦਾ ਬਿੱਲ ਹੀ ਭੇਜਿਆ ਉਹਨਾਂ ਮੇਰਾ। ਜਰਾ ਸੋਚੋ, ਇਸ ਲਈ ਤੁਹਾਡੇ ਦਿਲ ਨੂੰ ਕੌਣ ਸੰਭਾਲ ਰਿਹਾ ਹੈ? ਜਵਾਬ ਦੇਣਾ ਤੁਸੀਂ। ਜਦੋਂ ਤੁਸੀਂ ਗਹਿਰੀ ਨੀਂਦ 'ਚ ਚਲੇ ਜਾਂਦੇ ਹੋ, ਉਦੋਂ ਤੁਹਾਡੇ ਦਿਲ ਨੂੰ ਕੌਣ ਸੰਭਾਲਦਾ? ਤੁਹਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਅੰਦਰ ਸਾਹ ਚੱਲ ਰਿਹਾ, ਧੜਕਣ ਚੱਲ ਰਹੀ ਹੈ, ਤੁਹਾਡੇ ਬਲੱਡ ਪ੍ਰੈਸ਼ਰ ਜੋ ਵੀ ਹੈ ਨਾ, ਇਹ ਪੂਰੀ ਬਾਡੀ ਆਪਣਾ ਕੰਮ ਕਰ ਰਹੀ ਹੈ। ਉਹਦੀ ਕਿਹੜੀ ਤਾਕਤ ਹੈ ਜਿਹੜੀ ਉਸ ਵੇਲੇ ਕਰ ਰਹੀ ਹੈ? ਸੋਚੋ ਜ਼ਰਾ। ਅਸੀਂ ਕਹਿੰਦੇ ਡਾਕਟਰ ਨੇ ਆਪਰੇਸ਼ਨ ਕੀਤਾ, 3 ਘੰਟੇ ਲਾਏ, ਸਾਡੇ ਦਿਲ ਨੂੰ ਇਦਾਂ ਰੱਖਿਆ, ਉਹਦੀ ਜੋ ਵੀ ਸਫਾਈ ਕਰਨੀ ਕਰਕੇ, ਜੋ ਸਟੰਟ ਪਾਣਾ ਸੀ ਪਾ ਕੇ ਉਹ ਕੀਤਾ। ਇਹ ਕਹਿੰਦੇ ਠੀਕ ਹੈ, ਉਹਨਾਂ ਦੀ ਮਿਹਨਤ ਹੈ, ਪਰ ਉਹਦੇ ਨਾਲ ਨਾਲ ਅਸੀਂ ਉਹਦਾ ਵੀ ਸ਼ੁਕਰ ਕਰਨਾ ਜਿਹੜਾ ਇੰਨੇ ਸਾਲਾਂ ਤੋਂ
ਸਾਨੂੰ ਸੰਭਾਲ ਰਿਹਾ ਹੈ। ਹੁਣ ਇਸ ਲਈ ਤੁਸੀਂ ਸਤਸੰਗ ਸੁਣ ਰਹੇ ਹੋ, ਤੁਹਾਡਾ ਦਿਲ ਵੱਲ ਧਿਆਨ ਵੀ ਨਹੀਂ ਹੈ, ਪਰ ਹੈ ਨਾ ਕੋਈ ਤਾਕਤ ਜਿਹੜੀ ਉਹਨੂੰ ਸੰਭਾਲ ਰਹੀ ਹੈ, ਕਿਉਂਕਿ ਜਦ ਤੱਕ ਕੋਈ ਸੰਭਾਲਣ ਵਾਲਾ ਨਾ ਹੋਵੇ ਉਹ ਚੀਜ਼ ਚੱਲਦੀ ਨਹੀਂ ਕਦੇ ਵੀ। ਸਮਝਦੇ ਹੋ ਕਿ ਨਹੀਂ? ਹੁਣ ਜੇ ਬੰਦਾ ਨਾ ਪੱਖਾ ਚਲਾਉਣਾ ਹੈ ਤਾਂ ਪੱਖਾ ਆਪਣੇ ਆਪ ਨਹੀਂ ਚੱਲੇਗਾ, ਕੋਈ ਬਟਨ ਦਬਾਉਣ ਵਾਲਾ, ਕੋਈ ਚਲਾਉਣ ਵਾਲਾ, ਕੋਈ ਤਾਕਤ ਚਾਹੀਦੀ ਹੈ ਜਿਹੜੀ ਇਹਨੂੰ ਚਲਾਉਣ ਵਾਲੀ ਹੋਵੇ, ਕਿਉਂਕਿ ਆਪਣੇ ਆਪ ਕੁਝ ਚੱਲਦਾ ਨਹੀਂ ਹੈ। ਇਸ ਲਈ ਜੇ ਕੁਦਰਤ ਦਾ ਨਿਯਮ, ਇਹ ਨਿਜ਼ਾਮ ਚੱਲ ਰਿਹਾ ਹੈ, ਇਹ ਕੁਦਰਤ ਚੱਲ ਰਹੀ ਹੈ, ਤਾਂ ਇਹਦਾ ਮਤਲਬ ਕੋਈ ਤਾਕਤ ਹੈ ਜਿਹੜੀ ਹਰ ਚੀਜ਼ ਨੂੰ ਚਲਾ ਰਹੀ ਹੈ, ਕੋਈ ਤਾਕਤ ਹੈ ਜਿਹੜੀ ਸਾਨੂੰ ਪੈਦਾ ਕਰ ਰਹੀ ਹੈ, ਸਾਨੂੰ ਸੰਭਾਲ ਰਹੀ ਹੈ। ਬਸ ਸਾਨੂੰ ਤਾਂ ਇੰਨਾ ਹੀ ਕਰਨਾ ਪੈਣਾ ਹੈ ਕਿ ਉਹ ਤਾਕਤ ਤੇ ਵਿਸ਼ਵਾਸ ਕਰਨਾ ਸ਼ੁਰੂ ਕਰੀਏ ਕਿ ਉਹ ਤਾਕਤ ਕਿੱਥੇ ਬੈਠੀ ਹੈ, ਮੇਰੇ ਅੰਦਰ। ਅੱਜ ਬੜੀ ਹੈਰਾਨੀ ਸਾਨੂੰ ਉਦੋਂ ਹੁੰਦੀ ਹੈ ਕਿ ਜਦੋਂ ਇਨਸਾਨ ਇੱਥੋਂ ਲੱਖਾਂ ਮੀਲ ਦੂਰ ਗ੍ਰਹਿਾਂ ਤੇ ਤਾਂ ਇਨਸਾਨ ਵਿਸ਼ਵਾਸ ਕਰ ਲੈਂਦਾ ਕਿ ਉਹ ਗ੍ਰਹਿ ਇਦਾਂ, ਉਹ ਗ੍ਰਹਿ ਇਦਾਂ, ਤਾਂ ਆਪਣੇ ਅੰਦਰ ਬੈਠੀ ਸਭ ਤੋਂ ਬੜੀ ਤਾਕਤ, ਉਹ ਪਰਮ ਪਿਤਾ ਪਰਮਾਤਮਾ, ਉਹਦੇ ਬੰਦਾ ਯਕੀਨ ਹੀ ਨਹੀਂ ਕਰਦਾ। ਇਹ ਲਈ ਯਕੀਨ ਕਰਨਾ ਹੈ ਤਾਂ ਆਪਣੇ ਅੰਦਰ ਬੈਠੀ ਉਹ ਸ਼ਕਤੀ ਤੇ ਕਰੀਏ ਜੋ ਸਾਨੂੰ ਬਣਾਉਣ ਵਾਲੀ ਹੈ, ਸਾਨੂੰ ਚਲਾਉਣ ਵਾਲੀ ਹੈ, ਜੋ ਵਿਗੜਿਆਂ ਨੂੰ ਠੀਕ ਕਰਨ ਵਾਲੀ ਹੈ। ਜਦੋਂ ਅਸੀਂ ਉਹਦੇ ਨਾਲ ਵਿਸ਼ਵਾਸ ਨਾਲ ਜੁੜ ਜਾਂਦੇ ਆ ਨਾ, ਤਾਂ ਫਿਰ ਕਵਾਂਗੇ। ਅੱਜ ਸਾਇੰਸ ਵੀ ਇਹ ਚੀਜ਼ ਨੂੰ ਮੰਨਦੀ ਹੈ ਕਿ ਅਗਰ ਸਾਡਾ ਵਿਸ਼ਵਾਸ, ਸਾਡੇ ਅੰਦਰ ਪੋਜ਼ਿਟਿਵਿਟੀ ਹੋਵੇ ਨਾ, ਸਾਡਾ ਵਿਸ਼ਵਾਸ ਹੋਵੇ, ਤਾਂ ਬਿਮਾਰੀਆਂ ਦਾ ਅਸਰ ਵੀ ਸਾਡੇ ਤੇ ਘੱਟ ਹੁੰਦਾ ਹੈ। ਕਿਉਂਕਿ ਸ਼ੰਕਾਲੂ ਇਨਸਾਨ, ਡਰਨ ਵਾਲੇ ਇਨਸਾਨ ਤੇ ਚਿੰਤਾ ਕਰਨ ਵਾਲੇ ਇਨਸਾਨ ਤੇ ਬਿਮਾਰੀਆਂ ਵੀ ਜਲਦੀ ਹਾਵੀ ਹੋ ਜਾਂਦੀਆਂ ਹੈ। ਤਾਂ ਹੀ ਤਾਂ ਕਹਾਵਤ ਤੁਸੀਂ ਦੇਖਿਓ ਕਿੰਨੀ ਜਲਦੀ ਫੜਨੀ ਹੈ ਕਿ ਜੋ ਡਰ ਗਿਆ ਸਮਝੋ। ਸਮਝਦੇ ਹੋ ਕਿ ਨਹੀਂ? ਵੈਸੇ ਇੱਕ ਕਹਾਣੀ ਦੱਸੀ ਦੀ ਇੱਥੇ ਵੀ ਦੱਸਣਾ ਚਾਹਾਂਗੇ ਕਿ ਇੱਕ ਨਾ ਕਿਸਾਨ ਹੁੰਦਾ ਸੀ, ਉਹਨੇ ਰੋਜ਼ ਖੇਤ 'ਚ ਕੰਮ ਕਰਕੇ ਸ਼ਾਮ ਨੂੰ ਕਦੀ ਸੂਰਜ ਡੁੱਬ ਜਾਣਾ, ਕਦੀ ਸ਼ਾਮ ਨੂੰ ਸੂਰਜ ਡੁੱਬਣ ਲੱਗੇ ਘਰ ਨੂੰ ਜਾਣਾ। ਤਾਂ ਉਹਦੇ ਰਸਤੇ 'ਚ ਹੀ ਇੱਕ ਪਗਡੰਡੀ ਹੁੰਦੀ ਸੀ ਜਿੱਥੋਂ ਦੀ ਲੰਘ ਕੇ ਉਹ ਆਪਣੇ ਖੇਤ ਨੂੰ ਜਾਂਦਾ ਸੀ। ਉਹ ਰਸਤੇ 'ਚ ਜਦੋਂ ਕਿਸਾਨ ਨੂੰ ਕੁਝ ਸਮਾਂ ਹੋ ਗਿਆ ਜਾਂਦੇ ਨੂੰ, ਤਾਂ ਰਸਤੇ 'ਚ ਨਾ ਚੂਹਿਆਂ ਨੇ ਔਰ ਕੁਝ ਸੱਪਾਂ ਨੇ ਆਪਣੀ ਬਿੱਲ ਬਣਾ ਲਈ ਉੱਥੇ, ਕਿਉਂਕਿ ਜਿੱਥੇ ਚੂਹੇ ਹੁੰਦੇ ਆ ਜੰਗਲ 'ਚ, ਉੱਥੇ ਸੱਪ ਵੀ ਚੂਹਿਆਂ ਦਾ ਸ਼ਿਕਾਰ ਕਰਨ ਵਾਸਤੇ ਆ ਜਾਂਦੇ ਆ। ਹੁਣ ਕਹਿੰਦੇ ਕਿ ਇੱਕ ਦਿਨ ਕਿਸਾਨ ਉੱਥੋਂ ਦੀ ਜਾ ਰਿਹਾ ਹੈ, ਪਗਡੰਡੀ 'ਚ ਸ਼ਾਮ ਹੋ ਚੁੱਕੀ ਹੈ, ਸੂਰਜ ਡੁੱਬਿਆ ਹੈ, ਹਨੇਰਾ ਹੋਣ ਵਾਲਾ ਹੀ ਹੈ, ਹਾਲੇ ਥੋੜਾ ਥੋੜਾ ਚਾਨਣਾ ਹੈ ਕਿ ਕਿਸਾਨ ਜਾ ਰਿਹਾ ਹੈ ਕਿ ਰਸਤੇ 'ਚ ਇੱਕ ਸੱਪ ਬੈਠਾ ਸੀ ਜਿਹੜਾ ਨਾ ਚੂਹੇ ਨੂੰ ਖਾਣ ਦੀ ਤਾਂਗ ਵਿੱਚ ਸੀ, ਤਾਕ ਵਿੱਚ ਸੀ, ਹੁੰਦਾ ਨਾ ਤਾਕ, ਸਮਝਦੇ ਹੋ ਨਾ? ਉਹ ਬੈਠਾ ਸੀ ਕਿ ਮੌਕਾ ਲੱਭ ਰਿਹਾ ਕਦੋਂ ਚੂਹੇ ਨੂੰ ਪਕੜ ਲਵਾਂ। ਤਾਂ ਉੱਥੇ ਜਿੱਥੇ ਸੱਪ ਬੈਠਾ ਸੀ ਉਹਦੀ ਥੋੜੀ ਜਿਹੀ ਪੂਛ ਰਸਤੇ ਦੇ ਬਾਹਰ ਸੀ। ਕਿਸਾਨ ਨੇ ਹਨੇਰੇ 'ਚ ਦੇਖਿਆ ਨਹੀਂ, ਪੂਛ ਤੇ ਪੈਰ ਰੱਖ ਹੋ ਗਿਆ। ਜਿੱਦਾਂ ਹੀ ਪੂਛ ਤੇ ਪੈਰ ਰੱਖਿਆ, ਸੱਪ ਨੇ ਡੰਗ ਮਾਰਿਆ। ਜਦੋਂ ਡੰਗ ਮਾਰਿਆ, ਕਿਸਾਨ ਨੇ ਦੇਖਿਆ ਲੜਿਆ ਕੀ ਮੇਰੇ। ਜਦ ਨੂੰ ਨਾ ਇੱਕ ਚੂਹਾ ਜਿਹਨੂੰ ਖਾਣ ਵਾਸਤੇ ਸੱਪ ਬੈਠਾ ਸੀ, ਉਹ ਚੂਹਾ ਨਿਕਲ ਕੇ ਦੌੜ ਪਿਆ ਅੱਗੇ ਨੂੰ। ਕਿਸਾਨ ਕਹਿੰਦਾ ਅੱਛਾ ਚੂਹਾ ਸੀ। ਨਜ਼ਰ ਕੀ ਆਇਆ ਉਹਨੂੰ? ਚੂਹਾ। ਉਹ ਕਹਿੰਦਾ ਅੱਛਾ ਚੂਹਾ ਸੀ, ਔਰ ਅੱਜ ਤੱਕ ਸੁਣਿਆ ਨਹੀਂ ਕਿ ਚੂਹੇ ਨਾਲ ਕੋਈ ਮਰਿਆ ਹੋਵੇ। ਇਸ ਲਈ ਅੰਦਰ ਕੋਈ ਡਰ ਨਹੀਂ, ਅੰਦਰ ਕੋਈ ਚਿੰਤਾ ਹੀ ਨਹੀਂ, ਅੰਦਰ ਕੋਈ ਫਿਕਰ ਹੀ ਨਹੀਂ। ਕਿਸਾਨ ਆਰਾਮ ਨਾਲ ਚਲਾ ਗਿਆ। ਮਾੜਾ ਮੋਟਾ ਮਲਿਆ, ਖੂਨ ਜਿਹਾ ਨਿਕਲਿਆ, ਚੂਹੇ ਨਾਲ ਦੰਦੀ ਵੱਡੀ ਕੀ ਹੋਣਾ ਹੈ, ਚਲੋ ਸਾਫ਼ ਕੀਤਾ ਉਹਨਾਂ ਖੂਨ, ਅੱਗੇ ਚਲਾ ਗਿਆ। 10-12 ਦਿਨ ਗੁਜ਼ਰ ਗਏ, ਕੁਛ ਨਹੀਂ ਹੋਇਆ। ਕਿਸਾਨ ਚੰਗਾ ਭਲਾ। ਹੁਣ ਗੌਰ ਕਰਨ ਵਾਲੀ ਗੱਲ ਹੈ ਕਿ ਫਿਰ ਇੱਕ ਦਿਨ ਕਿਸਾਨ ਸ਼ਾਮ ਨੂੰ ਜਾ ਰਿਹਾ ਹੈ, ਔਰ ਹੁਣ ਕੀ ਘਟਨਾ ਹੋਈ ਕਿ ਫਿਰ ਸੱਪ ਬੈਠਾ ਚੂਹੇ ਨੂੰ ਖਾਣ ਵਾਸਤੇ, ਇੰਤਜ਼ਾਰ ਕਰ ਰਿਹਾ ਕਦੋਂ ਮੌਕਾ ਮਿਲੇ ਚੂਹੇ ਨੂੰ ਝਪਟ ਲਵਾਂ। ਕਿ ਅਚਾਨਕ ਜਦੋਂ ਕਿਸਾਨ ਗਿਆ ਤਾਂ ਕਹਿੰਦੇ ਚੂਹੇ ਤੇ ਪੈਰ ਰੱਖਿਆ, ਚੂਹੇ ਨੇ ਦੰਦੀ ਵੜਤੀ। ਜਦੋਂ ਚੂਹੇ ਨੇ ਦੰਦੀ ਵੱਢੀ ਤਾਂ ਉਸ ਵੇਲੇ ਸਾਹਮਣੇ ਕੌਣ ਆ ਗਿਆ? ਸੱਪ। ਜਦੋਂ ਸੱਪ ਨੂੰ ਦੇਖਿਆ ਤਾਂ ਕਿਸਾਨ ਹੈ ਸੱਪ ਲੜ ਗਿਆ, ਨਾਲ ਹੀ ਗਿਰ ਗਿਆ, ਉੱਥੇ ਗਿਰ ਕੇ ਮਰ ਗਿਆ। ਹੁਣ ਜਰਾ ਗੌਰ ਕਰਨ ਵਾਲੀ ਗੱਲ ਹੈ। ਹੁਣ ਜਵਾਬ ਤੁਸੀਂ ਦੇਣਾ, ਕਹਾਣੀ ਸੁਣ ਲਈ ਨਾ, ਜਵਾਬ ਤੁਸੀਂ ਦੇਣਾ ਕਿ ਕਿਸਾਨ ਦੀ ਜਾਨ ਕਿਹਨੇ ਲਈ? ਸੱਪ ਨੇ ਲਈ? ਸੱਪ ਦੇ ਜ਼ਹਿਰ ਨੇ ਲਈ? ਜੇ ਸੱਪ ਦੇ ਜ਼ਹਿਰ ਨੇ ਜਾਨ ਲੜੀ ਹੁੰਦੀ ਤਾਂ 12 ਦਿਨ ਪਹਿਲੇ ਲੈ ਲੈਣੀ ਸੀ, ਜਦੋਂ ਸੱਚਮੁੱਚ ਸੱਪ ਲੜਿਆ ਸੀ। ਸੋ ਸੱਪ ਦੇ ਜ਼ਹਿਰ ਨੇ ਜਾਨ ਨਹੀਂ ਲਈ, ਫਿਰ ਜਾਨ ਕਿਹਨੇ ਲਈ? ਅੱਜ ਚੂਹਾ ਲੜਿਆ, ਹਾਲਾਂਕਿ ਚੂਹੇ ਨਾਲ ਕੋਈ ਮਰਦਾ ਨਹੀਂ ਹੈ। ਚੂਹੇ ਦੇ ਡੰਗ ਮਾਰਨ ਨਾਲ, ਲੜਨ ਨਾਲ ਕੋਈ ਮਰਦਾ ਨਹੀਂ ਹੈ। ਮਾੜੀ ਮੋਟੀ ਬਿਮਾਰੀ ਹੋਣ ਦੇ ਚਾਂਸ ਹੁੰਦੇ ਹੈ, ਪਰ ਸੁਣਿਆ ਨਹੀਂ ਕਿ ਕੋਈ ਮਰਦਾ ਹੈ। ਮੇਰਾ ਗੌਰ ਕਰਨ ਵਾਲੀ ਗੱਲ ਹੈ। ਹੁਣ ਜਦੋਂ ਸੱਪ ਲੜਿਆ ਸੀ, ਉਹਨੂੰ ਚੂਹਾ ਨਜ਼ਰ ਆਇਆ, ਉਹ ਕਹਿੰਦਾ ਹੈ ਹੀ ਕੁਛ ਨਹੀਂ, ਚੂਹਾ ਹੀ ਹੈ। ਉਹ 15 ਦਿਨ 12 ਦਿਨ ਜੀਂਦਾ ਰਿਹਾ, ਕੋਈ ਟੈਨਸ਼ਨ ਨਹੀਂ, ਕੋਈ ਫਿਕਰ ਨਹੀਂ, ਕੁਛ ਨਹੀਂ ਹੋਇਆ। ਪਰ ਅੱਜ ਚੂਹਾ ਲੜਿਆ, ਪਰ ਨਜ਼ਰ ਪੈ ਗਈ ਸੱਪ ਤੇ ਕਿ ਸੱਪ ਹੈ। ਅੰਦਰ ਕੀ ਸੋਚ ਲਿਆ? ਸੱਪ ਨੇ ਡੰਗ ਮਾਰਿਆ ਹੈ, ਤਾਂ ਨਾਲ ਹੀ ਉੱਥੇ ਗਿਰ ਕੇ ਮਰ ਗਿਆ। ਹੁਣ ਇਥੋਂ ਪਤਾ ਕੀ ਲੱਗਦਾ ਹੈ ਕਿ ਜਾਨ ਉਹਦੀ ਨਾ ਚੂਹੇ ਨੇ ਲਈ, ਨਾ ਸੱਪ ਦੇ ਜ਼ਹਿਰ ਨੇ। ਜਾਨ ਉਹਦੀ ਲਈ ਉਹਦੇ ਅੰਦਰਲੇ ਡਰ ਨੇ। ਤਾਂ ਹੀ ਕਹਾਵਤ ਹੈ, ਜੋ ਡਰ ਗਿਆ ਸਮਝੋ ਮਰ ਗਿਆ। ਸਮਝਦੇ ਹੋ ਕਿ ਨਹੀਂ? ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦੇ, ਤੁਸੀਂ ਡਰਨਾ ਚਾਹੁੰਦੇ ਹੋ ਜਾਂ ਮਰਨਾ ਚਾਹੁੰਦੇ ਹੋ, ਜਾਂ ਤੁਸੀਂ ਜੀਣਾ ਚਾਹੁੰਦੇ ਹੋ? ਹੁਣ ਜ਼ਰਾ ਗੌਰ ਕਰਨਾ
ਕਿਉਂਕਿ ਜਦੋਂ ਇਹ ਡਰਨਾ ਪਸੰਦ ਕਰਦੇ ਨਾ, ਅਸੀਂ ਸਾਨੂੰ ਡਰ ਨੂੰ ਨਹੀਂ ਚੁਣ ਰਹੇ, ਅਸੀਂ ਆਪਣੀ ਮ੍ਰਿਤਿੂ ਨੂੰ ਨੇੜੇ ਲਿਆ ਰਹੇ ਹਾਂ। ਤਾਂ ਜਦੋਂ ਅਸੀਂ ਵਿਸ਼ਵਾਸ ਨੂੰ ਚੁਣਦੇ ਹਾਂ, ਪੋਜ਼ਿਟਿਵਿਟੀ ਚੁਣਦੇ ਹਾਂ, ਤੇ ਅਸੀਂ ਆਪਣੀ ਆਪਣੇ ਤੋਂ ਦੂਰ ਕਰ ਰਹੇ ਹਾਂ। ਸੋ ਇਸ ਨੂੰ ਕੀ ਪਤਾ ਲੱਗਦਾ ਹੈ, ਇਹ ਸਭ ਵੀ ਲੜਿਆ, ਉਹਨੇ ਪਰਵਾਹ ਹੀ ਨਹੀਂ ਕੀਤੀ ਕਿ ਹੈ ਹੀ ਕੁਝ ਨਹੀਂ, ਤਾਂ ਉਹਦਾ ਵੀ ਅਸਰ ਨਹੀਂ ਹੋਇਆ। ਚੂਹਾ ਲੜਿਆ, ਨਜ਼ਰ ਸੱਪ ਆਇਆ, ਤਾਂ ਸੱਪ ਦਾ ਖੌਫ ਇੰਨਾ ਸੀ ਕਿ ਉਹਦੇ ਖੌਫ ਨਹੀਂ ਉਹਦੀ ਜਾਨ ਲੈ ਲਈ। ਇਹਨੂੰ ਇਦਾਂ ਸਮਝੋ ਕਿ ਅਸੀਂ ਡਰ ਨੂੰ ਕਦੀ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ। ਅਗਰ ਸਾਡੇ ਜੀਵਨ ਕੋਈ ਮੁਸੀਬਤ ਆਵੇ, ਕੋਈ ਮੁਸ਼ਕਿਲ ਆਵੇ, ਕੋਈ ਬਿਮਾਰੀ ਆਵੇ, ਕੋਈ ਤਕਲੀਫ ਆਵੇ, ਕੋਈ ਦੁੱਖ ਵੀ ਆਵੇ, ਤੇ ਅਸੀਂ ਕਹਾਂਗੇ ਕਿ ਇੰਨਾ ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ ਕਿ ਦੁੱਖ ਹੈ, ਪਰੇਸ਼ਾਨੀ ਮੇਰਾ ਕੁਝ ਨਹੀਂ ਵਿਗਾੜ ਸਕਦੀ, ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਨਾਲ ਹੈ। ਦੇਖੋ ਤੁਹਾਨੂੰ ਇੰਨੀ ਪੋਜ਼ਿਟਿਵਿਟੀ ਮਿਲੇਗੀ, ਇੰਨੀ ਸ਼ਕਤੀ ਮਿਲੇਗੀ ਕਿ ਤੁਸੀਂ ਬੜੇ ਤੋਂ ਬੜੇ ਦੁੱਖ ਦਾ ਸਾਹਮਣਾ ਕਰਨ ਲਈ ਵੀ ਤਿਆਰ ਹੋ ਜਾਓਗੇ। ਕਿਉਂਕਿ ਜਦੋਂ ਇਨਸਾਨ ਅੰਦਰ ਹਿੰਮਤ ਹੋਵੇ ਨਾ, ਐਸੀ ਇੱਕ ਗੱਲ ਕਹੀਦੀ ਹੈ ਕਿ ਕੋਈ ਵੀ ਜੰਗ ਤਾਕਤ ਨਾਲ ਜਾਂ ਹਥਿਆਰਾਂ ਨਾਲ ਘੱਟ, ਹਿੰਮਤ ਹੌਸਲੇ ਨਾਲ ਜ਼ਿਆਦਾ ਜਿੱਤੀ ਜਾਂਦੀ ਹੈ। ਜੇ ਬੰਦੇ ਅੰਦਰ ਹਿੰਮਤ ਹੀ ਨਾ ਹੋਵੇ, ਹੌਸਲੇ ਨਾ ਹੋਵੇ, ਤੁਸੀਂ ਜਿੰਨਾ ਮਰਜ਼ੀ ਬੜਾ ਹਥਿਆਰ ਉਹਨੂੰ ਫੜਾ ਦਿਓ, ਰਿਵਾਲਵਰ ਦੇ ਦਿਓ, ਬੰਦੂਕ ਦੇ ਦਿਓ, AK-47 ਦੇ ਦਿਓ, ਪਰ ਜੇ ਅੰਦਰ ਹੌਸਲਾ ਹੀ ਨਹੀਂ ਹੈ, ਹਿੰਮਤ ਨਹੀਂ ਹੈ, ਉਹਨਾਂ ਦੁਸ਼ਮਣਾਂ ਨੂੰ ਦੇਖ ਕੇ ਛੱਡ ਕੇ ਦੌੜ ਜਾਣਾ। ਤਾਂ ਜਿਹਦੇ ਅੰਦਰ ਹਿੰਮਤ ਹੈ, ਹੌਸਲਾ ਹੈ ਨਾ, ਉਹਦੇ ਹੱਥ 'ਚ ਇੱਕ ਲੱਕੜ ਵੀ ਫੜਾ ਦਿਓ, ਡੰਡਾ ਵੀ ਫੜਾ ਦਿਓ, ਉਹਦੇ ਨਾਲ ਹੀ ਮਾਰਨ ਨਿਕਲੇਗਾ ਅਗਲੇ ਨੂੰ ਕਿ ਲੈ ਵੀ ਜਦ ਤੱਕ ਮੇਰੇ 'ਚ ਜਾਨ ਹੈ ਮੈਂ ਹਾਰ ਨਹੀਂ ਮੰਨਣੀ। ਔਰ ਉਹ ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਅੰਦਰ ਇੱਕ ਵਿਸ਼ਵਾਸ ਪੈਦਾ ਕਰੀਏ, ਆਪਣੇ ਅੰਦਰ ਹੌਸਲਾ ਪੈਦਾ ਕਰੀਏ, ਯਕੀਨ ਪੈਦਾ ਕਰੀਏ ਕਿ ਕਿਸੇ ਵੀ ਮੁਸ਼ਕਿਲ ਤੋਂ, ਕਿਸੇ ਵੀ ਪਰੇਸ਼ਾਨੀ ਤੋਂ, ਕਿਸੇ ਵੀ ਤਕਲੀਫ ਤੋਂ ਨਹੀਂ ਮੈਂ ਡਰਨਾ, ਕਿਉਂਕਿ ਮੇਰੇ ਅੰਦਰ ਉਹ ਮੇਰੇ ਮਾਲਿਕ ਦੀ ਸ਼ਕਤੀ अपना काम कर रही है, वो मेरी संभाल कर रही है। अगर मेरे जीवन में कोई परेशानी, कोई तकलीफ, दुख आया भी तो दूर भी वो जरूर करेगा। समझे ना जरा सारे ये गल सिर्फ मजाक करने वाली नहीं है। कोई ये ना सोचो जिदा बंदा कहे कि तुहाडा दिल बहलाण, ये सच्चाई है, क्योंकि मालिक दी रहमत ने नाल, सच्चे विश्वास दे नाल असंभव नूं भी संभव हुंदे देखिया है, नामुमकिन नूं मुमकिन हुंदे देखिया है। ये गल हमेशा याद रखना। अहीं कहा जाता कि जदों गल उहदियां रहमतां दी आंदी ना, उहदियां बख्शिशां दी आंदी है, तो फिर जिद्दां इत्थे चनक्किया दी गल असीं कर रहे सी कि चनक्किया ने कहा जहां प्यार नहीं वहां जाना मत, कि जिथे प्रेम ना होवे, तेरा आदर ना होवे, उत्थे जाना नहीं चाहिए, क्योंकि जान दा मजा, जान दा स्वाद उत्थे ही आंदा जिथे अगे कोई प्यार ना बुला लावे, कोई इज्जत ना बिठा लावे। समझदे हो कि नहीं? इसलिए कहंदे जिथे तैनूं प्यार मिले, इज्जत मिले, उत्थे जरूर जाइए। और एक बड़ी प्यारी कहावत भी है कि जे रिश्तेदारां दे रोज जाइए तो इज्जत घट जाती है, पर जे सतगुर दे कोल रोज जाइए इज्जत वध जाती है। जे गुरु घर च रोज जाइए, सतसंग च रोज जाइए तो इज्जत वध जाती है, क्योंकि फिर दुनिया दी नज़रां 'च बंदा सतसंगी गिणिया जाता है, तो रब दी नज़रां 'च बंदा सतसंगी हो जाता कि मेरा प्यारा है, मेरे प्यारे दी सोच करता है। ये गल याद रखना हमेशा। और वैसे भी अच्छियां दी संगत करन दा बड़ा प्यारा फल मिलता है बंदे नूं। तां ही ते एक शब्द अंदर बड़ा प्यारा दस्सिया है कि घर में निकले तो लाठी, घर में निकले तो लाठी, शिवलिंग पर हो तो दूध पिलाता है। हुण एक इहदी गल हो रही है, घर में निकले तो लाठी, शिवलिंग पर हो तो दूध पिलाता है। यही अच्छी संगत का फल है, जिससे बुरा भी अच्छा हो जाता है। कहते अच्छियां दी संगत का फल ही यह है। एक सप घर च आ जाए तो लोग डंडा लेके दौड़ते हैं, उही सप किते मंदिर च दिख जाए, वो लै भी भगवान का रूप पिलाओ दुध नूं। की गल इत्थे ही भगवान है, उत्थे भगवान है नहीं, घर दे विच शैतान नजर आता है, पर हुण क्योंकि भगवान का संग मिल गया, शिवलिंग का संग मिल गया, शिव जी का संग मिल गया, तो सप भी भगवान का रूप नजर आता है। भाई दुध पिलाओ, भगवान का रूप है। तो की गल जदों घर भगवान आया सी, क्यों डरदा सी? हुण जरा गौर करो, फर्क है, फर्क है। फर्क की है? वो घर है, और घर च बंदे नूं पता ही किन्ने पाप करते हैं, और ये मंदिर है जिथे भगवान का वास है। भगवान दे कोल आके तो बुरा भी अच्छा हो जाता है, बुरे नूं भी इज्जत मिलती है। इसलिए यही तो गल है कि अच्छियां दी सोबत च बैठण दे नाल इंसान दे अंदर जिन्नी मर्जी बुराई होवे, जिन्नियां मर्जी कमियां होण, पर जदों इंसान अच्छियां दी सोबत करदा है तो अच्छे सोबत विच बैठण दा फल इंसान नूं जरूर मिलदा है, इंसान नूं ओहदा लाभ जरूर हुंदा है। इसलिए इत्थे शंकर की गल आई है, शिवलिंग की गल आई, तो दसना चाहांगे कि जो कमजोर था पत्थर, उस पर पड़ी चोट तो वो टूट कर कंकर कंकर हो गया। जो कमजोर था पत्थर, उस पर पड़ी चोट तो वो टूट कर कंकर कंकर हो गया।
और जो था मजबूत उस पर पड़ी चोट तो वो भोले शंकर हो गया। समझते हो कि नहीं? ये बड़ा प्यारा इशारा है कि अगर साडे तो मुसीबत सट्टा मार दिया है ना, साडे ते सामने मुसीबत आंदियां है, तो अपने आप इन्ने कमजोर ना बनाओ कि छोटी जी मुसीबत आवे तो तोड़ के चली जाए। क्योंकि कई देखे है, माड़े जे बुरे हालात आ गए, माड़ी जी कोई प्रॉब्लम आ गई, माड़ी जी कोई इदां दी गल हो गई, या बच्चे पास ना होए, या एक पेपर अच्छा ना होया, या कोई काम एक बार कोशिश की नहीं सफलता मिली, तो बंदा इदां निराश होके उदास होके चिंतित होके बहता लै भी मेरी तो जिंदगी गई। बोलो समझते हो कि नहीं? वो इन्ना अपने आप को कमजोर ना बनाओ, इन्ना अपने आप को कमजोर ना बनाओ कि कोई चीज तुहानू तोड़ के रख देवे, बल्कि अपने आप को इन्ना मजबूत बनाओ कि मुश्किल आवे तुहाडे नाल टकरावे तो तुहानू होर बेहतर बना के जावे, तुहानू होर अच्छा बना के जावे। क्योंकि जब भी कोई मुसीबत आती है ना, तो याद रखो कि जेडे समझदार होंदे कोई गल कहंदी कि मुसीबत सानू तोड़न नहीं सानू सिखाण आंदी है कि तू होर अपने आप को मजबूत बना, तू होर कुछ सिख। क्योंकि जीवन च बहुत कुछ पाण नू है, बहुत अगे जाण नू है। इसलिए असीं तुहानू भी कहांगे कि कोई तकलीफ होवे, कोई दुख होवे, कोई परेशानी होवे, कोई बीमारी होवे तो इन्ने कमजोर ना बनाओ कि हाय आ बीमारी आई तो मैं मर गया। बल्कि ये सोचो कि बीमारी कोई भी आवे मैनू मार नहीं सकती। ठीक है, जो मरना उदों मरना ही है, पर मैं डरना नहीं है। मैं हर मुश्किल का सामना करना है एक विश्वास से कि मेरी रक्षा करने वाला मेरा मालिक मेरे नाल है। फिर तुसीं देखोगे, फिर तुसीं देखोगे की देखोगे तुसीं कि दुख आणगे भी तो चले भी जाणगे। क्योंकि असीं हमेशा एक गल कही दी है कि बाहरले हालात नाल तुसीं कुछ नहीं कर सकते, बाहरले हालात नाल तुसीं कुछ नहीं कर सकते, पर तुसीं अपने आप नाल बहुत कुछ कर सकते हो। अपने आप नूं तुसीं ऐसा बना सकते हो कि बाहरले हालात जिन्ने मर्जी माड़े होण तुहाडे ते उहदा असर ना होवे। अपने आप नूं तुसीं इन्ना स्ट्रोंग, इन्ना मजबूत बना सकते हो कि नहीं? जरा सोच के देखो। अज एक बच्चा कमजोर है, वो अपने आप नूं शक्तिशाली बना सकदा कि नहीं? जिद्दां असीं एक मिसाल दसी दी ना, कहानी दसी दी है, या इत्थे भी थोड़ा जिहा इशारा करना चाहांगे तुहानूं। शायद तुसीं एक फिल्म देखी होवे, कराटे किड दा नाम है फिल्म दा, देखिए किहने किहने देखिए। छोटे ਜਿਹੇ ਬੱਚੇ ਦੀ ਕਹਾਣੀ ਹੈ ਕਿ ਅਮਰੀਕਾ ਤੋਂ ਉਹਦੀ ਮੰਮੀ ਦੀ ਨਾ ਜੌਬ ਕਿਤੇ ਸ਼ਾਇਦ ਚਾਈਨਾ ਵਿੱਚ ਉਹਦੀ ਟ੍ਰਾਂਸਫਰ ਹੋ ਜਾਂਦੀ ਹੈ। ਉਹ ਚਾਈਨਾ ਜਾਂਦੀ ਹੈ ਤਾਂ ਚਾਈਨਾ ਜਦੋਂ ਬੱਚਾ ਛੋਟਾ ਜਿਹਾ ਬੱਚਾ ਹੈ, ਜਦੋਂ ਸਕੂਲ ਜਾਂਦਾ ਤਾਂ ਸਕੂਲ ਦੇ ਬੱਚੇ ਉਹਨੂੰ ਪਰੇਸ਼ਾਨ ਕਰਦੇ, ਮਾਰਦੇ ਆ ਉਹਨੂੰ। ਕੁਝ ਬੱਚਿਆਂ ਦਾ ਗਰੁੱਪ ਹੈ ਜਿਹੜੇ ਦੇਖਦੇ ਕਿ ਅਮਰੀਕਨ ਸਾਡੇ 'ਚ ਆ ਗਏ, ਉਹਨੂੰ ਮਾਰਦੇ ਆ, ਤੰਗ ਕਰਦੇ ਆ ਉਹਨੂੰ, ਤਾਂ ਬੱਚਾ ਬੜਾ ਪਰੇਸ਼ਾਨ ਹੋ ਜਾਂਦਾ ਹੈ। ਬੱਚਾ ਬੜਾ ਪਰੇਸ਼ਾਨ ਹੋ ਜਾਂਦਾ, ਸਕੂਲ ਜਾਣ ਤੋਂ ਵੀ ਥੋੜਾ ਘਬਰਾਉਂਦਾ ਹੈ ਕਿ ਮੈਨੂੰ ਮਾਰਨਗੇ। ਹੁਣ ਫਿਰ ਕੀ ਹੁੰਦਾ ਹੈ? ਹੁਣ ਦੋ ਹੀ ਰਸਤੇ ਹੁੰਦੇ ਹੈ ਕਿ ਜਾਂ ਤਾਂ ਮੈਂ ਇਹਨਾਂ ਨੂੰ ਦੇਖ ਕੇ, ਗਰੁੱਪ ਨੂੰ ਦੇਖ ਕੇ ਜੋ ਮੈਨੂੰ ਮਾਰ ਰਹੇ ਆ, ਜਾਂ ਤਾਂ ਮੈਂ ਸਕੂਲ ਜਾਣਾ ਬੰਦ ਕਰ ਦੇਵਾਂ। ਬੋਲੋ ਸਮਝਦੇ ਹੋ ਕਿ ਨਹੀਂ? ਜਾਂ ਤਾਂ ਮੈਂ ਸਕੂਲ ਜਾਣਾ ਬੰਦ ਕਰ ਦੇਵਾਂ ਤਾਂ ਕਿ ਮੈਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਣ, ਜਾਂ ਫਿਰ ਦੂਸਰਾ ਰਸਤਾ ਹੈ ਕਿ ਮੈਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਲਵਾਂ, ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਲਵਾਂ, ਮੈਂ ਉਹ ਕਲਾ ਸਿੱਖ ਲਵਾਂ ਕਿ ਮੈਂ ਇਹਨਾਂ ਦਾ ਮੁਕਾਬਲਾ ਕਰ ਸਕਾਂ। ਫਿਰ ਉਹ ਕਰਦਾ ਕੀ ਹੈ? ਫਿਰ ਕਰਦਾ ਕੀ ਹੈ ਉਹ ਬੱਚਾ? ਫਿਰ ਉਹ ਟ੍ਰੇਨਿੰਗ ਲੈਂਦਾ ਹੈ ਮਾਰਸ਼ਲ ਆਰਟ ਦੀ। ਕਿਉਂਕਿ ਇੱਥੇ ਤਾਂ ਸਿਰਫ ਸ਼ਾਰਟ ਵਿੱਚ ਦੱਸ ਰਹੇ ਹਾਂ ਅਸੀਂ, ਜਿਹਨਾਂ ਮੂਵੀ ਦੇਖੀ ਹੈ। ਕਿਉਂਕਿ ਅਸੀਂ ਕਹਾਂਗੇ ਜੇ ਮੂਵੀ ਵੀ ਦੇਖਣੀ ਹੋਵੇ ਤਾਂ ਇਦਾਂ ਦੀ ਦੇਖਿਆ ਕਰੋ ਜੋ ਸਾਨੂੰ ਕੁਝ ਸਿਖਾਵੇ। ਕਈ ਵਾਰ ਨਾ ਇਨਸਾਨ ਮੂਵੀਆਂ ਪਤਾ ਕਿੱਦਾਂ ਦੀਆਂ ਦੇਖਦਾ ਹੈ, ਆ ਜੀ ਹੀਰੋ ਨਾਲ ਪਿਆਰ ਹੋ ਗਿਆ, ਹੀਰੋ ਨੂੰ ਮਿਲਦੀ ਨਹੀਂ, ਹੀਰੋ ਸ਼ਰਾਬ ਪੀਣ ਲੱਗ ਗਿਆ, ਆਪਣਾ ਘਰ ਛੱਡ ਕੇ ਚਲਾ ਗਿਆ, ਤਾਂ ਬੰਦਿਆਂ ਨੌਜਵਾਨਾਂ ਅੰਦਰ ਵੀ ਆਉਂਦਾ ਲੈ ਵੀ ਮੇਰਾ ਕੰਮ ਨਹੀਂ ਹੋਇਆ, ਮੈਂ ਵੀ ਠੇਕੇ ਵੱਲ ਜਾਵਾਂ। ਕੀ ਸਿੱਖਿਆ ਮਿਲਦੀ ਹੈ ਇਨਸਾਨ ਨੂੰ? ਸਿੱਖਿਆ ਮਿਲੇ ਤਾਂ ਉਹ, ਬੋਲੋ ਸਮਝਦੇ ਹੋ ਕਿ ਨਹੀਂ? ਸਿੱਖਿਆ ਮਿਲੇ ਤਾਂ ਇਦਾਂ ਦੀ। ਹੁਣ ਜੇ ਕੋਈ ਸਾਨੂੰ ਕਹੇ ਨਾ ਕਿ ਕੋਈ ਮੂਵੀ ਲਿਖੀ ਹੈਗੀ ਨਾ, ਫਿਰ ਮੂਵੀ ਪਤਾ ਕਿੱਦਾਂ ਦੀ ਹੋਣੀ ਚਾਹੀਦੀ ਹੈ? ਅੱਜ ਕੱਲ੍ਹ ਮੂਵੀ, ਲੜਕਾ ਗਿਆ, ਲੜਕੀ ਨੇ ਇਨਕਾਰ ਕਰ ਦਿੱਤਾ, ਜਾਂ ਜੋਬ ਮਿਲੀ ਨਹੀਂ ਤਾਂ ਚਲਾ ਗਿਆ ਠੇਕੇ ਤੇ, ਜ਼ਿੰਦਗੀ ਬਰਬਾਦ ਕਰ ਲਈ। ਲੈ ਵੀ ਉਹਨਾਂ ਹਾਂ ਨਹੀਂ ਕੀਤੀ, ਮੇਰੀ ਜ਼ਿੰਦਗੀ ਖਤਮ ਹੈ, ਮੈਂ ਸੁਸਾਈਡ ਕਰ ਲੈਣੀ ਹੈ। ਜਦ ਇਹ ਸਾਨੂੰ ਮੌਕਾ ਮਿਲੇਗਾ ਨਾ ਇਦਾਂ ਦੀ ਫਿਲਮ ਬਣਾਓ, ਗਿਆ ਲੜਕਾ, ਲੜਕੀ ਨੇ ਨਾ ਕੀਤੀ, ਲੜਕਾ ਕਹਿੰਦਾ ਅੱਛਾ ਤੂੰ ਨਾ ਕੀਤੀ ਹੈ, ਠੀਕ ਹੈ, ਹੁਣ ਮੈਂ ਤੈਨੂੰ ਇੰਨਾ ਕਾਮਯਾਬ ਬਣ ਕੇ ਦਿਖਾਊਂਗਾ, ਕੱਲ ਨੂੰ ਤੈਨੂੰ ਆਪਣੇ ਫੈਸਲੇ ਤੇ ਪਛਤਾਵਾ ਹੋਵੇ ਕਿ ਮੈਂ ਕਿਹਨੂੰ ਗਵਾ ਦਿੱਤਾ। ਉਹ ਜੇ ਕੋਈ ਤੁਹਾਨੂੰ ਇਨਕਾਰ ਕਰਦਾ, ਤੁਸੀਂ ਇਹ ਨਾ ਸੋਚੋ ਕਿ ਮੇਰੇ 'ਚ ਕੋਈ ਗੁਣ ਨਹੀਂ ਹੈ, ਮੇਰੇ 'ਚ ਕੋਈ ਖੂਬੀ ਨਹੀਂ ਹੈ, ਔਰ ਆਪਣੇ ਆਪ ਨੂੰ ਖਤਮ ਕਰ ਲਵੋ। ਅਗਰ ਇਹ ਕਰੋਗੇ ਤਾਂ ਅਗਲੇ ਨੇ ਕਹਿਣਾ ਦੇਖਿਆ ਨਿਕੰਮਾ ਸੀ, ਤਾਂ ਹੀ ਤਾਂ ਛੱਡਿਆ ਇਹਨੂੰ ਮੈਂ। ਬਲਕਿ ਜੇ ਕੋਈ ਤੁਹਾਨੂੰ ਇਨਕਾਰ ਕਰੇ ਤਾਂ ਆਪਣੇ ਆਪ ਨੂੰ ਇੰਨਾ ਬੈਸਟ ਬਣਾ ਕੇ ਦਿਖਾਓ ਕਿ ਕੱਲ ਨੂੰ ਉਹਨੂੰ ਪਛਤਾਵਾ ਹੋਵੇ ਮੈਂ ਛੱਡ ਕਿਹੜੇ ਹੀਰੇ ਨੂੰ ਦਿੱਤਾ ਮੈਂ। ਔਰ ਇਹ ਚਾਹੇ ਲੜਕੀ ਦੀ ਗੱਲ ਹੋਵੇ ਚਾਹੇ ਲੜਕੇ ਦੀ ਗੱਲ ਹੋਵੇ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਇੱਕ ਕੰਪਨੀ ਤੁਹਾਨੂੰ ਜੌਬ ਨਹੀਂ ਦਿੰਦੀ ਔਰ ਤੁਸੀਂ ਉੱਥੋਂ ਨਿਰਾਸ਼ ਹੋ ਜਾਂਦੇ ਹੋ, ਤਾਂ ਅਸੀਂ ਕਹਿੰਦੇ ਆਪਣੇ ਨੂੰ ਇੰਨਾ ਬੈਸਟ ਬਣੋ ਕਿ ਮੈਂ ਕੋਸ਼ਿਸ਼ ਕਰਦਾ ਰਵਾਂ, ਔਰ ਜਦੋਂ ਮੈਨੂੰ ਕਿਤੇ ਜੌਬ ਮਿਲੇ ਤਾਂ ਇੰਨਾ ਹੀ ਮਿਹਨਤ ਕਰਾਂ, ਇੱਦਾਂ ਦਾ ਨਾਮ ਕਮਾਵਾਂ ਕਿ ਕੱਲ ਨੂੰ ਇਹ ਕੰਪਨੀ ਨੂੰ ਪਤਾ ਲੱਗੇ ਕਿ ਅਸੀਂ ਕਿਹੜੇ ਹੀਰੋ ਨੂੰ ਗਵਾ ਦਿੱਤਾ। ਇੱਕ ਗੱਲ ਫਿਰ ਕਹਾਂਗੇ, ਨੋਟ ਕਰ ਲੈਣਾ ਕਿ ਅੱਜ ਬੰਦਾ ਹੀਰੋ ਦੀ ਤਲਾਸ਼ ਵਿੱਚ ਜਾਂਦਾ ਹੈ,
ਬੰਬੇ ਜਾ ਰਹੇ ਹੀਰੋ ਨੂੰ ਮਿਲਣ। ਬੋਲੋ ਸਮਝਦੇ ਹੋ ਕਿ ਨਹੀਂ? ਕਿਸੇ ਹੀਰੋ ਨਾਲ ਮੁਲਾਕਾਤ ਹੋ ਜਾਵੇ, ਉਹ ਕਹਿੰਦੇ ਕਦੋਂ ਤੱਕ ਹੀਰੋ ਨੂੰ ਲੱਭਦੇ ਰਹੋਗੇ? ਕੁਛ ਐਸਾ ਕਰੋ ਤੁਸੀਂ ਆਪ ਦੁਨੀਆ ਦੀ ਨਜ਼ਰਾਂ 'ਚ ਹੀਰੋ ਬਣ ਜਾਓ। ਮਜ਼ਾ ਤਾਂ ਇਹ ਹੈ ਨਾ ਕਿ ਸਾਨੂੰ ਹੀਰੋ ਨਾ ਲੱਭਣਾ ਪਵੇ, ਬਲਕਿ ਸਾਡੇ ਕਰਮ ਐਸੇ ਹੋਣਗੇ ਦੁਨੀਆ ਕਵੇ ਆਹੀ ਅਸਲੀ ਹੀਰੋ। ਉਹ ਪਰਦੇ ਤੇ ਹੀਰੋ ਤਾਂ ਬਹੁਤ ਘੁੰਮਦੇ ਆ, ਜਿਹੜੇ ਪਰਦੇ ਤਾਂ ਬੜੇ ਬੜੇ ਸਟੰਟ ਮਾਰਦੇ, ਪਰ ਹਕੀਕਤ ਵਿੱਚ ਉਹ ਦੇਖ ਲਿਓ ਕੀ ਹੁੰਦੇ। ਸਮਝਦੇ ਹੋ ਕਿ ਨਹੀਂ? ਅਸਲੀ ਹੀਰੋ ਕੌਣ ਹੈ? ਅਸਲੀ ਹੀਰੋ ਤਾਂ ਅਸੀਂ ਕਵਾਂਗੇ ਨਾ, ਜਦ ਅਸੀਂ ਕਹਿੰਦੇ ਆ ਭਗਤ ਸਿੰਘ ਜੀ ਹੋਏ ਹੈ, ਬਾਬਾ ਸਾਹਿਬ ਅੰਬੇਡਕਰ ਹੋਏ ਹੈ, ਜਾਂ ਹੋਰ ਐਸੀਆਂ ਮਹਾਨ ਸ਼ਖਸੀਅਤਾਂ ਹੋਈਆਂ ਹੈ ਕਿ ਜਿਨ੍ਹਾਂ ਨੂੰ ਗੁਰੂ ਰਹਿਬਰ ਪੀਰ ਪੈਗੰਬਰ ਔਲੀਆ ਅਵਤਾਰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਆ ਕੇ ਸੰਸਾਰ ਨੂੰ ਬਦਲ ਕੇ ਰੱਖ ਦਿੱਤਾ, ਡੁੱਬਿਆਂ ਨੂੰ ਤਾਰ ਕੇ ਰੱਖ ਦਿੱਤਾ, ਰੋਂਦਿਆਂ ਨੂੰ ਹਸਾਇਆ, ਮੁਸ਼ਕਿਲਾਂ ਵਿੱਚ ਫਸਿਆ ਹੋਇਆਂ ਨੂੰ ਮੁਸ਼ਕਿਲਾਂ ਚੋਂ ਕੱਢ ਲਿਆ। ਅਸਲੀ ਹੀਰੋ ਤਾਂ ਉਹ ਹੁੰਦੇ। ਕਿਉਂ ਨਹੀਂ ਅਸੀਂ ਸੋਚਦੇ? ਇਸ ਲਈ ਸੋਚੀਏ ਅਸੀਂ ਕਿ ਅਸੀਂ ਕਿਉਂ ਹੀਰੋ ਦੀ ਤਲਾਸ਼ ਕਰੀਏ? ਅਸੀਂ ਖੁਦ ਉਹ ਕਰਮ ਕਰੀਏ ਕਿ ਹੀਰੋ ਬਣ ਕੇ ਦਿਖਾਈਏ। क्योंकि इंसान जन्म से नहीं कर्म से महान होता है। इंसान जन्म से नहीं कर्म से महान होता है। जो जीत लेता है सबके दिलों को प्यार से वही असली सुल्तान होता है। इसलिए सानू कोई पूछे बादशाह कौन है? सुल्तान। सुल्तान का मतलब समझते हो ना? किसी सल्तनत का राजा, जिन्हों आप कहते महाराजा, राजा, बादशाह, सुल्तान। और असली सुल्तान कौन है? ਹੁਣ ਇੱਕ ਬੰਦਾ ਤਲਵਾਰ ਲੈ ਕੇ ਨਿਕਲਦਾ ਹੈ, ਲੋਕਾਂ ਨੂੰ ਡਰਾ ਕੇ ਮਾਰ ਕੇ ਸਲਤਨਤ ਬਣਾ ਲੈਂਦਾ, ਉਹ ਅਸਲੀ ਸੁਲਤਾਨ ਨਹੀਂ, ਉਹ ਤਾਂ ਡਰ ਦੀ ਸਲਤਨਤ ਹੈ। ਸਮਝਦੇ ਹੋ ਕਿ ਨਹੀਂ? ਅਸਲੀ ਸੁਲਤਾਨ ਤਾਂ ਉਹ ਹੈ ਕਿ ਜਿੱਦਾਂ ਅਸੀਂ ਦੱਸਿਆ ਕਿ ਜੋ ਜੀਤ ਲੈਤਾ ਹੈ ਪਿਆਰ ਸੇ ਸਬਕੇ ਦਿਲੋਂ ਕੋ ਵਹੀ ਅਸਲੀ ਸੁਲਤਾਨ ਹੋਤਾ। ਅਸਲੀ ਬਾਦਸ਼ਾਹ ਤਾਂ ਉਹ ਹੈ ਕਿ ਇਦਾਂ ਦੇ ਕਰਮ ਕਰਦਾ ਹੈ ਕਿ ਦੂਜਿਆਂ ਦਿਲਾਂ ਨੂੰ ਜਿੱਤ ਲੈਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇਨਸਾਨ ਜਨਮ ਸੇ ਨਹੀਂ कर्म से महान होता है। ਹੁਣ ਤੁਸੀਂ ਕਹੋ ਜੀ ਪ੍ਰਮਾਤਮਾ ਮੈਨੂੰ ਮਹਾਨ ਕਿਉਂ ਨਹੀਂ ਪੈਦਾ ਕੀਤਾ? ਬੋਲੋ ਸਮਝਦੇ ਹੋ ਕਿ ਨਹੀਂ? ਇਨਸਾਨ ਸ਼ਿਕਾਇਤ ਕਰ ਸਕਦਾ ਹੈ ਪ੍ਰਮਾਤਮਾ ਨੂੰ, ਲੈ ਪ੍ਰਮਾਤਮਾ ਸ਼੍ਰੀ ਕ੍ਰਿਸ਼ਨ ਵਰਗੇ ਮਹਾਨ ਪੈਦਾ ਕੀਤੇ, ਮਹਾਤਮਾ ਬੁੱਧ ਵਰਗੇ ਮਹਾਨ ਪੈਦਾ ਕੀਤੇ, ਜਾਂ ਹੋਰ ਪੀਰ ਪੈਗੰਬਰ ਮਹਾਨ ਪੈਦਾ ਕੀਤੇ, ਮੈਨੂੰ ਮਹਾਨ ਕਿਉਂ ਨਹੀਂ ਬਣਾਇਆ? ਤਾਂ ਉਸ ਲਈ ਪ੍ਰਮਾਤਮਾ ਵੀ ਹੱਸਦਾ ਹੋਏਗਾ, ਬੇਟਾ ਮੈਂ ਸਭ ਨੂੰ ਜਨਮ ਦਿੱਤਾ, ਮਹਾਨ ਤਾਂ ਇਨਸਾਨ ਆਪਣੇ ਕਰਮ ਨਾਲ ਬਣਦਾ, ਤੈਨੂੰ ਵੀ ਮੈਂ ਜਨਮ ਦਿੱਤਾ, ਤੂੰ ਵੀ ਐਸਾ ਕਰਮ ਕਰਕੇ ਤੂੰ ਵੀ ਮਹਾਨ ਬਣ ਜਾਵੇ। ਔਰ ਮਹਾਨ ਇੱਕ ਦਿਨ 'ਚ ਨਹੀਂ ਬਣਿਆ ਜਾਂਦਾ, ਇੱਕ ਇੱਕ ਅੱਛਾ ਕਰਮ ਕਰਨਾ ਪੈਂਦਾ ਹੈ, ਹਰ ਦਿਨ ਕੁਛ ਨਾ ਕੁਛ ਅੱਛਾ ਕਰਨਾ ਪੈਂਦਾ ਹੈ। ਜਿੱਦਾਂ ਇੱਕ ਇੱਕ ਇੱਟ ਰੱਖੀ ਜਾਂਦੀ ਹੈ ਤਾਂ ਫਿਰ ਮਕਾਨ ਬਣਦਾ ਹੈ, ਔਰ ਇੱਕ ਇੱਕ ਕਰਮ ਕਰਕੇ ਇਨਸਾਨ ਮਹਾਨ ਬਣਦਾ ਹੈ। ਇਸ ਲਈ ਮਹਾਨਤਾ ਸਾਡੀ ਕਰਨੀ ਦੇ ਨਾਲ, ਅਗਰ ਅੱਜ ਅਸੀਂ ਫੈਸਲਾ ਕਰ ਲਈਏ ਕਿ ਹਰ ਦਿਨ ਮੈਂ ਕੁਛ ਅੱਛਾ ਕਰਨਾ ਹੈ, ਤਾਂ ਫਿਰ ਅਸੀਂ ਕਹਾਂਗੇ ਚੰਦ ਸਾਲਾਂ 'ਚ ਦੁਨੀਆ ਨੇ ਕਹਿਣਾ ਵਾਕਈ ਮਹਾਨ ਬੰਦਾ ਹੈ ਭਾਈ। ਸਮਝਦੇ ਹੋ ਕਿ ਨਹੀਂ? ਇਸ ਲਈ ਕੀ ਤੁਸੀਂ ਸੁਲਤਾਨ ਬਣ ਸਕਦੇ ਹੋ ਕਿ ਨਹੀਂ? ਹੁਣ ਵੀ ਬਣ ਸਕਦੇ ਹੋ। ਜਰਾ ਇੱਕ ਦੂਜੇ ਨਾਲ ਹੱਸ ਕੇ ਹੀ ਦੇਖ ਲਓ। ਜੇ ਤੁਹਾਡੇ ਹੱਸਣ ਦੇ ਨਾਲ ਦੂਜੇ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ, ਜਿੱਤ ਲਿਆ ਤੁਸੀਂ ਉਹਦੇ ਦਿਲ ਨੂੰ, ਔਰ ਦਿਲਾਂ ਨੂੰ ਜਿੱਤਣ ਵਾਲਾ ਹੀ ਸੁਲਤਾਨ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਸੁਲਤਾਨ ਬਣਨਾ ਹੈ ਅਸੀਂ, ਅੱਛੀ ਕਰਨੀ ਹੈ ਅਸੀਂ, ਔਰ ਆਪਣੇ ਮਾਲਿਕ ਤੇ, ਆਪਣੇ ਪ੍ਰਭੂ ਤੇ, ਆਪਣੇ ਪ੍ਰਮਾਤਮਾ ਤੇ ਵਿਸ਼ਵਾਸ ਕਰਨਾ ਸਿੱਖਣਾ ਹੈ ਅਸੀਂ। ਔਰ ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ, ਕਦੀ ਵੀ ਆਪਣੇ ਆਪ ਨੂੰ ਲਾਚਾਰ ਨਹੀਂ ਸਮਝਣਾ, ਕਦੀ ਵੀ ਆਪਣੇ ਆਪ ਨੂੰ ਇਦਾਂ ਨਹੀਂ ਸਮਝਣਾ ਕਿ ਮੈਂ ਕੁਝ ਕਰ ਹੀ ਨਹੀਂ ਸਕਦਾ, ਜਾਂ ਪਤਾ ਨਹੀਂ ਮੇਰੇ ਤੋਂ ਹੋਣਾ ਜਾਂ ਨਹੀਂ। ਨਹੀਂ, ਇੱਕ ਕੌਨਫੀਡੈਂਸ ਰੱਖੋ, ਇੱਕ ਵਿਸ਼ਵਾਸ ਰੱਖੋ, ਔਰ ਵਿਸ਼ਵਾਸ ਵੀ ਐਸਾ ਕਿ ਆਂधी तुम्हें उड़ा ना सके। ऐसा ਦਾ ਵਿਸ਼ਵਾਸ ਹੋਵੇ ਤੁਹਾਡੇ ਅੰਦਰ कि आंधी तुम्हें उड़ा ना सके, जल भी तुम्हें डुबा ना सके, अग्नि तुझे जला ना सके। भरोसा करो खुद पर और खुदा पर इतना पैदा कि कोई मुश्किल तुम्हें हरा ना सके। इतना भरोसा करो अपने आप ते पैदा कि किहड़ी ताकत है जो मैनू हरा देवे, क्योंकि मैनू अपने ते तां अपने रब ते कह दिओ पूरा तो तुहानू है कि नहीं? ਅੱਜ ਕਈ ਕਹਿੰਦੇ ਡਿਪਰੈਸ਼ਨ 'ਚ ਮੈਂ ਡਿਪਰੈਸ਼ਨ ਦੀ ਦਵਾਈ ਲੈ ਰਿਹਾ। ਉਹ ਦਵਾਈ ਡਿਪਰੈਸ਼ਨ ਕਹਿੰਦੇ ਕਿ ਇਹਨੂੰ ਹਰ ਵੇਲੇ ਸੋਚੀ ਜਾਣਾ, ਆਹ ਮਾੜਾ ਹੋਣਾ, ਇਦਾਂ ਨਾ ਹੋ ਜਾਵੇ, ਉਦਾਂ ਨਾ ਹੋ ਜਾਵੇ, ਮੇਰਾ ਕੀ ਬਣੇਗਾ, ਮੇਰੇ ਕੰਮ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ, ਹਰ ਵੇਲੇ ਨੈਗੇਟਿਵ ਸੋਚੀ ਜਾਣਾ, ਡਿਪਰੈਸ਼ਨ। ਹੁਣ ਇਹਦੀ ਦਵਾਈ ਕੀ ਹੈ? ਜਰਾ ਗੌਰ ਕਰੋ। ਹੁਣ ਬੰਦਾ ਕਹਿੰਦਾ ਮੈਂ ਡਾਕਟਰ ਕੋਲ ਦਵਾਈ ਲੈ ਰਿਹਾ ਹਾਂ, ਉਹ ਨੀਂਦ ਦੀ ਗੋਲੀ ਹੈ ਕਿ ਖਾਈ ਜਾਓ, ਸੁੱਤੇ ਰਹੋ, ਵਿਚਾਰ ਘਟ ਜਾਣ ਤਾਂ ਬੰਦੇ ਨੂੰ ਲੱਗਣਾ ਕੋਈ ਠੀਕ ਹੈ। ਨਸ਼ਾ ਉਤਰ ਗਿਆ ਤਾਂ ਫਿਰ ਉਹੀ ਟੈਨਸ਼ਨ। ਉਹਦੇ ਨਾਲ ਬੰਦੇ ਦੀ ਜਿਹੜੀ ਹੈ ਨਾ, ਇਹ ਦਵਾਈ ਦੀ ਮਾਤਰਾ ਵੱਧਦੀ ਚਲੀ ਜਾਂਦੀ ਹੈ, ਤਾਂ ਟੈਨਸ਼ਨ ਘਟਣ ਦੀ ਬਜਾਏ ਉਹ ਵੀ ਵੱਧਦੀ ਚਲੀ ਜਾਂਦੀ ਹੈ। ਇੱਥੇ ਇਹਦੀ ਅਸਲੀ ਦਵਾਈ ਕੀ ਹੈ ਕਿ ਅਗਰ ਚਾਹੁੰਦਾ ਮੇਰਾ ਡਿਪਰੈਸ਼ਨ ਖਤਮ ਹੋਵੇ, ਮੇਰੀ ਚਿੰਤਾ ਖਤਮ ਹੋਵੇ, ਤਾਂ ਉਹਦੀ ਇੱਕੋ ਹੀ ਦਵਾਈ ਹੈ ਕਿ ਅੱਜ ਤੋਂ ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੇ, ਯਕੀਨ ਕਰਨਾ ਸ਼ੁਰੂ ਕਰ ਦੇ
कि वो ताकत हर कदम ते हर पल मेरे नाल है और मैनू यकीन है वो हर जगह मेरी संभाल जरूर करेगी। जदों तुसीं विश्वास कर लिया ना तो जिद्दां असीं कहीदा है कि जिन्हें फिक्र थी कल की वो जागे और रोए, जिन्हें भरोसा था अपने मालिक पर वो आराम से सोए। कि जिन्हां दे अंदर भरोसा हुंदा वो आराम नाल अखां बंद करके सो जाते हो, कहते चिंता कादी है, बैठा मेरा मालिक। जरा समझना सारिਆਂ ने। ਇੱਥੇ ਇੱਕ ਫਕੀਰਾਂ ਦੀ ਗੱਲ ਸਾਨੂੰ याद आ गई। ਇਹ ਫਕੀਰ हजरत मुइनुद्दीन चिश्ती ख्वाजा साहब अजमेर वाले, जरा समझना सारिਆਂ ने कि ख्वाजा साहब अजमेर वाले मुइनुद्दीन चिश्ती, ਉਹਨਾਂ ਦੇ ਮੁਰਸ਼ਿਦ ਦਾ ਨਾਮ ਸੀ ਉਸਮਾਨ ਹਰੂਨੀ। ਕੀ ਨਾਮ ਸੀ ਉਹਨਾਂ ਦੇ ਮੁਰਸ਼ਿਦ ਦਾ? ਉਸਮਾਨ ਹਰੂਨੀ। ਜਦੋਂ ख्वाजा साहब ਆਪਣੇ ਮੁਰਸ਼ਿਦ ਨਾਲ ਮਿਲੇ ਨਾ, ਮੁਰਸ਼ਿਦ ਦੇ ਕੋਲੋਂ ਸ਼ਬਦ ਦੀ ਦਾਤ ਲਈ, ਨਾਮ ਦੀ ਦਾਤ ਲਈ, ਯਾਨੀ ਮੁਰਸ਼ਿਦ ਨਾਲ ਜੁੜੇ ਤਾਂ ਇੰਨਾ ਮੁਰਸ਼ਿਦ ਨਾਲ ਇਸ਼ਕ ਹੋ ਗਿਆ, ਇੰਨਾ ਪਿਆਰ ਹੋ ਗਿਆ कि फिर 21 साल वो मुर्शद के नाल ही रहे, एक दिन भी जुदा नहीं हुए मुर्शद तो। 21 साल। मुइनुद्दीन चिश्ती की गल हो रही है जिन्हों दरबार अजमेर शरीफ च 21 साल अपने मुर्शद के नाल रहे। एक दिन जो 21 साल नाल रहिंदियां हो गए तो दिन रात अपने मुर्शद की सेवा करते सी, झाड़ू भी लाना, पोचा भी लाना, हर काम उन्होंने करना। फिर की होया, एक दिन सर्दियों की रात सी तां उन्हां दे मुर्शद और ख्वाजा मुइनुद्दीन चिश्ती बाहर बैठे ना अंगीठी सेक रहे सी। अंगीठी समझदे हो ना तुसी? अजकल तो हीटर होंदे है या होर कई प्रबंध हो गए हैं, पर पहला अंगीठी हुंदी जिह च कोले पाले अग जलदी तो उदों सेकना बंदे ने। तो बाहर बैठे अग सेक रहे अंगीठी दी। जदों बैठे बैठे काफ़ी समा हो गया तो ख्वाजा साहब दे मुर्शद उस्मान हारूनी उठे और कहने लगे मुइनुद्दीन अंगीठी चक के अंदर लिया, हुण अंदर बहिंदे आ जाके, रात काफ़ी हो गई है। गल समझण वाली है क्योंकि ये आशकां दी गल है और मियाँ मुहम्मद बख्श जी ने कहा है आशकां दी गल दुनिया अगे नहीं मुनासिब करनी, वो मिठी खीर बना मुहम्मद कुत्तियां अगे धरनी। वो कहते आशकां दी गल तो आशक ही समझ सकते हैं, ये दुनियादार नहीं समझ सकते। समझते हो कि नहीं? जिद्दां कहते खीर का स्वाद तो बंदा ही लै सकता है, जानवर नूं पुछो भाई खीर किदां दी बनी है, उन्हें भौंक के चल जाना। कोई दसना खीर बड़ी स्वाद है, बिच बदामां दा स्वाद आया या बिच आ चीज़ का स्वाद है, नहीं। उन्होंने खीर खानी है और खा के दौड़ जाना। स्वाद पूछना है तो किसी उन्होंने खिलाओ जिन्होंने स्वाद का पता हो, जिन्होंने पता है कि ये किहड़ी चीज़ का स्वाद है, चावलों का स्वाद की है, दुध का स्वाद की है, बदाम है, विच की पाया है, इसका स्वाद की है। समझ हो ना? जिदा कहते हीरे की क्वालिटी की है वो तुसी जोरी नूं पुछो फिर ही बेटर दसेगा। तो जे रास्ते तुरे जाते किसी पुछो भाई हीरे बारे दसी, अच्छा है कच जिहा ही लगता है, पता नहीं असली है कि नकली। उन्हें तुहाडे अंदर भी शंका पैदा कर देनी है कि नहीं? तुसी किसी आम बंदे नूं कीमती तो कीमती हीरा दिखा दो, फर्ज करो तुसी हीरे की अंगूठी पाई है, तुसी लई है लख दी 2 लाख दी, किसी आम बंदे नूं देखी यार किते जरक नहीं तो नहीं, तुहाडे मन च भी टेंशन आई नहीं है कि सच्ची तो नहीं ठग लिया मैनूं। पर किसी जोड़ी नूं करोगे उन्हें दसना क्वालिटी की है। तां ही कहंदे जदों आशिकां दी गल हुंदी, रब दी रहमतां दी गल हुंदी है ना, तो रब दे फकीरां नाल ही या रब दे प्यारे नाल ही गल करो तो समझदे है, दुनियादारां नाल गल करो तो उन्होंने समझ आंदी नहीं है। जिद्दां डॉक्टरां दी भाषा डॉक्टर ही समझ सकते हैं। हुण डॉक्टर की पर्ची तुसीं लै जाओ ना, डॉक्टर की पर्ची लै जाओ किसी रेहड़ी वाले नूं सब्जी बेचण दिखाओ, देखो की लिखा भाई, पता नहीं की लिखा है, पर डॉक्टर नूं दिखाओगे उन्हें फटाफट आ दवाई है, आ मेडिसिन है, इसका आ असर है, आ बीमारी वास्ते है, इन्नी मात्रा पूरा बायोडाटा वो पर्ची देख के दस देना कि कादी बीमारी है, कादी दवाई है और कितनी मात्रा च खानी है। क्योंकि जिन्हों पता हुंदा ना दस भी वही सकता है। इसलिए इत्थे भी तां ही गल कर लगे क्योंकि तुसीं भी आशिक बैठे हो कि नहीं? प्यार है ना तुहाडे मन च अपने मालिक का, परमात्मा का। सो कहते हैं कि ख्वाजा साहब नूं कहा उन्होंने मुर्शद हारूनी जी ने कि मुइनुद्दीन बाहर हुण अंदर चलदे, अंगीठी चक के अंदर लिया। तो कहते हैं ख्वाजा मुइनुद्दीन चिश्ती जी उन्होंने जदों सुनिया कि मुर्शद ने अंगीठी अंदर लिया तो कहते मुर्शद का हुक्म सी, उन्हें फटाफट अंगीठी चक्की सिर ते रख ली। अंगीठी गर्म होंदी है क्योंकि कोयले पाए थले, उन्हें चक के सिर ते रख ली। जिसले हारूनी जी जान लगे कह गए कि चक लिया अंगीठी अंदर, ख्वाजा साहब ने कहा मुर्शद का हुक्म है और हुक्म है तो चक के सिर ते रख ली। इधर जो हारूनी जी ने मुड़ के देखो कहते मुइनुद्दीन ये की कर रहा है, वो अंगीठी हाथ च फड़ ला तेरा सिर जल जाएगा, तेरे सिर नूं सेक लग जाएगा, वो इनू हाथ च फड़ ले। कहते जदों ख्वाजा साहब ने इन्नी गल सुनी ना कि मुर्शद ने कहा वो अंगीठी हाथ च फड़ लै तेरा सिर जल जाना है, तेरे सिर नूं सेक लग जाना। कहते ख्वाजा साहब ने
मोइनुद्दीन चिश्ती जी ने अंगीठी थले रखी और बह के रोना शुरू कर दिता, बह के रोना शुरू कर दिता। हरूनी जी भी कहते हो मोइनुद्दीन की गल हो गई, रो क्यों रहा है? तुसी भी सोचते होंगे रोन की गल की है। मुर्शिद ने तो बड़ी प्यारी गल कही कि वो मोइनुद्दीन सिर ते क्यों रखी है, हाथ च फड़ ला तेरा सिर जल जाना है। हुण कहते ख्वाजा साहब ने अंगीठी थले रखी, रोना शुरू करता। मुर्शिद ने पूछा मोइनुद्दीन रो क्यों रहा है? तो कहते हजरत मैनू 21 साल हो गए तुहाडे दर ते रह के सेवा करदे नू, 21 साल हो गए अपना सिर तुहानू दित्ते नू, तुसीं हाले भी कहंदे हो तेरे सिर ना सड़ जाना। हाले भी सिर मेरा है, हाले भी मेरा सिर, जे मेरा ही है हाले तक तुहाडा ही नहीं होया ते इदां दे सिर नू मैं की करना? सड़न दिओ इनू, फिर सड़न दिओ इनू, क्योंकि 21 साल तो सिर तुहानू दे दिता मैं, सब कुछ भुल के तुहाडा हो गया। तो जे हाले भी सिर मेरा ही है तो फिर मैं इदां दे सिर नू की करना? मैनू ये सिर नहीं चाहिए, सड़न दिओ। तो जे तुहाडा है तो फिर इनू कोई अग साड़ ही नहीं सकती, ना दुनिया दी ना दोजख दी, क्योंकि जिहड़ी चीज मुर्शिद दी हो गई और मुर्शिद इत्थे भी रखवाली करता उत्थे भी रखवाली करता है। तो जिसले इन्नी गल कही ना, हरूनी जी आए मोढे ते हथ रखिया, वो कहंदे मोइनुद्दीन पता सानू भी सी, बस ऐसी तो इनू परख रहे सी कि तू बोलदा कित्थों है, कि तू कहंदा की है। पता सानू भी सी कि सिर साडा है, पर असीं परखना चाहते सी तैनू तू बोलदा कित्थों है, कि हाले भी तू मनदा कि मेरा ही है या सब कुछ मुर्शिद दा ही है। और जा मोइनुद्दीन तू ये सिर सानू दिता ते सिर नहीं, तू पूरे दा पूरा ही साडा आ, जिथे भी तू रहेगा ना साडा ही रहना, ते असीं तेरे नाल रहना है। क्या कहते फिक्र ना कर। और हुण वक्त आ गया है, वक्त आ गया तेनू हिंदुस्तान जाना पैना है, यानी भारत जाना पैना है, क्योंकि फिर मोइनुद्दीन अपने मुर्शिद के हुक्म नाल, क्योंकि पहले हुक्म हो चुका सी हजूर दा भी, हजूर गौस दा, हजूर मुहम्मद साहब दा भी, कि ये जिहड़ा ना हरूनी ये जिहड़ा तेरा सहजादा है ना, यानी तेरा ये तालिब है, इनू भारत भेज देंगे, हिंदुस्तान भेज देंगी, क्योंकि ये हिंदुल बली कहलाएगा। फिर कहते हुण वक्त आ गया तेनू उत्थे भेजण दा। तो फिर उत्थे गए सी, यानी फिर अपने मुर्शिद के हुक्म नूं मन के ख्वाजा साहब इत्थे आए। सो इत्थे गल इश्क दी है कि जदों इंसान हुण इस सच्ची घटना चो पॉइंट की मिलता है, पॉइंट ये मिलता है कि जे मेरा है तो फिर करना की है, तो जे तेरा है तो फिर ना दुनिया की अग ना दोजख की अग साड़ सकती, दोजख यानी नरकां की अग भी इनू साड़ नहीं सकती। सो दसना की चाहते हैं कि सानू डर उदों तक हुंदा जदों तक कहंदे मेरा, हाय मेरा है, की बनू मेरे बच्चों का, की बनू मेरे परिवार का, की बनू मेरे घर का, की बनू मेरी जिंदगी का। तो जदों कहंदे हुण मेरा मुझ में किछ नहीं, जो किछ है सो तेरा, क्योंकि दिता भी तो नहीं है ना। जे तुहाडा होवे तुसीं रोक ना लवो, ना तुहाडा आंदियां दा पता ते ना तुहाडा आण दा कंट्रोल है बंदे दे हत्थ 'च कि मैं कदों आना है। पता किसे नूं जदों बच्चा जन्म लैंदा उहनूं पता भी नहीं हुंदा कि मैं किहड़े घर 'च जन्म लिया, किहड़े दिन जन्म लिया, किहड़ी घड़ी किहड़े टाइम जन्म लिया, उहनूं पता ही नहीं हुंदा कुछ भी, ना उहनूं आण दे टाइम दा पता, दिन दा पता, ते ना कोई है जिहड़ा दस सके कि इन्नी तरीक नूं इन्ने वजे इन्ने मिनट इन्ने सकेंड ते जाना मैं दुनिया तो। नहीं, आंदा भी ਉਹਦੇ ਹੁਕਮ ਨਾਲ ਹੈ ਤੇ ਜਾਂਦਾ ਵੀ, ਹੁਣ ਆਂਦਾ ਵੀ ਉਹਦੇ ਹੁਕਮ ਨਾਲ ਹੈ, ਜਾਂਦਾ ਵੀ ਉਹਦੇ ਹੁਕਮ ਨਾਲ ਹੈ। ਤਾਂ ਹੁਣ ਜੇ ਜੀਂਦੇ ਆ ਤਾਂ ਜੇ ਜੀਣਾ ਵੀ ਉਹਦੇ ਹੁਕਮ ਨਾਲ ਸ਼ੁਰੂ ਕਰ ਦਈਏ ਤਾਂ ਜੀਵਨ 'ਚ ਕਮੀ ਤਾਂ ਕੋਈ ਰਵੇ ਹੀ ਨਾ। ਆਂਦਾ ਉਹਦੇ ਹੁਕਮ ਨਾਲ, ਜਾਂਦਾ ਉਹਦੇ ਹੁਕਮ ਨਾਲ, ਤਾਂ ਸਾਰੀ ਜ਼ਿੰਦਗੀ ਆਪਣੇ ਹੁਕਮ ਰੱਬ ਤੇ ਵੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਰੱਬਾ ਇਦਾਂ ਕਰ ਦੇ, ਰੱਬਾ ਉਦਾਂ ਕਰ ਦੇ, ਰੱਬਾ ਇਹ ਹੋ ਜਾਵੇ, ਰੱਬਾ ਉਹ ਕਿਉਂ ਨਹੀਂ ਉੱਤੇ ਛੱਡ ਦਿੰਦੇ कि तेरी चाही मैं प्रभु है मेरा कल्याण, मेरी चाही मत करो मैं मूर्ख, कि तू जो करेगा मेरे वास्ते अच्छा करेगा, मेरे विश्वास है तेरे ते कि तू जो करेगा अच्छा करेगा। इनू कहते प्यार, इनू कहते मुहब्बत। सो फिर कहांगे असीं कि अपने अंदर अपने आप ते तां अपने मालिक ते इन्ना विश्वास पैदा करो कि बड़ी तो बड़ी मुश्किल भी तुहानू डरा ना सके, बड़ी तो बड़ी मुश्किल भी तुहानू हरा ना सके। क्योंकि असीं आप इन्हां अखां नाल देखिया है कि जिन्हां नूं डॉक्टरां ने जवाब दे दित्ते सी, कदी पंजाब आए ना तो तुहानू मिलावांगे उन्हां नाल कि ऐसे जीव है कि जिन्हां नूं डॉक्टरां ने जवाब दे दित्ता सी, जो उठ भी नहीं मंजे तो पांदे सी, तुर भी नहीं सकदे सी, कई महीनियां तो मंजे ते लेटे सी, सत्संग च आए तो विश्वास की इक्को ही डोज लई, रहमत की डोज लई, अगले दिन आप चल के दरबार ते आए हो। समझदे हो कि मिला सकदे आ तुहानू, जिहड़े दरबार ते गए हो जानते भी है और समझते हो कि नहीं, क्योंकि रब दियां रहमतां च, रब दी बख्शिश, ओहदी किरपा च बहुत ताकत है। जिसने हर शय नूं पैदा किया है कि वह आप कमजोर होएगा? जरा सोच के देखो,
ਸਭ ਤੋਂ ਬੜੀ ਗੱਲ ਹੈ ਕਿ ਬੰਦਾ ਆਪਣੇ ਆਪ ਨੂੰ ਵੀ ਕਮਜ਼ੋਰ ਸਮਝਦਾ ਤਾਂ ਆਪਣੇ ਰੱਬ ਨੂੰ ਵੀ ਕਮਜ਼ੋਰ ਬਣਾ ਦਿੰਦਾ ਹੈ। ਤਾਂ ਹੀ ਤਾਂ ਬੰਦਾ ਕਰਦਾ ਕੀ ਹੈ, ਘਰ ਦੇ ਦਰਵਾਜ਼ੇ ਤੇ ਲਿਖਾਇਆ ਹੁੰਦਾ ਤੂੰ ਮੇਰਾ ਰਾਖਾ ਸਭਨੀ ਥਾਈਂ ਤੋਂ ਉੱਪਰ ਕਾਲੀ ਤੋੜੀ ਲਾਈ ਹੁੰਦੀ ਹੈ। ਉਹ ਆਹ ਕਾਹਦੇ ਵਾਸਤੇ ਲਾਈ ਹੈ? ਬੁਰੀ ਨਜ਼ਰ ਤੋਂ। ਕਮਾਲ ਦੀ ਗੱਲ ਹੈ ਭਾਈ, ਜੇ ਬੁਰੀ ਨਜ਼ਰ ਤੋਂ ਤੋੜੀ ਨੇ ਵਜਾਣਾ ਥੱਲੇ ਲਿਖਣ ਦੀ ਲੋੜ ਕੀ ਹੈ, ਤੂੰ ਮੇਰਾ ਰਾਖਾ ਸਭਨੀ ਥਾਈਂ। ਜਾਂ ਤਾਂ ਰੱਬ ਤੇ ਭਰੋਸਾ ਕਰ ਕਿ ਤੂੰ ਹਰ ਜਗ੍ਹਾ ਮੇਰੀ ਰੱਖਿਆ ਕਰਨ ਵਾਲਾ, ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ ਕਿ ਜਿਸਨੇ ਮੈਨੂੰ ਪੈਦਾ ਕੀਤਾ ਮੇਰੀ ਸੰਭਾਲ ਵੀ ਕਰੇਗਾ। ਤਾਂ ਮੈਨੂੰ ਕੀ ਫਿਕਰ ਹੈ ਕਿ ਆ ਤੋੜੀਆਂ ਨੇ, ਜੁੱਤੀਆਂ ਨੇ, ਆ ਨਿੰਬੂਆਂ ਨੇ ਬਚਾਣਾ ਨਾ ਸਾਨੂੰ। ਜਰਾ ਸੋਚ ਕੇ ਦੇਖੋ। ਪਰ ਬੰਦਾ ਆਪਣੇ ਰੱਬ ਤੇ ਵਿਸ਼ਵਾਸ ਕਰਨ ਦੀ ਬਜਾਏ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦਾ ਹੈ। ਜਿੱਦਾਂ ਹੀ ਕਈ ਵਾਰ ਦੱਸੀਦਾ ਨੇ, ਇੱਥੇ ਵੀ ਦੱਸਣਾ ਚਾਹਾਂਗੇ, ਥੋੜਾ ਹੱਸ ਵੀ ਲਿਓ। ਇੱਕ ਵਾਰ ਨਾ, ਹੁਣ ਜੇ ਕੋਈ ਇੱਥੇ ਇਦਾਂ ਬੈਠੇ ਆ ਤਾਂ ਗੁੱਸਾ ਨਹੀਂ ਕਰਨਾ, ਕਿਉਂਕਿ ਸਿਰਫ ਗਿਆਨ ਦੇਣ ਵਾਲੀ ਗੱਲ ਹੈ ਨਾ। ਇੱਕ ਜੋਤਸ਼ੀ ਸੀ, ਇੱਕ ਪੰਡਤ ਜੀ ਸੀ, ਉਹ ਬੈਠੇ ਸੀ। ਇੱਕ ਦਿਨ ਇੱਕ ਨਾ ਚਿੱਟਾ ਕੁੱਤਾ ਆਇਆ, ਆ ਕੇ ਉਹਨਾਂ ਲੱਤ ਫੜ ਲਈ ਉਹਨਾਂ ਦੀ। ਕੀ ਫੜ ਲਈ? ਲੱਤ ਫੜ ਲਈ। ਜਦੋਂ ਲੱਤ ਫੜ ਲਈ, ਪੰਡਤ ਜੀ ਨੇ ਲੱਤ ਮਾਰੀ, ਓਏ ਕੁੱਤਿਆ ਲੱਤ ਮੇਰੀ ਕਿਉਂ ਫੜ ਰਿਹਾ ਹੈ? ਕਹਿੰਦਾ ਜੀ ਤੁਸੀਂ ਆਪੇ ਦੁਸ਼ਮਣੀ ਪੈਦਾ ਕੀਤੀ ਹੈ, ਆਪੇ ਤੁਸੀਂ ਦੁਸ਼ਮਣੀ ਪੈਦਾ ਕੀਤੀ, ਲੱਤਾਂ ਫੜਨੀ ਤੁਹਾਡੀ। ਉਹ ਕਹਿੰਦੇ ਮੈਂ ਕਾਹਦੀ ਦੁਸ਼ਮਣੀ ਪੈਦਾ ਕੀਤੀ ਤੇਰੇ ਨਾਲ? ਮੈਂ ਤਾਂ ਕਦੀ ਤੈਨੂੰ ਦੇਖਿਆ ਵੀ ਨਹੀਂ, ਕਦੀ ਤੈਨੂੰ ਕੁਝ ਕਿਹਾ ਨਹੀਂ, ਨਾ ਤੇਰੇ ਪੱਥਰ ਮਾਰਿਆ, ਨਾ ਤੇਰੇ ਡਾਂਗ ਮਾਰੀ, ਤੂੰ ਮੇਰੀ ਲੱਤ ਕਿਉਂ ਫੜ ਰਿਹਾ ਹੈ? ਕਹਿੰਦਾ ਜੀ ਬੇਸ਼ੱਕ ਪੱਥਰ ਨਹੀਂ ਮਾਰਿਆ, ਬੇਸ਼ੱਕ ਤੁਸੀਂ ਡਾਂਗ ਨਹੀਂ ਕਦੀ ਮਾਰੀ, ਪਰ ਦੁਸ਼ਮਣੀ ਤੁਸੀਂ ਸ਼ੁਰੂ ਕੀਤੀ ਹੈ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਆਖਿਰ ਮੈਂ ਕਿੱਦਾਂ ਦੁਸ਼ਮਣੀ ਸ਼ੁਰੂ ਕੀਤੀ, ਦੱਸ ਤਾਂ ਸਹੀ। ਉਹ ਚਿੱਟਾ ਕੁੱਤਾ ਕਹਿੰਦਾ ਮਹਾਰਾਜ ਦੁਸ਼ਮਣੀ ਤੁਸੀਂ ਇਦਾਂ ਕੀਤੀ ਹੈ ਕਿ ਜਦੋਂ ਵੀ ਕੋਈ ਤੁਹਾਡੇ ਕੋਲ ਆਂਦਾ ਆ, ਉਹਦਾ ਹੱਥ ਦੇਖ ਕੇ ਕਹਿ ਦਿੰਦੇ ਗ੍ਰਹਿ ਮਾਰਾ, ਕਾਲੇ ਕੁੱਤੇ ਨੂੰ ਰੋਟੀ ਪਾਣਾ, ਅਸੀਂ ਚਿੱਟਿਆਂ ਨਾਲ ਤੁਹਾਡਾ ਕੀ ਵਿਗਾੜਿਆ? ਕਦੀ ਚਿੱਟਿਆਂ ਨੂੰ ਵੀ ਪਵਾ ਦਿਆ ਕਰੋ, ਕਾਲੇ ਖਾ ਖਾ ਕੇ ਤਕੜੇ ਹੋਈ ਜਾਂਦੇ, ਚਿੱਟੇ ਅਸੀਂ ਕਮਜ਼ੋਰ ਹੋਈ ਜਾਂਦੇ ਆ। ਕਾਲਿਆਂ ਨੂੰ ਕਹਿੰਦੇ ਘੀ ਦੀ ਪੂੜੀ ਪਾ ਦੇ, ਉਹਨੂੰ ਆ ਖੀਰ ਰੱਖ ਦੇ ਉਹਦੇ ਮੋਰੇ, ਆ ਫਲਾਣੇ ਮੋਰੇ ਆ ਰੱਖ ਦੇ। ਉਹ ਕਾਲਾ ਕੁੱਤੇ ਲੱਭਣ ਤੁਰੇ ਰਹਿੰਦੇ, ਅਸੀਂ ਭੁੱਖੇ ਬੈਠੇ ਰਹਿੰਦੇ, ਸਾਡੇ ਵੱਲ ਦੇਖਦੇ ਕੋਈ ਨਹੀਂ। ਕਦੀ ਕਦੀ ਕਹਿ ਦਿਆ ਕਰੋ ਚਿੱਟੇ ਨੂੰ ਵੀ ਪਾ ਦਿਆ ਕਰੋ, ਕਿਉਂਕਿ ਸਾਡੇ ਅੰਦਰ ਵੀ ਤਾਂ ਜਾਨ ਹੈ। ਇਸ ਲਈ ਦੁਸ਼ਮਣੀ ਤਾਂ ਆਪੇ ਹੀ ਤੁਸੀਂ ਪੈਦਾ ਕੀਤੀ ਹੈ। ਤਾਂ ਹੁਣ ਜਰਾ ਗੱਲ ਸਮਝਣ ਵਾਲੀ ਹੈ ਕਿ ਅੱਜ ਇਨਸਾਨ ਰੱਬ ਤੇ ਯਕੀਨ ਕਰਨ ਦੀ ਬਜਾਏ, ਉਹੀ ਗੱਲ ਬੁੱਲੇ ਸ਼ਾਹ ਵਾਲੀ ਕਿ ਦਿਲ ਦਾ ਹੁਜਰਾ ਸਾਫ਼ ਨਹੀਂ ਕੀਤਾ, ਮੈਲ ਭਰੀ ਵਿੱਚ ਤੇਰੇ ਥਾਂ ਥਾਂ ਫਿਰਦਾ ਜੋਤ ਜਗਾਵੇਂ, ਖੁਦ ਬੈਠਾ ਰਿਹਾ ਹਨੇਰੇ। ਜਰਾ ਸੋਚੋ, ਜੇ ਅੰਦਰੇ ਵਿਸ਼ਵਾਸ ਦੀ ਜੋਤ ਨਾ ਜਗੀ, ਅੰਦਰੇ ਭਰੋਸੇ ਦੀ ਜੋਤ ਨਾ ਜਗੀ, ਅੰਦਰ ਹੀ ਆਪਣੇ ਮਾਲਿਕ ਦੇ ਯਕੀਨ ਦੀ, ਪ੍ਰੇਮ ਦੀ ਜੋਤ ਨਾ ਜਗੀ, ਤਾਂ ਬਾਹਰ ਜੋਤਾਂ ਜਗਾਉਣ ਦਾ ਕੋਈ ਫਾਇਦਾ ਹੈ? ਅੱਜ ਇਨਸਾਨ, ਕਿਉਂਕਿ ਸਾਡੇ ਕੋਲ ਤਾਂ ਜੀਵ ਆਉਂਦੇ ਰਹਿੰਦੇ ਜੀ, ਇੰਨੇ ਸਾਲ ਹੋ ਗਏ ਚਿਰਾਗ ਕਰਦਿਆਂ ਨੂੰ, ਪੀਰਾਂ ਦਾ ਕਰ ਰਹੇ ਆ, ਫਕੀਰਾਂ ਦਾ ਕਰ ਰਹੇ ਆ, ਜੋਤ ਜਗਾ ਰਹੇ, ਘਰ 'ਚ ਦੁੱਖ। ਅਸੀਂ ਕਹਿੰਦੇ ਇਹਦਾ ਮਤਲਬ ਹੈ ਬਾਹਰ ਹੀ ਚਿਰਾਗ ਜਗ ਰਿਹਾ, ਹਲੇ ਅੰਦਰ ਵਿਸ਼ਵਾਸ ਦਾ, ਪ੍ਰੇਮ ਦਾ ਚਿਰਾਗ ਤਾਂ ਜਗਿਆ ਹੀ ਨਹੀਂ। ਔਰ ਅੰਦਰ ਪ੍ਰੇਮ ਦਾ ਦੀਵਾ ਬਾਲਣ ਵਾਸਤੇ ਤਾਂ ਮੁਰਸ਼ਦ ਦੀ ਲੋੜ ਹੈ, ਗੁਰੂ ਦੀ ਲੋੜ ਹੈ, ਜੋ ਅੰਦਰ ਸਾਡੇ ਉਹ ਯਕੀਨ ਦਾ ਦੀਵਾ ਬਾਲ ਦੇਵੇ ਕਿ ਸਾਨੂੰ ਇੰਨਾ ਵਿਸ਼ਵਾਸ ਹੋਵੇ ਕਿ ਮੇਰੇ ਵਾਸਤੇ ਅਸੰਭਵ ਕੁਛ ਨਹੀਂ, ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਅਸੰਭਵ ਵੀ ਸੰਭਵ ਹੋ ਸਕਦਾ ਹੈ। ਇਹਨੂੰ ਯਕੀਨ ਕਹਿੰਦੇ ਆ, ਇਹਨੂੰ ਵਿਸ਼ਵਾਸ ਕਹਿੰਦੇ ਆ। ਸੋ ਇੱਕ ਵਾਰ ਕਰਕੇ ਦੇਖੋ, ਜ਼ਰਾ ਫਿਰ ਕਹਾਂਗੇ ਤੁਹਾਨੂੰ ਕਿ ਇੱਕ ਵਾਰ ਆਪਣੇ ਅੰਦਰ ਵਿਸ਼ਵਾਸ ਦਾ ਦੀਵਾ ਬਾਲ ਕੇ ਦੇਖੋ, ਫਿਰ ਪਤਾ ਲੱਗੇਗਾ ਕਿ ਉਹਦੀ ਤਾਕਤ, ਉਹਦੀ ਰਹਿਮਤ ਕੀ ਕੁਛ ਕਰ ਸਕਦੀ ਹੈ। ਕਿਉਂਕਿ ਹੁੰਦਾ ਉਹਨਾਂ ਵਾਸਤੇ ਹੀ ਹੈ ਜਿਹੜੇ ਵਿਸ਼ਵਾਸ ਕਰਨਾ ਜਾਣਦੇ ਆ। ਇਸ ਲਈ ਜਿੱਦਾਂ ਚਣਕਿਆ ਦੀ ਗੱਲ ਦੱਸ ਰਹੇ ਸੀ ਨਾ, ਜਹਾਂ ਪ੍ਰੇਮ ਨਹੀਂ ਵਹਾਂ ਜਾਣਾ ਮਤ, ਜੋ ਪਚੇ ਪਚਤਾ ਨਹੀਂ ਉਸੇ। ਕਿਉਂਕਿ ਅੱਜ ਕੱਲ ਬੰਦਾ ਖਾਂਦਾ ਸਭ ਕੁਝ ਹੀ ਪਚਾਉਂਦਾ, ਪਚਾਣਾ ਆਉਂਦਾ ਨਹੀਂ ਉਹਨੂੰ। ਅੱਜ ਦੇਖਿਆ ਨਾ ਕਿਤੇ ਵਿਆਹ ਸ਼ਾਦੀ ਹੋਵੇ ਤਾਂ ਆ ਵੀ ਖਾ ਲਓ, ਉਹ ਵੀ ਖਾ ਲਓ, ਬੰਦਾ ਪਰਵਾਹ ਹੀ ਨਹੀਂ ਕਰਦਾ, ਥਾਲੀਆਂ ਭਰ ਭਰ ਕੇ ਖਾ ਜਾਂਦੇ। ਇਹ ਭੁੱਲ ਜਾਂਦਾ ਕਿ ਵਿਆਹ ਕਿਸੇ ਹੋਰ ਦਾ, ਪਰ ਪੇਟ ਦਾ ਮੇਰਾ ਆਪਣਾ ਹੀ ਹੈ ਨਾ। ਥੋੜਾ ਇਹਦਾ ਧਿਆਨ ਰੱਖਣਾ ਚਾਹੀਦਾ ਹੈ। ਹੁਣ ਦੱਸਣਾ ਕੀ ਚਾਹੁੰਦੇ ਅਸੀਂ ਕਿ ਉਹ ਚੀਜ਼ ਖਾਓ ਜੋ ਸਾਨੂੰ, ਸਾਡੀ ਸਿਹਤ ਨੂੰ ਫਾਇਦਾ ਦੇਵੇ। ਸਵਾਦ ਵਾਸਤੇ ਨਾ ਖਾਓ, ਬਲਕਿ ਸਿਹਤ ਵਾਸਤੇ ਖਾਓ। ਜਦੋਂ ਅਸੀਂ ਇੰਨੇ ਅਵੇਅਰ ਹੋ ਜਾਵਾਂਗੇ ਨਾ ਕਿ ਅਸੀਂ ਸਵਾਦ ਵਾਸਤੇ ਨਹੀਂ, ਆਪਣੀ ਸਿਹਤ ਵਾਸਤੇ ਖਾਣਾ, ਤਾਂ ਦੀਆਂ ਬਿਮਾਰੀਆਂ ਤੋਂ ਹੀ ਠੀਕ ਹੋ ਜਾਣਗੀਆਂ। ਸਮਝਦੇ ਹੋਗੇ? ਇਸ ਲਈ ਕਹਿੰਦੇ ਜੋ ਪਚਤਾ ਨਹੀਂ ਉਸੇ ਖਾना मत, और जो सच बोलने पर भी, जो सच बोलने पर भी रूठ जाए उसे मनाना मत। वो कहते ਜਿਹੜਾ ਸੱਚ ਸੁਣ ਕੇ ਵੀ, ਸੱਚ ਬੋਲਣ ਨਾਲ ਵੀ ਰੁੱਸ ਜਾਵੇ ਨਾ, ਉਹਨੂੰ ਮਨਾਉਣ ਦੀ ਲੋੜ ਹੀ ਨਹੀਂ। ਕਿਉਂਕਿ ਜਿਹੜਾ ਸੱਚਾਈ ਨਹੀਂ ਸਮਝਦਾ, ਉਹਨਾਂ ਤੈਨੂੰ ਕੀ ਸਮਝਣਾ ਹੈ ਫਿਰ? ਬੋਲੋ ਸਮਝਦੇ ਹੋ ਕਿ ਨਹੀਂ? ਇਹ ਚਣਕਿਆ ਦੀ ਗੱਲ ਹੈ। ਹੁਣ ਅਗਲੀ ਲਾਈਨ 'ਚ ਕਹਿੰਦੇ ਕਿ ਭਰੋਸਾ ਰੱਖਣਾ उस भगवान पर, अगर मुश्किल आए तो कभी घबराना मत। सब तो बड़ा पॉइंट तो यही है। क्योंकि कोई भी है, चाहे संतां गुरुआं रहबरां ऋषियां मुनियां की गल कर लीए, सब ने इशारा तो भगवान की तरफ किया कि भरोसा रख अपने मालिक ते। जे जीवन च मुश्किल आवे भी ना, तो याद रखो कि बड़ी तो बड़ी मुश्किल का सामना भी तुसी कर सकते हो, अगर तुसी अंदरों मजबूत होवो, अंदरों तुहाडा विश्वास, तुहाडा साहस बड़ा होवे। समझदे हो कि नहीं? इसलिए हुण टाइम काफ़ी हो गया है,
ਹੁਣ ਸਤਸੰਗ ਨੂੰ ਥੋੜਾ ਆਖਰਲੇ ਵਚਨਾਂ ਵੱਲ ਲੈ ਕੇ ਚੱਲੀਏ ਕਿ ਅਸੀਂ ਆਖਰਲੇ ਵਚਨਾਂ 'ਚ ਇਹੀ ਗੱਲ ਹੁਣ ਤੁਹਾਨੂੰ ਕਹਿਣੀ ਹੈ ਕਿ ਤੁਸੀਂ ਵੀ ਆਪਣੇ ਅੰਦਰ ਇੱਕ ਯਕੀਨ, ਇੱਕ ਵਿਸ਼ਵਾਸ, ਇੱਕ ਭਰੋਸਾ ਐਸਾ ਪੈਦਾ ਕਰਨਾ ਹੈ ਕਿ ਜੇ ਮੇਰੇ ਸਾਹਮਣੇ ਵੀ ਕੋਈ ਮੁਸ਼ਕਿਲ ਆਵੇ, ਮੇਰੇ ਸਾਹਮਣੇ ਵੀ ਕੋਈ ਪ੍ਰੋਬਲਮ ਆਵੇ ਤਾਂ ਮੈਂ ਘਬਰਾਣਾ ਨਹੀਂ ਹੈ, ਮੈਂ ਹਿੰਮਤ ਨਹੀਂ ਹਾਰਨੀ, ਬਲਕਿ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਵਿਸ਼ਵਾਸ ਦੇ ਨਾਲ ਕਰਨਾ ਹੈ। ਮੈਂ ਆਪਣੀ ਹਿੰਮਤ, ਆਪਣੇ ਹੌਸਲੇ ਨੂੰ ਬੜਾ ਕਿੱਦਾਂ ਕਰਨਾ ਹੈ। ਤਾਂ ਇਦਾਂ ਹੁੰਦਾ ਹੈ ਕਿ ਜੇ ਪ੍ਰੋਬਲਮ ਆਵੇ ਵੀ ਤਾਂ ਇਹ ਸੋਚੋ ਕਿ ਠੀਕ ਹੈ, ਇਹ ਪ੍ਰੋਬਲਮ ਦਾ ਸਾਹਮਣਾ ਮੈਂ ਨਹੀਂ ਕਰ ਸਕਦਾ, ਪਰ ਕੋਈ ਤਾਕਤ ਹੈ ਜਿਹੜੀ ਇਹਨੂੰ ਸੰਭਾਲ ਸਕਦੀ ਹੈ। ਜਿੱਦਾਂ ਇੱਥੇ ਸਾਨੂੰ ਵਿਵੇਕਾਨੰਦ ਜੀ ਦੀ ਗੱਲ ਯਾਦ ਆ ਗਈ। ਵਿਵੇਕਾਨੰਦ ਜੀ ਜਦੋਂ ਅਮਰੀਕਾ ਗਏ ਸੀ ਨਾ, ਤਾਂ ਉਹਨਾਂ ਨੇ ਅਮਰੀਕਾ ਜਾ ਕੇ ਜਦੋਂ ਆਪਣਾ ਭਾਸ਼ਣ ਦਿੱਤਾ ਤਾਂ ਬਹੁਤ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ, ਬਹੁਤ ਲੋਕ ਉਹਨਾਂ ਨਾਲ ਜੁੜ ਗਏ। ਔਰ ਜਦੋਂ ਵਾਪਸ ਉਹ ਭਾਰਤ ਆਏ ਤਾਂ ਇੱਕ ਵਾਰ ਕੁਝ ਅੰਗਰੇਜ਼ਾਂ ਦਾ ਗਰੁੱਪ ਉਹਨਾਂ ਨੂੰ ਮਿਲਣ ਆਇਆ। ਇਹ ਗੱਲ ਬੜੀ ਸਮਝਣ ਵਾਲੀ ਹੈ। ਵਿਵੇਕਾਨੰਦ ਜੀ ਦੇ ਜੀਵਨ ਦਾ ਬੜਾ ਪਿਆਰਾ ਕਿੱਸਾ ਹੈ ਕਿ ਜਦੋਂ ਉਹ ਮਿਲਣ ਆਏ ਉਹਨਾਂ ਨੂੰ ਕੁਝ ਅੰਗਰੇਜ਼, ਉਹਨਾਂ 'ਚ ਕੁਝ ਮਹਿਲਾਵਾਂ ਵੀ ਸੀ, ਔਰਤਾਂ ਵੀ ਸੀ, ਕੁਝ ਮਰਦ ਸੀ। ਹੁਣ ਜਦੋਂ ਵਿਵੇਕਾਨੰਦ ਜੀ ਦੇ ਕੋਲ ਆਏ ਤਾਂ ਇੱਕ ਦਿਨ ਸ਼ਾਮ ਨੂੰ ਨਾ ਵਿਵੇਕਾਨੰਦ ਜੀ ਉਹਨਾਂ ਨੂੰ ਲੈ ਕੇ ਸੈਰ ਤੇ ਨਿਕਲ ਗਏ ਕਿ ਚਲੋ ਨਾਲੇ ਥੋੜੀ ਸੈਰ ਕਰੀ ਆਈਏ ਤਾਂ ਨਾਲੇ ਚਰਚਾ ਹੋ ਜਾਏਗੀ, ਕਿਉਂਕਿ ਉਹ ਭਾਰਤ ਦੀ ਸੰਸਕ੍ਰਿਤੀ ਬਾਰੇ, ਯੋਗ ਬਾਰੇ, ਸੰਨਿਆਸ ਬਾਰੇ ਸਮਝਣ ਆਏ ਸੀਗੇ। ਹੁਣ ਜਦੋਂ ਵਿਵੇਕਾਨੰਦ ਜੀ ਉਹਨਾਂ ਨੂੰ ਲੈ ਕੇ ਘੁੰਮ ਰਹੇ ਹੈ, ਯਾਨੀ ਉਸ ਵੇਲੇ ਤੁਹਾਨੂੰ ਪਤਾ ਹੀ ਹੈ ਕਿ ਕੱਚੀਆਂ ਪਗਡੰਡੀਆਂ ਹੁੰਦੀਆਂ ਸੀ, ਜੰਗਲ ਜਾਂ ਚਾਰੋਂ ਪਾਸੇ ਹਾਲਾਤ ਇਦਾਂ ਦੇ ਹੁੰਦੇ ਸੀ ਕਿ ਕਿਤੇ ਬੰਦਾ ਕਹੇ ਪੱਕੀਆਂ ਸੜਕਾਂ ਤਾਂ ਘੱਟ ਹੀ ਹੁੰਦੀਆਂ ਸੀ। ਹੁਣ ਵਿਵੇਕਾਨੰਦ ਜੀ ਜਾ ਰਹੇ ਹੈ, ਨਾਲ ਉਹਨਾਂ ਦੇ ਉਹ ਅੰਗਰੇਜ਼ ਸਾਥੀ ਹੈ, ਤਾਂ ਉਹਨਾਂ 'ਚ ਇੱਕ ਔਰਤ ਹੈ ਜਿਹਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਹੈ। ਹੁਣ ਅੱਗੇ ਕੀ ਹੋਇਆ, ਹਾਦਸਾ ਕੀ ਹੋਇਆ ਕਿ ਸਾਹਮਣੇ ਕੀ ਦੇਖਿਆ ਕਿ ਦੋ ਬੈਲ ਹੈ, ਦੋ ਸਾਂਢ ਹੈ ਜਿਹੜੇ ਆਪਸ ਵਿੱਚ ਲੜ ਰਹੇ ਹੈ ਇੱਕ ਦੂਜੇ ਨਾਲ। ਔਰ ਤੁਹਾਨੂੰ ਪਤਾ ਕਿ ਜਦੋਂ ਇਦਾਂ ਨਾ ਭਾਰੀ ਬੈਲ ਲੜਦੇ ਆ, ਸਾਂਢ ਲੜਦੇ ਆ, ਤਾਂ ਫਿਰ ਐਵੇਂ ਕਈ ਵਾਰ ਰੋਡਾਂ ਤੇ ਦੇਖਦੇ ਗੱਡੀਆਂ 'ਚ ਟੱਕਰਾਂ ਮਾਰਦੇ, ਗੱਡੀਆਂ ਵਾਲੇ ਰੁਕ ਜਾਂਦੇ ਡਰਦੇ ਵਿਚਾਰੇ ਕਿ ਸਾਡੀ ਗੱਡੀ ਨੂੰ ਡੈਂਟ ਪਾ ਦੇਣੇ। ਹੁਣ ਇੱਧਰ ਸਾਂਢ ਲੜ ਰਹੇ ਹੈ, ਇੱਧਰ ਵਿਵੇਕਾਨੰਦ ਜੀ ਜਾ ਰਹੇ, ਸਾਹਮਣੇ ਲੜਦੇ ਦੇਖਿਆ, ਵਿਵੇਕਾਨੰਦ ਨੇ ਇਸ਼ਾਰਾ ਕੀਤਾ ਰੁਕ ਜਾਓ, ਰੁਕਣ ਨੂੰ ਕਿਹਾ। ਉੱਧਰ ਇੱਕ ਸਾਂਢ ਉਹਨੇ ਦੇਖਿਆ ਜਦੋਂ ਇੱਧਰ ਨੂੰ, ਤਾਂ ਉਹਦੀ ਨਜ਼ਰ ਕਿਤੇ ਮਹਿਲਾ ਦੇ ਲਾਲ ਕੱਪੜਿਆਂ 'ਚ ਚਲੀ ਗਈ। ਉਹ ਦੌੜਾ ਆਇਆ ਹੈ ਇਹਨੂੰ, ਜਦੋਂ ਅੰਗਰੇਜ਼ਾਂ ਨੇ ਦੇਖਿਆ ਦੌੜਾ ਆਂਦੇ ਨੂੰ ਤਾਂ ਸਾਰੇ ਪੇੜਾਂ ਤੇ ਚੜ ਗਏ। ਪਰ ਜਿਸ ਔਰਤ ਨੇ ਲਾਲ ਕੱਪੜੇ ਪਾਏ ਸੀ ਉਹ ਸਿਆਣੀ ਸੀ, ਥੋੜੀ ਬਜ਼ੁਰਗ ਸੀ, ਉਹ ਤਾਂ ਘਬਰਾ ਗਈ ਉੱਥੇ ਹੀ, ਜਿੱਦਾਂ ਬੰਦਾ ਸੁੱਧ ਬੁੱਧ ਭੁੱਲ ਜਾਂਦਾ ਸਾਹਮਣੇ ਡਰ ਨੂੰ ਦੇਖ ਕੇ, ਪੈਰ ਹੀ ਬੰਦੇ ਦੇ ਪੱਥਰ ਹੋ ਜਾਂਦੇ, ਉਹ ਡਰ ਗਈ। ਤਾਂ ਵਿਵੇਕਾਨੰਦ ਜੀ ਨੇ ਜਦੋਂ ਦੇਖਿਆ ਤਾਂ ਵਿਵੇਕਾਨੰਦ ਜੀ ਕਹਿੰਦੇ ਫਿਕਰ ਨਾ ਕਰ, ਘਬਰਾ ਨਾ, ਮੈਂ ਹਾਂ। ਉਹ ਕਹਿੰਦੀ ਸਵਾਮੀ ਜੀ ਤੁਸੀਂ ਕੀ ਕਰੋਗੇ, ਦੇਖੋ ਆ ਰਿਹਾ ਹੈ। ਤਾਂ ਸਵਾਮੀ ਵਿਵੇਕਾਨੰਦ ਜੀ ਅੱਗੇ ਖੜ ਗਏ ਔਰ ਹੱਥ ਜੋੜ ਲਏ, ਉਹਨਾਂ ਨੇ ਅੱਖਾਂ ਬੰਦ ਕਰ ਲਈਆਂ। ਕੀ ਕੀਤਾ, ਹੱਥ ਜੋੜ ਕੇ ਅੱਖਾਂ ਬੰਦ ਕਰ ਲਈਆਂ। ਇੱਧਰ ਜਿਹੜੇ ਪੇੜਾਂ ਤੇ ਚੜੇ ਹੈ ਉਹ ਕਹਿ ਰਹੇ ਕੀ ਕਰ ਰਹੇ ਹੈ, ਇਹ ਸਾਂਢ ਨੂੰ ਨਮਸਤੇ ਕਰ ਰਹੇ, ਕਹਿ ਕੀ ਰਹੇ ਆ, ਉਹ ਕੋਈ ਸਮਝੇਗਾ ਇਹਨਾਂ ਦੇ ਹੱਥ ਜੋੜਿਆਂ ਨੂੰ? ਕੋਈ ਇਨਸਾਨ ਥੋੜੀ ਹੈ ਜਿਹੜਾ ਗੁੱਸੇ 'ਚ ਹੈ ਔਰ ਇਹ ਹੱਥ ਜੋੜ ਕੇ ਖੜੇ ਹੋਣਗੇ ਤਾਂ ਉਹ ਸ਼ਾਂਤ ਹੋ ਜਾਏਗਾ। ਕਿਉਂ, ਤਾਂ ਇੱਕ ਬੈਲ ਹੈ, ਇੱਕ ਸਾਂਢ ਹੈ, ਉਹ ਇੱਕ ਜਾਨਵਰ ਹੈ, ਉਹ ਕਿੱਦਾਂ ਇਹਨਾਂ ਨੂੰ ਦੇਖ ਕੇ ਰੁਕੇਗਾ? ਸਾਰੇ ਦੇਖ ਰਹੇ ਹੈ। ਹੁਣ ਉਹ ਆਏਗਾ ਟੱਕਰ ਮਾਰੇਗਾ, ਸਵਾਮੀ ਜੀ ਵੀ ਗਿਰਨਗੇ ਤਾਂ ਔਰਤ ਦੀ ਵੀ ਜਾਨ ਜਾਏਗੀ। ਔਰਤ ਵੀ ਡਰੀ ਹੋਈ ਖੜੀ ਹੈ ਔਰ ਵਿਵੇਕਾਨੰਦ ਜੀ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਖੜੇ। ਕਹਿੰਦੇ ਉਹ ਦੌੜਦਾ ਹੋਇਆ ਸਾਂਢ ਆਇਆ, ਜਿੱਦਾਂ ਹੀ ਥੋੜਾ ਨੇੜੇ ਆਇਆ ਔਰ ਵਿਵੇਕਾਨੰਦ ਜੀ ਦੇ ਕੋਲ ਆ ਕੇ ਬਿਲਕੁਲ ਸ਼ਾਂਤ ਹੋ ਕੇ ਖੜ ਗਿਆ, ਬਿਲਕੁਲ ਸ਼ਾਂਤ ਹੋ ਕੇ ਖੜ ਗਿਆ। ਜਦੋਂ ਸ਼ਾਂਤ ਹੋ ਕੇ ਖੜ ਗਿਆ ਤਾਂ ਵਿਵੇਕਾਨੰਦ ਜੀ ਨੇ ਆਪਣੀ ਅੱਖਾਂ ਖੋਲੀਆਂ, ਉਹਦੇ ਨਾ ਮੂੰਹ ਤੇ ਹੱਥ ਫੇਰਿਆ ਤਾਂ ਉਹ ਸਾਂਢ ਇੱਕ ਪਾਸੇ ਚਲਾ ਗਿਆ। ਅੰਗਰੇਜ਼ ਉਤਰੇ ਆਏ, ਮਹਿਲਾ ਵੀ ਆਈ, ਕਹਿੰਦੀ ਸਵਾਮੀ ਜੀ ਇਹ ਕੀ ਕੀਤਾ? ਇਹ ਹੱਥ ਜੋੜਨ ਨਾਲ ਹੀ ਉਹ ਖੌਫਨਾਕ, ਕ੍ਰੋਧ ਨਾਲ ਭਰਿਆ ਹੋਇਆ, ਵਿਫਰਿਆ ਹੋਇਆ ਸਾਂਢ ਸ਼ਾਂਤ ਕਿੱਦਾਂ ਹੋ ਗਿਆ? ਇਹ ਕੀ ਕੀਤਾ ਤੁਸੀਂ? ਉਸ ਲਈ ਸਵਾਮੀ ਵਿਵੇਕਾਨੰਦ ਜੀ ਨੇ ਬੜਾ ਪਿਆਰਾ ਜਵਾਬ ਦਿੱਤਾ। ਉਹ ਕਹਿੰਦੇ ਦੇਖੋ ਮਿੱਤਰੋ ਕਿ ਮੈਂ ਕੀ ਕੀਤਾ ਕਿ ਜਦੋਂ ਮੈਂ ਦੇਖਿਆ ਕਿ ਇਹ ਹਾਲਾਤ, ਇਹ परिस्थिति मेरे कंट्रोल च, मेरे काबू च नहीं है, तो फिर मैं हथ जोड़ के ओनू याद किया जिहदे कंट्रोल च सब कुछ ही है। क्योंकि एक ताकत ऐसी है साडे अंदर बैठी हुई जिहड़ी हर चीज ते कंट्रोल करती है। जदों देखिए कि किसी चीज ते, किसी परिस्थिति ते, किसी हालात ते मेरा कंट्रोल नहीं है, वो चीज नूं मैं काबू नहीं कर सकता, तो उसले विश्वास नाल वो ताकत नूं बुलाओ जिहड़ी तुहाडे अंदर बैठी है, क्योंकि वो शक्ति ऐसी है जिहड़ी हर चीज नूं काबू कर सकती है। जे तुहानू जीवन च लगे ना कि कोई बीमारी है, कोई दुख है, हाय बहुत बड़ी है, इत्ते मेरा काबू नहीं, तो वो ताकत नाल जुड़ो जो तुहाडे अंदर बैठी है। बोलो समझदे हो कि अगर लगे कि परेशानी ऐसी है, बोलो समझदे हो कि नहीं? अगर लगेगा कि परेशानी ऐसी, हम डॉक्टर साहब बैठे है, राणा इशारा कर रहे हैं उन्होंने कि इन्होंने भी एक बड़ी प्रॉब्लम आ गई, पिछे तुहानू पता ही है कि करोना की प्रॉब्लम हो गई सी इन्होंने, तो फिर मालिक की किरपा ना दरबार तक इत्थों ही बेनती भेजी
ਤਾਂ ਮਾਲਕ ਦੀ ਐਸੀ ਰਹਿਮਤ ਹੋਈ ਕੁਝ ਦਿਨਾਂ 'ਚ ਪੂਰੀ ਤਰ੍ਹਾਂ ਠੀਕ ਵੀ ਹੋ ਗਿਆ। ਅੱਜ ਆਏ ਹੈ, ਸਪੈਸ਼ਲ ਆਏ ਮਿਲਣ ਵਾਸਤੇ ਸਾਨੂੰ। ਸੋ ਕਹਿਣ ਦਾ ਮਤਲਬ ਕੀ ਕਿ ਅਗਰ ਜੀਵਨ 'ਚ ਪ੍ਰੋਬਲਮ ਆਉਂਦੀ ਹੈ, ਪਰੇਸ਼ਾਨੀ ਆਉਂਦੀ ਵੀ ਹੈ, ਤਾਂ ਵਿਸ਼ਵਾਸ ਰੱਖੋ, ਕਿਉਂਕਿ ਵਿਸ਼ਵਾਸ ਰੱਖਣ ਨਾਲ ਬੜੀ ਤੋਂ ਬੜੀ ਮੁਸ਼ਕਿਲ ਦਾ ਹੱਲ ਵੀ ਹੋ ਜਾਂਦਾ ਹੈ। ਫਿਰ ਕਹਾਂਗੇ ਇਹ ਸਵਾਮੀ ਵਿਵੇਕਾਨੰਦ ਜੀ ਦੀ ਗੱਲ ਆਪਣੇ ਦਿਲ ਤੇ ਦਿਮਾਗ 'ਚ ਲਿਖ ਲਿਓ ਕਿ ਜਦੋਂ ਬਾਹਰਲੇ ਹਾਲਾਤ ਲੱਗਣ ਨਾ ਸਾਡੇ ਕੰਟਰੋਲ 'ਚ ਹੈ ਨਹੀਂ, ਇਹ ਚੀਜ਼ ਤੇ ਮੇਰਾ ਕਾਬੂ ਹੈ ਨਹੀਂ, ਤਾਂ ਫਿਰ ਇੱਕ ਵਿਸ਼ਵਾਸ ਕਰੋ ਕਿ ਕੋਈ ਤਾਕਤ ਹੈ ਮੇਰੇ ਅੰਦਰ ਬੈਠੀ ਜਿਹੜੀ ਹਰ ਚੀਜ਼ ਨੂੰ ਕੰਟਰੋਲ ਕਰ ਸਕਦੀ ਹੈ। ਪਰ ਇਹ ਵੀ ਗੱਲ ਕਹਾਂਗੇ, ਇਹ ਨਹੀਂ ਕਿ ਸਾਰਾ ਦਿਨ ਭੁੱਲੇ ਰਹੀਏ, ਉਹਦਾ ਕਦੀ ਨਾਮ ਨਾ ਲਈਏ, ਤੇ ਜਦੋਂ ਮੁਸੀਬਤ ਆਵੇ ਫਿਰ ਹੱਥ ਜੋੜ ਦਈਏ, ਫਿਰ ਨਹੀਂ। ਉਹਦੇ ਨਾਲ ਪਹਿਲੇ ਪੱਕਾ ਕਨੈਕਸ਼ਨ ਬਣਾ ਕੇ ਰੱਖਣਾ ਪੈਂਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਬੰਦੇ ਨੂੰ ਕੋਈ ਪ੍ਰੋਬਲਮ ਆਵੇ, ਬੰਦੇ ਨੇ ਕਿਸੇ ਬੜੇ ਅਫਸਰ ਨਾਲ ਮਿਲ ਮੁਲ ਕੇ ਕੋਈ ਬਣਾਇਆ ਹੋਵੇ ਨਾ ਪਿਆਰ ਦਾ ਰਿਸ਼ਤਾ, ਤਾਂ ਜਦੋਂ ਪ੍ਰੋਬਲਮ ਆਉਂਦੀ ਬੰਦਾ ਸਿੱਧਾ ਉਹਨੂੰ ਕਾਲ ਕਰਦਾ ਹੈ, ਕਰਦਾ ਕਿ ਨਹੀਂ? ਤਾਂ ਜੇ ਬੰਦੇ ਨੂੰ ਪ੍ਰੋਬਲਮ ਹੋਈ, ਰਿਸ਼ਤਾ ਬਣਾਇਆ ਹੀ ਨਹੀਂ, ਕੋਈ ਨਾਤਾ ਜੋੜਿਆ ਨਹੀਂ, ਬੰਦਾ ਕਹੇ ਹੁਣ ਮੈਂ ਯਾਦ ਕਰਾਂ, ਤਾਂ ਫਿਰ ਕਿੱਥੋਂ ਸੁਣੇਗਾ ਉਹ? ਇसी तरह ताही तक कबीर साहब ने भी कहा कि दुख में सिमरन सब करे, सुख में करे ना कोई, सुख में अगर सिमरन करे तो दुख काहे को होए। और फिर नाल भी की कहते हैं कि सुख में सिमरन ना किया, दुख में किया याद, कहे कबीर ता दास की कौन सुने फरियाद। ਉਹ ਕਹਿੰਦੇ ਜੇ ਸੁੱਖ ਵਿੱਚ ਕਦੀ ਉਹਦਾ ਸ਼ੁਕਰ ਨਹੀਂ ਕੀਤਾ, ਉਹਦਾ ਨਾਮ ਨਹੀਂ ਲਿਆ, ਤਾਂ ਦੁੱਖ ਵਿੱਚ ਉਹਨੂੰ ਯਾਦ ਕਰੇਗਾ ਤਾਂ ਕਿੱਦਾਂ ਉਹ ਤੇਰੀ ਫਰਿਆਦ ਸੁਣੇਗਾ? ਉਹਨੂੰ ਫਰਿਆਦ ਸੁਣਾਣੀ ਹੈ ਤਾਂ ਫਿਰ ਪੂਰੇ ਜੀਵਨ 'ਚ ਇਦਾਂ ਦਾ ਕਰਮ ਕਰਕੇ ਤੇਰਾ ਕਨੈਕਸ਼ਨ ਉਹਦੇ ਨਾਲ ਜੁੜਿਆ ਰਵੇ। ਹਰ ਰੋਜ਼ ਉਠੋ, ਜਾਗੋ, ਸਿਮਰਨ ਕਰੋ। बोलो समझते हो कि नहीं? क्योंकि अपनी मंजिलों को पाने वाले कभी देर तक सोया नहीं करते, जो भरोसा रखते हैं अपने मालिक पर वो मुसीबत देखकर रोया नहीं करते। कि जिन्हां ने बड़ी मंजिल पानी होवे ना, हुण जरा गौर करो, अज देख लो, चाहे दुनियावी तौर पर देख लो कि जेडे दुनियावी तौर पर बिजनेसमैन है जो कामयाब है ना, वो कभी देर तक नहीं सौंदे, वो हमेशा तड़के सूरज निकल तो पहला ही जाग जाते हैं। और चाहे ऐसी गल कर लीए गुरुआं रहबरां पीरां फकीरां दी, वो भी अमृत वेले उठ के अपने मालिक का सिमरन करते हैं, क्योंकि जिन्हां दी मंजिल बड़ी होवे ना फिर वो देर तक नहीं सौंदे। तो अज बंदा की है, बंदा सुता ही उदों उठता है जदों किते कोई जगावे, भाई उठ 8 बज गए उठ जा, 7:30 हो गए, 9 बज गए उठ जा। और सौण का टाइम की है? अजकल नौजवानों देखते सौण का टाइम पक्का नहीं है, बस जदों मोबाइल की बैटरी खत्म होनी उदों ही सोना उन्होंने, नहीं तो बस जब तक मोबाइल चार्ज है मैसेज करी जाओ, फिल्म देखी जाओ, सुनी जाओ। सो ये जिंदगी नहीं है, क्योंकि जिनकी मंजिल हो बड़ी वो देर तक सोया नहीं करते, जो भरोसा रखते हैं अपने मालिक पर वो मुसीबत देखकर रोया नहीं करते। इसलिए आज तो रोना बंद करना, भरोसा करना शुरू करना है, क्योंकि रोन ना मुसीबत बदनी है और भरोसा रखना मुसीबत घटनी है। समझते हो कि नहीं? इसलिए आखिरले वचन फिर एक ही गल कहांगे कि अपने अंदर प्रेम का दीवा जगाओ, अपने अंदर विश्वास का दीवा जगाओ, अपने अंदर भरोसे का दीवा जगाओ। क्योंकि जिन्हां दे अंदर विश्वास है, भरोसा है, फिर उन्हां दे जीवन च कोई मुश्किल आंदी भी है तो फिर वो भी विवेकानंद जी की तरह कहते हैं कि ठीक है मुश्किल आई है तो मैं घबराना नहीं है, क्योंकि मेरे अंदर एक ताकत बैठी जिहड़ी इहनूं संभाल सकती है। मेरे अंदर एक शक्ति है, वो परमात्मा, वो प्रभु की ताकत, वो ईश्वर की ताकत, वो भगवान की ताकत, नाम उन्होंने कोई भी दे दईए है उसकी ताकत। कोई राम कहता, कोई ईश्वर कहता, कोई अल्लाह कहता, कोई वाहेगुरु कहता, पर नाम तो वो एक ही है, पर ताकत कहते ना सबका मालिक। इसलिए तुसी भी एक मालिक ते विश्वास करना। बोलो करोगे कि नहीं? इसलिए अज तो चिंतावां छड्डो, टेंशनां छड्डो, डर छड्डो और अपने मालिक ते विश्वास करना शुरू करो। बोलो समझदे हो कि नहीं? और जिहड़ी गल फिर तुहानूं पुछांगे कि अगर तुहाडे पैर च समझ ले कि सज्जा पैर है, खब्बा पैर है, तुसीं एक दुकान ते जांदे हो, एक पैर चों टाइट जुत्ती पा दिंदा है जिहड़ी पैर नूं चुभदी है, और दूजे पैर च आरामदायक जुत्ती पा दिंदा है, तो तुसीं चुनाव किहदा करोगे? जिहड़ी जुत्ती आरामदायक है ओहदा, या जिहड़ी पैर नूं चुभ रही है, तंग कर रही है, ओहदा चुनाव करोगे? जवाब दिओ। क्योंकि पता है कि तंग जुत्ती पा के सफर नहीं कीते जाते। बोलो समझदे हो कि नहीं? इसलिए पैर च आरामदायक जुत्ती में सफर फेर ही हुंदा है। तो जरा सोचो, जे तंग जुत्ती जो पैर नूं तकलीफ दे रही है उन्होंने लैके असीं सफर नहीं कर सकते, तो तंग सोच नूं लैके ही सफर किद्दां कर पावांगे? इसलिए अपनी सोच भी वो लैके ना चलो। बंदे नूं पता हुंदा है कि जदों मैं शंका करदा आ, नैगेटिव सोचदा तो मैनूं तकलीफ हुंदी है, पर फिर भी बंदा वो सोच नूं छड्डदा नहीं, उहनूं लैके तुरिया रहिंदा है। बोलो समझदे हो कि नहीं? फिर सानूं की चाहिदा है कि जिद्दां समझ लो कि एक सोच वो है जो सानूं खुशी दिंदी है, शांति दिंदी है,
ਸਾਡੇ ਅੰਦਰ ਇੱਕ ਵਿਸ਼ਵਾਸ ਪੈਦਾ ਕਰਦੀ ਹੈ, ਔਰ ਦੂਸਰੀ ਸੋਚ ਉਹ ਹੈ ਜੋ ਸਾਡੇ ਅੰਦਰ ਸ਼ੰਕਾ ਪੈਦਾ ਕਰਦੀ ਹੈ, ਸਾਨੂੰ ਤਕਲੀਫ ਦਿੰਦੀ ਹੈ, ਸਾਨੂੰ ਦੁੱਖ ਦਿੰਦੀ ਹੈ, ਸਾਨੂੰ ਚਿੰਤਾ ਨਾਲ ਭਰ ਦਿੰਦੀ ਹੈ। ਹੁਣ ਕਿਹੜੀ ਸੋਚ ਨੂੰ ਲੈ ਕੇ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਆਰਾਮਦਾਇਕ ਬਣੇਗੀ? ਆਪ ਸੋਚੋ ਤੁਸੀਂ, ਬੋਲੋ ਸਮਝਦੇ ਹੋ ਕਿ ਨਹੀਂ? ਬਸ ਇੰਨਾ ਕੀ ਕਰਨਾ ਹੈ ਕਿ ਜਦੋਂ ਕੋਈ ਸੋਚ ਇਦਾਂ ਦੀ ਆਵੇ ਨਾ, ਹਾਏ ਪਤਾ ਨਹੀਂ ਇਹ ਕੰਮ ਹੋਣਾ ਜਾਂ ਨਹੀਂ ਹੋਣਾ, ਤਾਂ ਸੋਚੋ ਇਹ ਸੋਚ ਰੱਖੂੰਗਾ ਤਾਂ ਜੀਵਨ 'ਚ ਮੈਨੂੰ ਕਦੀ ਖੁਸ਼ੀ ਮਿਲ ਹੀ ਨਹੀਂ ਸਕਦੀ। ਹੁਣ ਸੋਚ ਕੀ ਰੱਖਣੀ ਹੈ ਕਿ ਕਿਉਂ ਨਹੀਂ ਹੋਏਗਾ? ਮੈਂ ਮਿਹਨਤ ਕਰੂੰਗਾ ਤਾਂ ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੋਂ ਮੈਨੂੰ ਕਾਮਯਾਬੀ ਜ਼ਰੂਰ ਦੇਗਾ, ਤਾਂ ਹਰ ਕੰਮ ਹੋਏਗਾ। ਐਸੇ ਕਿਹੜੇ ਕੰਮ ਹੈ ਜਿਹੜੇ ਨਹੀਂ ਹੁੰਦੇ? ਕਿਉਂਕਿ ਸਫਲਤਾ ਦਾ ਇੱਕੋ ਹੀ ਰਾਜ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਵੀ ਰਾਜ ਦੱਸ ਦਈਏ ਕਿ ਸਫਲਤਾ ਦਾ ਰਾਜ ਇੱਕੋ ਹੀ ਹੈ, ਔਰ ਉਹ ਰਾਜ ਕਿਹੜਾ ਹੈ? ਇੱਕੋ ਹੀ ਰਾਜ ਹੈ ਸਫਲਤਾ ਦਾ, ਔਰ ਉਹ ਰਾਜ ਇਹ ਹੈ ਕਿ ਉਦੋਂ ਤੱਕ ਕੋਸ਼ਿਸ਼ ਕਰਦੇ ਰਹੋ ਜਦ ਤੱਕ ਸਫਲਤਾ ਮਿਲ ਨਾ ਜਾਵੇ। ਸਮਝ ਆ ਰਹੀ ਕਿ ਨਹੀਂ? ਉਦੋਂ ਤੱਕ, ਜਿੱਦਾਂ ਕਹਿੰਦੇ ਨਾ ਐਡੀਸਨ, ਨਾਮ ਸੁਣਿਆ ਨਾ ਤੁਸੀਂ ਐਡੀਸਨ ਦਾ, ਕਿ ਜਿਨ੍ਹਾਂ ਨੇ ਬਿਜਲੀ ਦੀ ਆਪਣੇ ਬਲਬ ਦੀ ਖੋਜ ਕੀਤੀ ਸੀ ਨਾ, ਉਹਨਾਂ ਦੇ ਜੀਵਨ ਦਾ ਇੱਕ ਵਾਕਿਆ ਫਿਰ ਸਤਸੰਗ ਦੀ ਸਮਾਪਤੀ ਕਰੀਏ ਸੀ। ਕਹਿੰਦੇ ਉਹਨਾਂ ਨੇ ਕਿੰਨੇ ਹਜ਼ਾਰ ਵਾਰ ਬਲਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਸਮਝਦੇ ਹੋ ਕਿ ਨਹੀਂ? ਪਰ ਉਹ ਕਦੀ ਨਿਰਾਸ਼ ਨਹੀਂ ਹੋਏ। ਤਾਂ ਕਿਸੇ ਨੇ ਪੁੱਛਿਆ ਪੱਤਰਕਾਰ ਨੇ ਕਿ ਮਹਾਰਾਜ ਤੁਸੀਂ ਇੰਨੀ ਵਾਰ, ਹਜ਼ਾਰਾਂ ਵਾਰ ਕੋਸ਼ਿਸ਼ ਕੀਤੀ, ਸਫਲਤਾ ਨਹੀਂ ਮਿਲੀ, ਤੁਸੀਂ ਨਿਰਾਸ਼ ਨਹੀਂ ਹੋਏ? ਹਾਰ ਕਿਉਂ ਨਹੀਂ ਮੰਨੀ? ਐਡੀਸਨ ਨੇ ਕਿਹਾ ਇੱਕ ਦਿਨ ਨਾ ਮੈਂ ਰੋਡ ਤੇ ਜਾ ਰਿਹਾ ਸੀ, ਰੋਡ ਤੇ ਜਾ ਰਿਹਾ ਸੀ ਮੈਂ, ਤਾਂ ਉੱਥੇ ਨੇ ਇੱਕ ਮਜ਼ਦੂਰ ਬੈਠਾ ਪੱਥਰ ਤੋੜ ਰਿਹਾ ਸੀ, ਪੱਥਰ ਤੋੜ ਰਿਹਾ ਸੀ। ਪੱਥਰ ਬਹੁਤ ਬੜਾ ਸੀ ਤਾਂ ਹੱਥ ਜਿਹਦੇ ਹਥੌੜੀ ਛੋਟੀ ਸੀ। ਮੈਂ ਸੈਰ ਕਰਦਾ ਜਾ ਰਿਹਾ ਸੀ, ਪੈਦਲ ਸੈਰ ਕਰਨ ਦੀ ਆਦਤ ਸੀ ਮੈਨੂੰ ਸਵੇਰੇ ਸਵੇਰੇ। ਤਾਂ ਸਵੇਰੇ ਸਵੇਰੇ ਸੜਕ ਦੇ ਕਿਨਾਰੇ ਬੈਠਾ, ਰੋਡ ਬਣ ਰਿਹਾ ਸੀ ਪਾਰਕ ਦਾ, ਉੱਥੇ ਪੱਥਰ ਪੈਣਾ ਸੀ, ਉਹ ਹਥੌੜੀ ਨਾਲ ਪੱਥਰ ਤੋੜ ਰਿਹਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਇਦਾਂ ਦੀ ਮਸ਼ੀਨਾਂ ਨਹੀਂ ਸੀ ਕਿ ਪੱਥਰਾਂ ਨੂੰ ਤੋੜ ਦਿੰਦੀਆਂ ਸੀ। ਉਹ ਪੱਥਰ ਤੋੜ ਰਿਹਾ ਸੀ ਕਿ ਮੈਂ ਪਾਰਕ ਦੇ ਚੱਕਰ ਲਾਣੇ ਸੀ। ਮੈਂ ਪਹਿਲਾ ਚੱਕਰ ਲਾਇਆ, ਦੇਖਿਆ ਉਹ ਸੱਟ ਮਾਰ ਰਿਹਾ ਹੈ, ਪੱਥਰ ਨਹੀਂ ਟੁੱਟਿਆ। ਔਰ ਫਿਰ ਮੈਂ ਦੂਜਾ ਚੱਕਰ ਲਾ ਕੇ ਆਇਆ, ਉਹ ਹਾਲੇ ਵੀ ਸੱਟ ਮਾਰ ਰਿਹਾ, ਪੱਥਰ ਨਹੀਂ ਟੁੱਟਿਆ। ਮੈਂ ਤੀਜਾ ਚੱਕਰ ਲਾ ਗਿਆ, 5 ਚੱਕਰ ਮੈਂ ਪਾਰਕ ਦੇ ਲਾਉਂਦਾ, ਤੀਜਾ ਚੱਕਰ ਲਾ ਗਿਆ, ਹਾਲੇ ਵੀ ਉਹ ਸੱਟ ਮਾਰ ਰਿਹਾ ਸੀ, ਪੱਥਰ ਟੁੱਟਿਆ ਹੀ ਨਹੀਂ ਸੀ। ਮੈਂ ਚੌਥਾ ਚੱਕਰ ਜਦੋਂ ਲਾਇਆ ਨਾ, ਫਿਰ ਮੈਂ ਉਹਦੇ ਕੋਲ ਖੜ ਗਿਆ, ਔਰ ਆ ਕੇ ਮੈਂ ਪੱਥਰ ਤੋੜਨ ਵਾਲੇ ਨੂੰ ਪੁੱਛਿਆ, ਮਜ਼ਦੂਰ ਨੂੰ, ਭਾਈ ਇਹ ਟੁੱਟਦਾ ਤਾਂ ਹੈ ਨਹੀਂ, ਕਦੋਂ ਤੱਕ ਸੱਟਾਂ ਮਾਰੇਗਾ? ਤਾਂ ਉਹਨੇ ਇੱਕੋ ਹੀ ਜਵਾਬ ਦਿੱਤਾ, ਕਹਿੰਦੇ ਉਦੋਂ ਤੱਕ ਸੱਟ ਮਾਰੂ ਜਦ ਤੱਕ ਟੁੱਟ ਨਹੀਂ ਜਾਏਗਾ। ਸਮਝਦੇ ਹੋ ਕਿ ਨਹੀਂ? ਕਹਿੰਦੇ ਉਹ ਗੱਲ ਨੇ ਮੇਰੇ ਤੇ ਇਦਾਂ ਦਾ ਅਸਰ ਕੀਤਾ ਕਿ ਉਦੋਂ ਤੱਕ ਕੋਸ਼ਿਸ਼ ਕਰਦੇ ਰਹੋ ਜਦ ਤੱਕ ਅਸੀਂ ਜੋ ਕਰ ਰਹੇ ਹੋ ਜੋ ਸਫਲਤਾ ਮਿਲ ਨਾ ਜਾਵੇ। ਬੋਲੋ ਸਮਝਦੇ ਹੋ ਕਿ ਨਹੀਂ? ਤੁਸੀਂ ਹਰ ਕੰਮ 'ਚ ਬੈਸਟ ਹੋ ਸਕਦੇ ਹੋ, ਪਰ ਉਹ ਬੈਸਟ ਉਦੋਂ ਹੀ ਤੁਸੀਂ ਹੋ ਪਾਓਗੇ ਜਦੋਂ ਰੋਜ਼ ਮਿਹਨਤ ਕਰਦੇ ਚਲੇ ਜਾਓਗੇ। ਕਿਉਂਕਿ ਰੋਜ਼ ਅਭਿਆਸ ਕਰੀਏ, ਮਿਹਨਤ ਕਰੀਏ ਵਿਸ਼ਵਾਸ ਦੇ ਨਾਲ ਕਿ ਮੈਨੂੰ ਸਫਲਤਾ ਮਿਲੇਗੀ। ਔਰ ਕਹਿੰਦੇ ਐ ਜਦੋਂ ਮੈਂ 5ਵੇਂ ਚੱਕਰ 'ਚ ਆਇਆ ਨਾ, ਤਾਂ ਮਜ਼ਦੂਰ ਨੇ ਇਸ਼ਾਰਾ ਕੀਤਾ, ਕਹਿੰਦਾ ਦੇਖੋ ਬਾਬੂ ਜੀ ਪੱਥਰ ਟੁੱਟ ਗਿਆ। ਜਰਾ ਗੌਰ ਕਰੋ। ਹੁਣ ਅਸੀਂ ਤੁਹਾਨੂੰ ਹੀ ਪੁੱਛਾਂਗੇ ਕਿ ਇੱਕ ਤੁਹਾਡੇ ਕੋਲ ਵੀ ਪੱਥਰ ਹੈ, ਤੁਹਾਡੇ ਹੱਥ 'ਚ ਥੋੜੀ ਹੈ, ਤੁਸੀਂ ਪਹਿਲੀ ਸੱਟ ਮਾਰ ਦਿਓ, ਦੂਜੀ ਮਾਰ ਦਿਓ, ਤੀਜੀ ਮਾਰ ਦਿਓ, ਚੌਥੀ ਮਾਰ ਦਿਓ, ਪੱਥਰ ਨਹੀਂ ਟੁੱਟਦਾ, ਤੁਸੀਂ ਕੀ ਕਰੋਗੇ? ਹਟ ਜਾਓਗੇ? ਜੇ ਤੁਸੀਂ ਹਟ ਗਏ ਤਾਂ ਫਿਰ ਇਹ ਗੱਲ ਯਾਦ ਰੱਖੋ, ਕਹਿੰਦੇ ਹਾਰਨਾ ਬੁਰੀ ਗੱਲ ਨਹੀਂ ਹੁੰਦੀ। ਕਿਸੇ ਮੈਚ ਵਿੱਚ ਜਾਂ ਕਿਸੇ ਕੰਮ ਵਿੱਚ ਹਾਰਨਾ ਬੁਰੀ ਗੱਲ ਨਹੀਂ ਹੁੰਦੀ, ਹਾਰ ਜਿੱਤ ਚੱਲਦੀ ਰਹਿੰਦੀ ਹੈ। ਹਾਰਨਾ ਬੁਰੀ ਗੱਲ ਨਹੀਂ ਹੈ, ਪਰ ਹਾਰ ਮੰਨ ਕੇ ਬੈਠ ਜਾਣਾ ਬਹੁਤ ਬੜਾ ਗੁਨਾਹ ਹੈ, ਇਹ ਬੁਰੀ ਗੱਲ ਹੈ। ਹਾਰ ਬੇਸ਼ੱਕ ਜਾਵੋ ਪਰ ਕਦੀ ਹਾਰ ਮੰਨੋ ਨਾ, ਬਲਕਿ ਇਹ ਕਹੋ ਜੇ ਇਸ ਵਾਰ ਹਾਰ ਗਿਆ ਅਗਲੀ ਵਾਰ ਨੂੰ ਕੋਸ਼ਿਸ਼ ਕਰਕੇ ਮੈਂ ਜਿੱਤੂੰਗਾ, ਅਗਲੀ ਵਾਰ ਨੂੰ ਹਾਰ ਜਾਵਾਂ ਫਿਰ ਮੈਂ ਕੋਸ਼ਿਸ਼ ਕਰਕੇ ਜਿੱਤੂੰਗਾ। ਔਰ ਕੋਸ਼ਿਸ਼ ਕਰਦੇ ਜਾਓ ਕਿਉਂਕਿ ਤੁਹਾਡੀ ਕੋਸ਼ਿਸ਼ ਹਰ ਦਿਨ ਤੁਹਾਨੂੰ ਬੈਸਟ ਕਰਦੀ ਚਲੀ ਜਾਏਗੀ, ਔਰ ਇੱਕ ਦਿਨ ਇਦਾਂ ਦੇ ਬੈਸਟ ਹੋ ਜਾਓਗੇ ਕਿ ਕੋਈ ਤਾਕਤ ਤੁਹਾਨੂੰ ਹਰਾ ਹੀ ਨਹੀਂ ਪਾਏਗੀ। ਪਰ ਅੱਜ ਬੰਦਾ ਕੀ ਹੈ, ਇੱਕ ਵਾਰ ਕੋਸ਼ਿਸ਼ ਕਰਦਾ, 2 ਵਾਰ ਕੋਸ਼ਿਸ਼ ਕਰਦਾ ਤਾਂ ਫਿਰ ਹਾਰ ਮੰਨ ਕੇ ਬਹਿ ਜਾਂਦਾ, ਲੈ ਵੀ ਮੇਰੇ ਤੋਂ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਉਹ ਤੈਨੂੰ ਉਹ ਸ਼ਕਤੀ ਨੇ ਪੈਦਾ ਕੀਤਾ ਜਿਹਦੇ ਵਾਸਤੇ ਅਸੰਭਵ ਕੁਝ ਵੀ ਨਹੀਂ ਹੈ। ਬਸ ਤੂੰ ਕੋਸ਼ਿਸ਼ ਕਰ, ਵਿਸ਼ਵਾਸ ਰੱਖ, ਮਿਹਨਤ ਕਰ, ਤੈਨੂੰ ਕਾਮਯਾਬੀ ਵੀ ਜ਼ਰੂਰ ਮਿਲੇਗੀ। ਕਿਉਂਕਿ 3 ਸੱਟਾਂ ਮਾਰੀਆਂ, 10 ਸੱਟਾਂ ਮਾਰੀਆਂ, 100 ਸੱਟਾਂ ਮਾਰੀਆਂ, ਹਾਰ ਨਾ ਮੰਨ। ਉਦੋਂ ਤੱਕ ਸੱਟਾਂ ਮਾਰੀ ਜਾ ਜਦ ਤੱਕ ਪੱਥਰ ਟੁੱਟ ਨਾ ਜਾਵੇ। ਜੇ ਤੁਹਾਡੇ ਜੀਵਨ 'ਚ ਵੀ ਚਾਹੇ ਬਿਮਾਰੀ ਦਾ, ਚਾਹੇ ਪਰੇਸ਼ਾਨੀਆਂ ਦਾ, ਚਾਹੇ ਤਕਲੀਫਾਂ ਦਾ, ਦੁੱਖਾਂ ਦਾ ਕੋਈ ਪੱਥਰ ਹੈ ਨਾ, ਚਾਹੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਦਾ ਪੱਥਰ ਹੈ, ਤਾਂ ਮਾਲਕ ਦੇ ਉੱਤੇ ਵਿਸ਼ਵਾਸ ਰੱਖੋ, ਕੋਸ਼ਿਸ਼ ਕਰਦੇ ਜਾਓ, ਸੱਟ ਮਾਰਦੇ ਜਾਓ, ਇੱਕ ਦਿਨ ਉਹ ਪੱਥਰ ਚਕਨਾਚੂਰ ਹੋਏਗਾ ਔਰ ਤੁਹਾਡੇ ਰਸਤੇ ਸਾਫ਼ ਹੋ ਜਾਣਗੇ। ਬੋਲੋ ਸਮਝਦੇ ਹੋ? ਸੋ ਚਾਹੁੰਦੇ ਹੋ ਨਾ ਰਸਤੇ ਸਾਫ਼ ਕਰਨਾ, ਫਿਰ ਕਹਿ ਦਿਓ ਮੈਨੂੰ ਆਪਣੇ ਮਾਲਕ ਤੇ ਪੂਰਾ, ਮੈਨੂੰ ਆਪਣੇ ਮਾਲਕ ਤੇ ਪੂਰਾ, ਮੈਨੂੰ ਆਪਣੇ ਮਾਲਕ ਤੇ ਪੂਰਾ। ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। ਸੱਚੀ ਦਿਲੋਂ ਕਿਹਾ ਨਾ,
ਤਾਂ ਫਿਰ ਜਾਓ, ਮਾਲਕ ਨਾਲ ਹੀ ਹੈ ਤੁਹਾਡੇ। ਵਿਸ਼ਵਾਸ ਰੱਖਣਾ ਤੁਸੀਂ। ਅੱਜ ਤੋਂ ਹਰ ਕਦਮ ਇੱਕ ਵਿਸ਼ਵਾਸ ਨਾਲ, ਇੱਕ ਪੂਰੇ ਯਕੀਨ ਨਾਲ ਉਠਾਣਾ ਹੈ ਕਿ ਹਰ ਕਦਮ ਤੇ ਮੇਰਾ ਮਾਲਿਕ ਮੇਰੇ, ਉਹਦੀ ਰਹਿਮਤ ਮੇਰੇ। ਤਾਂ ਬਸ ਜੇ ਵਿਸ਼ਵਾਸ ਨਾਲ ਕਦਮ ਉਠਾਓਗੇ ਤਾਂ ਤੁਹਾਨੂੰ ਹਰ ਕਦਮ ਤੇ ਕਾਮਯਾਬੀ, ਸਫਲਤਾ ਵੀ ਮਿਲਦੀ ਚਲੀ ਜਾਏਗੀ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਜੋ ਵਿਸ਼ਵਾਸ ਨਾਲ ਕਦਮ ਵਧਾਉਂਦਾ ਹੈ, ਗੁਰਬਾਣੀ ਵੀ ਕਹਿੰਦੀ ਹੈ ਚਰਨ ਸ਼ਰਨ ਗੁਰੂ ਏਕ ਪਿੰਡਾ ਜਾਈ ਚਲ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਕਿ ਤੂੰ ਵਿਸ਼ਵਾਸ ਨਾਲ, ਪ੍ਰੇਮ ਨਾਲ ਕਦਮ ਤਾਂ ਵਧਾ, ਉਹਦੀ ਰਹਿਮਤ ਕਰੋੜਾਂ ਕਦਮ ਚੱਲ ਕੇ ਤੇਰੇ ਤੱਕ ਆਏਗੀ। ਹੁਣ ਆ ਜੀ ਬੈਠੇ ਆ, ਸਾਨੂੰ ਅੰਦਰ ਬੇਨਤੀ ਕਰ ਰਹੇ ਸੀ ਕਿ ਮਾਲਕੋ ਮੈਂ ਸਤਸੰਗ 'ਚ ਇੱਕ ਗੱਲ ਸੁਣੀ ਸੀ, ਜਰਾ ਉੱਠ ਕੇ ਖੜੇ ਹੋ ਤੁਸੀਂ, ਕਿਉਂਕਿ ਫਿਰ ਤੁਸੀਂ ਕਹਿਣਾ ਮਾਲਕੋ ਮੈਂ ਬੇਨਤੀ ਕੀਤੀ ਦੱਸਿਆ ਨਹੀਂ। ਤਾਂ ਇਹਨਾਂ ਨੇ ਇੱਕ ਅੰਦਰ ਬੇਨਤੀ ਕੀਤੀ ਕਿ ਮਾਲਕੋ ਸੰਗਤ ਨੂੰ ਜ਼ਰੂਰ ਦੱਸ ਦਿਓ, ਜ਼ਰੂਰ ਦੱਸ ਦਿਓ। ਹੁਣ ਇਹਨਾਂ ਨੇ ਬੇਨਤੀ ਕੀਤੀ ਤਾਂ ਦੱਸਣ ਲੱਗੇ ਆ ਕਿ ਇਹ ਕਹਿੰਦੇ ਇੱਥੋਂ 10 ਮਿੰਟ ਦਾ ਸਾਡੇ ਘਰ ਦਾ ਰਸਤਾ ਹੈ। ਕਿ ਅਸੀਂ ਸਤਸੰਗ ਸੁਣਿਆ ਸੀ ਕਿ ਉਹ 'ਚ ਮਾਲਕ ਕਹਿੰਦੇ ਆ ਕਿ ਇੱਕ ਮੁਰਸ਼ਦ ਨਾ ਆਪਣੇ ਇੱਕ ਤਾਲਬ ਆਪਣੇ ਮੁਰਸ਼ਦ ਦੇ ਨਾਲ ਮੱਕਾ ਦੇਖਣਾ ਚਾਹੁੰਦਾ ਸੀ, 27 ਕਦਮ ਚੱਲਿਆ ਤਾਂ ਮੱਕਾ ਆ ਗਿਆ। ਕਹਿੰਦੇ ਮਾਲਕੋ ਮੈਂ ਵੀ ਕਰਦੀ, ਮਾਲਕੋ ਕਿਤੇ ਇਦਾਂ ਹੋਵੇ ਮੈਂ ਤਾਂ ਉੱਥੇ ਆ ਨਹੀਂ ਸਕਦੀ, ਤੁਸੀਂ ਮੇਰੇ ਕੋਲ ਆ ਜਾਓ। ਕਹਿੰਦੇ ਹਾਲੇ ਕੁਝ ਦਿਨ ਪਹਿਲਾਂ ਬੇਨਤੀ ਕੀਤੀ, ਅੱਜ ਮਾਲਕਾਂ ਨੇ ਪੂਰੀ ਵੀ ਕਰ ਦਿੱਤੀ। ਗੌਰ ਕਰੋ। ਤੇ ਅਸੀਂ ਕਹਾਂਗੇ ਕਿਉਂ ਨਹੀਂ ਹੁੰਦਾ? ਅਗਰ ਵਿਸ਼ਵਾਸ ਨਾਲ, ਜਰਾ ਗੌਰ ਕਰਨੀ ਕਿ ਸ਼ਬਰੀ ਨੇ ਪ੍ਰੇਮ ਨਾਲ, ਵਿਸ਼ਵਾਸ ਨਾਲ ਯਾਦ ਕੀਤਾ ਸੀ ਤਾਂ ਸ਼੍ਰੀ ਰਾਮ ਨੂੰ ਵੀ ਉਹਦੇ ਘਰ ਆਣਾ ਪੈ ਗਿਆ। ਆਣਾ ਪੈ ਗਿਆ ਕਿ ਨਹੀਂ? ਇਹ ਤਾਂ ਕੋਈ ਨੈਵੀਗੇਸ਼ਨ ਨਹੀਂ ਸੀ ਕਿ ਸ਼ਬਰੀ ਨੇ ਕੋਈ ਚਿੱਠੀ ਪਾਈ ਸੀ, ਤਾਰ ਪਾਈ ਸੀ ਕਿ ਸ਼੍ਰੀ ਰਾਮ ਤੁਹਾਨੂੰ ਆਣਾ ਪੈਣਾ। ਆਪਣੇ ਆਪ ਪੈਰ ਉਧਰ ਨੂੰ ਚਲੇ ਗਏ। क्योंकि ऊंची महिमा प्रेम की, ऊंचा इसका फेर, जिसके कारण राम ने खाए झूठे। ये प्रेम की गल ही होंदी है। बोलो समझते हो कि नहीं? ताही तो एक शब्द सुनीदा कि कौन कहता है भगवान आते नहीं, तुम श्रद्धा और प्रेम से कभी बुलाते नहीं। प्रेम श्रद्धा ना याद तो करके देखो, आणगे भी। बैठो, ਤੁਹਾਡੀ ਬੇਨਤੀ ਪੂਰੀ ਕਰਨੀ ਸੀ, ਕਰ ਦਿੱਤੀ ਹੈ। ਕਿਉਂਕਿ ਸਾਡੇ ਕੋਲ ਜਿਹੜੀ ਬੇਨਤੀ ਪਹੁੰਚਦੀ ਹੈ, ਸਾਡੀ ਕੋਸ਼ਿਸ਼ ਹੁੰਦੀ ਪੂਰੀ ਜ਼ਰੂਰ ਕੀਤੀ ਜਾਵੇ। ਸੋ ਇਸੇ ਤਰ੍ਹਾਂ ਤੁਹਾਡੇ ਤੱਕ ਵੀ ਮਾਲਕ ਦੀ ਰਹਿਮਤ ਪਹੁੰਚੇਗੀ, ਤੁਹਾਡੇ ਤੱਕ ਵੀ ਮਾਲਕ ਦੀ ਕਿਰਪਾ ਪਹੁੰਚੇਗੀ। ਐਸੇ ਹਜ਼ਾਰਾਂ ਹੀ ਜੀਵ ਹੈ ਜਿਹੜੇ YouTube ਤੇ ਸਤਸੰਗ ਸੁਣਦੇ ਹੈ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹ ਸਤਸੰਗ ਸੁਣਦੇ ਹੈ ਔਰ ਮਾਲਕ ਦੀ ਰਹਿਮਤ ਦੇ ਨਾਲ ਉਹ ਆਪ ਦੱਸਦੇ ਕਿ ਮਾਲਕੋ ਸਤਸੰਗ ਸੁਣ ਕੇ ਬੇਨਤੀ ਕੀਤੀ ਤਾਂ ਸਾਡੀ ਪੂਰੀ ਵੀ ਹੋ ਗਈ। ਬੋਲੋ ਸਮਝਦੇ ਹੋ ਕਿ ਨਹੀਂ? ਇਦਾਂ ਦੇ ਅਨੇਕਾਂ ਹੀ ਜੀਵ ਹੈ। ਇਸ ਲਈ ਅਸੀਂ ਤੁਹਾਨੂੰ ਵੀ ਕਹਾਂਗੇ ਕਿ ਮਾਲਕ ਦੀ ਰਹਿਮਤ ਤਾਂ ਹਰ ਜਗ੍ਹਾ ਭਰਪੂਰ ਹੈ। ਬਸ ਤਾਰ ਤਾਂ ਜਿੱਦਾਂ ਕਹਿ ਲਓ ਕਿ ਮੋਬਾਈਲ ਦਾ ਟਾਵਰ ਲੱਗਾ ਹੈ ਨਾ, ਉਹਦਾ ਸਿਗਨਲ ਤਾਂ ਹਰ ਜਗ੍ਹਾ ਮੌਜੂਦ ਹੈ, ਬਸ ਮੋਬਾਈਲ ਵਿੱਚ ਸਿਮ ਉਹ ਟਾਵਰ ਵਾਲੀ ਪਾਣੀ ਪੈਣੀ ਹੈ। ਜੇ ਏਅਰਟੈਲ ਦਾ ਟਾਵਰ ਹੈ ਜਾਂ ਜੀਓ ਦਾ ਹੈ ਜਾਂ ਜੋ ਵੀ ਇੱਥੇ ਨੈਟਵਰਕ ਹੈ, ਬਸ ਉਹ ਸਿਮ ਪਾ ਲਓ ਤਾਂ ਉਹ ਰੇਂਜ ਤੁਹਾਡੇ ਤੱਕ ਪਹੁੰਚਣੀ। ਤਾਂ ਜੇ ਹੁਣ ਬੰਦੇ ਕੋਲ ਸਿਮ ਹੀ ਨਾ ਹੋਵੇ, ਮੋਬਾਈਲ ਤਾਂ ਲੈ ਕੇ ਬੈਠਾ ਪਰ ਸਿਮ ਹੈ ਨਹੀਂ, ਬੰਦਾ ਰੇਂਜ ਨਹੀਂ ਆਉਂਦੀ, ਕਾਹਦੇ ਟਾਵਰ ਹੈ? ਤਾਂ ਭਾਈ ਇਹ ਟਾਵਰ ਨੂੰ ਨਾ ਕਹਿ, ਇਹ ਨੈਟਵਰਕ ਨੂੰ ਨਾ ਕਹਿ, ਇਹ ਤੇਰਾ ਹੀ ਨੈਟਵਰਕ ਜਿਹੜਾ ਨਾ ਪਕੜ ਨਹੀਂ ਰਿਹਾ ਮੋਬਾਈਲ ਦਾ, ਉਹਦੇ ਵਿੱਚ ਸਿਮ ਹੀ ਹੈ ਨਹੀਂ। ਇੱਥੇ ਅੱਜ ਬੰਦਾ ਵੀ ਕਹਿੰਦਾ ਕਿੱਥੇ ਰੱਬ ਹੈ ਨਹੀਂ ਕੋਈ ਰੱਬ। ਉਹ ਭਾਈ ਆਪਣੇ ਅੰਦਰ ਵਿਸ਼ਵਾਸ ਦੀ, ਪਿਆਰ ਦੀ ਸਿਮ ਤਾਂ ਪਾ ਕੇ ਦੇਖ, ਉਹਦਾ ਸਿਗਨਲ ਤੇਰੇ ਤੱਕ ਵੀ ਜ਼ਰੂਰ ਪਹੁੰਚੇਗਾ। ਉਹ ਰੱਬ ਦਾ ਸਿਗਨਲ ਆਂਦਾ ਹੈ ਪਰ ਅੰਦਰ ਪ੍ਰੇਮ ਵਿਸ਼ਵਾਸ ਦੀ ਸਿਮ ਹੈ ਕਿ ਨਹੀਂ ਤੁਹਾਡੇ ਕੋਲ? ਅੱਜ ਦੇ ਚੱਲੇ ਆ ਤੁਹਾਨੂੰ, ਆ ਪਕੜ ਲਓ ਸਿਮ ਪ੍ਰੇਮ ਔਰ ਵਿਸ਼ਵਾਸ ਦੀ, ਔਰ ਇੱਥੇ ਫਿੱਟ ਕਰਨੀ ਹੈ ਇੱਥੇ। ਕਿਉਂਕਿ ਆਹੀ ਬੰਦੇ ਦਾ ਦਿਮਾਗ ਹੈ ਨਾ ਜਿਹੜਾ ਸ਼ੰਕਾ ਪੈਦਾ ਕਰਦਾ ਹੈ, ਪਤਾ ਨਹੀਂ ਰੱਬ ਨੇ ਸੁਣਨੀ ਹੈ ਜਾਂ ਨਹੀਂ ਸੁਣਨੀ। ਕਿਉਂ ਨਹੀਂ ਸੁਣਨੀ? ਕਿ ਤੁਹਾਡਾ ਬੱਚਾ ਕੋਈ ਬੋਲੇ ਤੁਸੀਂ ਨਹੀਂ ਸੁਣਦੇ ਹੋ ਕਿ ਨਹੀਂ? ਤਾਂ ਫਿਰ ਕੀ ਆਪਣੇ ਮਾਲਿਕ ਤੇ ਇੰਨਾ ਯਕੀਨ ਹੈ ਕਿ ਉਹ ਸਾਡਾ ਬਾਪ ਹੈ? ਜੇ ਮੈਂ ਆਪਣੇ ਬੱਚੇ ਦੀ ਸੁਣਦਾ ਹਾਂ ਤਾਂ ਉਹ ਮੇਰੀ ਵੀ ਜ਼ਰੂਰ ਸੁਣੇਗਾ, ਪੂਰੀ ਕਰੇਗਾ। ਮੈਨੂੰ ਵਿਸ਼ਵਾਸ ਹੈ ਆਪਣੇ ਪਿਤਾ ਤੇ। ਵਿਸ਼ਵਾਸ ਕਰਨਾ ਸਿੱਖੋ, ਯਕੀਨ ਕਰਨਾ ਸਿੱਖੋ, ਉਹਦੇ ਵਾਸਤੇ ਸਭ ਕੁਝ ਸੰਭਵ ਹੈ। ਨਾ ਮੁਮਕਿਨ ਹੋਏਗਾ। ਬਸ ਆਪਣੇ ਮਾਲਿਕ ਤੇ ਵਿਸ਼ਵਾਸ ਕਰੋ, ਆਪਣੇ ਮਾਲਿਕ ਤੇ ਯਕੀਨ ਕਰੋ। ਹਾਂ ਇਹ ਗੱਲ ਹੋਰ ਹੈ ਕਿ ਉਹਦੀ ਰਹਿਮਤ ਨੂੰ ਪਾਉਣ ਵਾਸਤੇ ਕੋਈ ਜ਼ਰੀਆ ਚਾਹੀਦਾ ਵਿੱਚ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਜ਼ਰੀਆ ਫਕੀਰ ਗੁਰੂ ਰਹਿਬਰ ਬਣਦੇ ਹੈ ਕਿ ਜਿੱਦਾਂ ਨਾ ਬੱਚੇ ਨੂੰ ਗਿਆਨ ਮਿਲਦਾ ਪਰ ਜ਼ਰੀਆ ਟੀਚਰ ਬਣਦਾ ਹੈ। ਗਿਆਨ ਤਾਂ ਉਹਦੇ ਅੰਦਰ ਹੀ ਹੈ ਪਰ ਟੀਚਰ ਬਸ ਉਹਨੂੰ ਸਿਖਾਉਂਦਾ ਹੈ ਤਾਂ ਬੱਚਾ ਸਿੱਖਦਾ ਚਲਾ ਜਾਂਦਾ ਹੈ। ਇਸੇ ਤਰ੍ਹਾਂ ਉਹ ਪਰਮਾਤਮਾ ਵੀ ਅੰਦਰ ਹੀ ਹੈ। ਜਿੱਦਾਂ ਪੱਥਰ ਅੰਦਰ ਮੂਰਤ ਹੈ, ਪ੍ਰਗਟ ਕਰਨ ਵਾਲਾ ਕੋਈ ਚਾਹੀਦਾ ਮੂਰਤੀਕਾਰ, ਇਸੇ ਤਰ੍ਹਾਂ ਇਨਸਾਨ ਅੰਦਰ ਵੀ ਉਹ ਰੱਬ ਦੀਆਂ ਰਹਿਮਤਾਂ, ਬਸ ਕੋਈ ਸੱਚਾ ਮੁਰਸ਼ਿਦ ਚਾਹੀਦਾ, ਕੋਈ ਰਸਤਾ ਦਿਖਾਉਣ ਵਾਲਾ ਚਾਹੀਦਾ। ਜਿੱਦਾਂ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਰਾਹ ਦਿਖਾਉਣ ਵਾਲੇ ਸੀਗੇ ਤਾਂ ਦੇਖੋ ਉਹਨਾਂ ਨੇ ਪਾਂਡਵਾਂ ਨੂੰ ਕਿੱਥੋਂ ਕਿੱਥੇ ਭਜਾ ਦਿੱਤਾ। ਬੋਲੋ ਸਮਝਦੇ ਹੋ ਕਿ ਨਹੀਂ? ਇसी तरह ਅਸੀਂ ਵੀ ਚੁਣਾਵ ਕਰਨਾ ਕਿ ਸਾਨੂੰ ਵੀ ਐਸੇ ਮੁਰਸ਼ਿਦ ਦੀ, ਸਤਿਗੁਰ ਦੀ, ਐਸੇ ਫਕੀਰ ਦੀ, ਐਸੇ ਮੁਰਸ਼ਿਦ ਦੀ ਲੋੜ ਹੈ ਜੋ ਸਾਨੂੰ ਵੀ ਉਹ ਰਸਤਾ ਦਿਖਾਵੇ ਜੋ ਸਿੱਧਾ ਸਾਨੂੰ ਰੱਬ ਦੀਆਂ ਰਹਿਮਤਾਂ ਤੱਕ ਲੈ ਜਾਵੇ। ਤਾਂ ਜੇ ਕੋਈ ਕਵੇ ਭਾਈ ਤੇਰੇ ਗ੍ਰਹਿ ਮਾੜੇ, ਪਹਿਲਾਂ ਗ੍ਰਹਿ ਠੀਕ ਕਰਕੇ ਆ, ਤਾਂ ਕੀ ਗੱਲ? ਜਰਾ ਗੌਰ ਕਰਨਾ। ਪਰਮਾਤਮਾ ਮੇਰੇ ਅੰਦਰ ਬੈਠਾ, ਉਹ ਤੋਂ ਬੜੇ ਗ੍ਰਹਿ ਹੋਵੇ? ਨਹੀਂ, ਸਭ ਤੋਂ ਬੜਾ ਤਾਂ ਉਹ ਮੇਰਾ ਮਾਲਿਕ ਹੈ। ਇਸ ਲਈ ਅਸੀਂ ਕਹਿੰਦੇ ਇਹ ਨਾ ਸੋਚੋ ਗ੍ਰਹਿ ਕਿੱਦਾਂ ਚੱਲਦੇ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਗ੍ਰਹਿ ਤੁਹਾਡੇ ਅਨੁਕੂਲ ਚੱਲਣੇ ਸ਼ੁਰੂ ਹੋ ਜਾਣਗੇ। ਕਿਉਂਕਿ ਜਿਹੜਾ ਆਪਣੇ ਰੱਬ ਤੇ ਭਰੋਸਾ ਰੱਖਦਾ ਹੈ ਨਾ, ਫਿਰ ਸਾਰੀ ਚੀਜ਼ ਉਹਦੇ ਮੁਤਾਬਿਕ ਹੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਕਹਿੰਦੇ ਨਾ ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ ਨਾ
ਛੂਟੇ ਮੋਹੇ। ਇੱਕ ਵਾਰ ਉਹਦੇ ਹੋ ਕੇ ਤਾਂ ਦੇਖੋ, ਤੁਸੀਂ ਉਹ ਬੰਦੇ ਚਲੇ ਜਾਓਗੇ, ਰੱਬ ਵੀ ਛੁਡਾ ਨਹੀਂ ਪਾਏਗਾ, ਤਾਂ ਬਾਕੀ ਚੀਜ਼ਾਂ ਦੀ ਕੀ ਫਿਕਰ ਕਰਨੀ। ਇਸ ਲਈ ਯਕੀਨ ਰੱਖੋ ਆਪਣੇ ਮਾਲਿਕ ਤੇ। ਇਸ ਲਈ ਫਿਰ ਆਖਰੀ ਵਾਰ ਕਹਿ ਦਿਓ ਕਿ ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ। तो अज तो विश्वास रखो, यकीन रखो, कोई भी जीवन की मुश्किल है तो चिंता नहीं करनी, ये विश्वास रखो कि मालिक बैठे हर मुश्किल का हल करने वाले। बस असीं विश्वास करना है तो मालिक दी रहमत तुहाडे तक पहुंच जाणगियां। जिथे बह के भी याद करोगे उसकी रहमत जरूर तुहाडे तक पहुंचेगी। बस प्रेम और विश्वास सच्चा होना चाहिए है, क्योंकि फिर कहांगे ये सिम प्रेम और विश्वास का अपने अंदर पा लो। बाकी आ दुनिया के टावर की तो कितने रेंज होंदी है, नहीं होंदी, पर उसकी रहमत की रेंज हर जगह ही है। तुसी देश प्रदेश किते भी चले जाओ ना, पानी चले जाओ, हवा चले जाओ, किते भी जाके चले जाओ, गुफा च चले जाओ, हर जगह उसकी रहमत की रेंज तुहानू मिलेगी। बस प्रेम और विश्वास रखो अपने मालिक पे, कभी निराश नहीं होना, उदास नहीं होना, यकीन रखना है हर मुश्किल का हल होएगा। सोना सोना मेरा मुर्शिद सोना, सोना सोना मेरा